ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਬਦਲਦੇ ਮੌਸਮ ਦਾ ਨਜ਼ਾਰਾ ਲੈ ਰਹੇ ਹੋਵੋਗੇ। ਵੈਸੇ ਬੜੇ ਦਿਨਾਂ ਤੋਂ ਅਸੀਂ ਇਸ ਚੀਜ਼ ਦਾ ਜ਼ਿਕਰ ਕਰ ਰਹੇ ਹਾਂ ਵੀ ਇਸ ਵਾਰ ਜੂਨ ਨਹੀਂ ਲੱਗ ਰਹੀ ਹੈ ਨਾ। ਪਿਛਲੀ ਜੂਨ ਜਿਹੜੀ ਸੀ ਬਹੁਤ ਇਹਨਾਂ ਦਿਨਾਂ ਦੇ ਵਿੱਚ ਗਰਮੀ ਹੋ ਰੱਖੀ ਸੀ, ਪਰ ਇਹ ਵਾਲੀ ਜੂਨ ਬਿਲਕੁਲ ਹੀ ਡਿਫਰੈਂਟ ਹੈ। ਗਰਮੀ ਦਾ ਹਜੇ ਕੋਈ ਨਾਮੋ ਨਿਸ਼ਾਨ ਨਹੀਂ, ਹਜੇ ਗਰਮੀ ਦਸਤਕ ਦੇ ਨਹੀਂ ਰਹੀ। ਸੋ ਅੱਗੇ ਕੀ ਦੇਖਦੇ ਹਾਂ ਮੌਸਮ ਕਿਵੇਂ ਬਦਲਦਾ ਤੇ ਕਿਵੇਂ ਜਿਹੜਾ ਸਾਨੂੰ ਜਿਹੜਾ ਗਰਮੀ ਦੀਆਂ ਛੁੱਟੀਆਂ ਦਾ ਉਹ ਵੀ ਆਨੰਦ ਦੇਖਣ ਨੂੰ ਮਿਲੇਗਾ। ਸੋ ਸਾਰੇ ਜਣੇ ਵਧੀਆ ਤਰੀਕੇ ਨਾਲ ਜਿਹੜਾ ਇਹਨਾਂ ਦਿਨਾਂ ਨੂੰ ਇੰਜੋਏ ਕਰੋ ਤੇ ਨਾਲ ਦੀ ਨਾਲ ਸੋਹਣੀਆਂ ਵਧੀਆ ਟੌਪਿਕਸ ਦੇ ਰਿਗਾਰਡਿੰਗ ਵੀ ਜ਼ਰੂਰ ਸੁਣਿਆ ਕਰੋ, ਪੜ੍ਹਿਆ ਕਰੋ। ਬਹੁਤ ਵਧੀਆ ਲੱਗਦਾ ਹੈ ਕਿਉਂਕਿ ਅਸੀਂ ਜਦੋਂ ਕੈਨੇਡੀਅਨ ਸਿਸਟਮ ਦੇ ਵਿੱਚ ਰਹਿੰਦੇ ਹਾਂ, ਕੈਨੇਡੀਅਨ ਸਿਸਟਮ ਬਹੁਤ ਵਧੀਆ, ਬਹੁਤ ਬਿਊਟੀਫੁਲ ਹੈ। ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਹਦੇ ਵਿੱਚ ਮਿਲੀਆਂ। ਕੈਨੇਡਾ ਆਉਣ ਦਾ ਸੁਪਨਾ ਜਿਹੜਾ ਉਹ ਮੈਨੂੰ ਲੱਗਦਾ ਬੱਚੇ ਦਾ ਇਹੀ ਸੁਪਨਾ ਰਹਿੰਦਾ ਹੈ। ਕੁਛ ਆ ਚੁੱਕੇ ਨੇ, ਕੁਛ ਬਹੁਤ ਪੁਰਾਣੇ ਲੋਕ ਬਹੁਤ ਪਹਿਲਾਂ ਹੀ ਆ ਚੁੱਕੇ ਨੇ, ਕੁਛ ਇੱਕ ਹੁਣ ਜਨਰੇਸ਼ਨ ਆਈ ਹੈ, ਅੱਗੇ ਹੋਰ ਜਨਰੇਸ਼ਨਾਂ ਤਿਆਰੀ ਕਰ ਰਹੀਆਂ ਨੇ। ਸੋ ਸਾਰੇ ਇਸ ਵੇਲੇ ਜਿਹਨੂੰ ਵੀ ਪੁੱਛੋ ਨਾ ਕਿ ਕਿੱਥੇ ਜਾਣਾ, ਸਭ ਦਾ ਪਹਿਲਾ ਸੁਪਨਾ ਹੁੰਦਾ ਕੈਨੇਡਾ, ਕਿਉਂਕਿ ਕੈਨੇਡਾ ਦੀ ਤਸਵੀਰ ਹੀ ਇੱਦਾਂ ਦੀ ਹੈ। ਕੈਨੇਡਾ ਦੇ ਸਿਸਟਮ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਕੈਨੇਡਾ ਦੇ ਜਿਹੜੇ ਰਹਿਣ ਸਹਿਣ ਦੀਆਂ ਗੱਲਾਂ ਹੁੰਦੀਆਂ ਨੇ, ਉਹ ਬਿਨਾਂ ਵਜ੍ਹਾ ਵੀ ਕਿਤੇ ਵੀ ਬੰਦਾ ਬੈਠਾ ਹੋਵੇ ਉਹਨੂੰ ਅਟਰੈਕਟ ਕਰਦੀਆਂ ਨੇ। ਇਸ ਅਟਰੈਕਸ਼ਨ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਵੱਲ ਹੋ ਸਕਦਾ ਅਸੀਂ ਸਾਰੇ ਕਦੀ ਧਿਆਨ ਨਾ ਦਿੰਦੇ ਹੋਈਏ, ਜਾਂ ਸਾਨੂੰ ਪਤਾ ਨਹੀਂ ਪਰ ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ, ਕਈ ਵਾਰੀ ਬੋਲ ਨਹੀਂ ਪਾਉਂਦੇ। ਵੀ ਹੈਵ ਟੂ ਸਪੀਕ। ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਕੁਝ ਪੁਰਾਣੇ ਲੋਕਾਂ ਨੇ ਬਹੁਤ ਸਾਰੇ ਤਜਰਬੇ ਸਾਂਝੇ ਕੀਤੇ, ਜਿਨ੍ਹਾਂ ਦੇ ਵਿੱਚ ਇੱਕ ਗੈਸਟ ਅੱਜ ਸਾਡੇ ਨਾਲ ਜੁੜੇ ਨੇ 47 ਸਾਲਾਂ ਦਾ ਕੈਨੇਡੀਅਨ ਤਜਰਬਾ ਲੈ ਕੇ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸਾਡੇ ਨਾਲ। ਆਫ ਸਕਰੀਨ ਇਹ ਗੱਲਾਂ ਜਦੋਂ ਹੋ ਰਹੀਆਂ ਸੀਗੀਆਂ ਤਾਂ ਅੱਜ ਉਹ ਸਟੂਡੀਓ ਦੇ ਵਿੱਚ ਮੌਜੂਦ ਨੇ। ਅੱਜ ਔਨ ਸਕਰੀਨ ਜਿਹੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਉਹਨਾਂ ਦੇ ਜਿਹੜੇ ਤਜਰਬੇ ਨੇ, ਕੀ ਰਹੇ ਕੈਨੇਡੀਅਨ ਸਿਸਟਮ ਦੇ ਵਿੱਚ, ਚੰਗੀਆਂ ਚੀਜ਼ਾਂ ਕੀ ਨੇ ਤੇ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਕਿ ਖਾਮੀਆਂ ਪਾਈਆਂ ਜਾਂਦੀਆਂ ਨੇ ਪਰ ਅਸੀਂ ਉਹਨਾਂ ਬਾਰੇ ਜ਼ਿਆਦਾ ਗੱਲ ਨਹੀਂ ਕਰ ਪਾਉਂਦੇ। 47 ਸਾਲਾਂ ਦੇ ਤਜਰਬੇ ਦੇ ਵਿੱਚ ਕੀ ਚੀਜ਼ਾਂ ਉਹਨਾਂ ਨੇ ਦੇਖੀਆਂ ਉਹ ਸਾਰੀਆਂ ਅਸੀਂ ਸ਼ੇਅਰ ਕਰਾਂਗੇ। ਮੈਂ ਆਪਣੇ ਗੈਸਟ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਕਿ ਬਹੁਤ ਸਾਰੀਆਂ ਕਿਤਾਬਾਂ ਲਿਖਦੇ ਵੀ ਨੇ, ਛਪਾਉਂਦੇ ਵੀ ਨੇ, ਟਰਾਂਸਲੇਸ਼ਨ ਬੁੱਕਸ ਦੀ ਕਰਦੇ ਨੇ, ਕਿਤਾਬਾਂ ਦੇ ਨਾਲ ਪਿਆਰ ਵੀ ਕਰਦੇ ਨੇ ਐਂਡ ਮੈਨੀ ਮੋਰ। ਬਹੁਤ ਸਾਰੀਆਂ ਚੀਜ਼ਾਂ ਕਰਦੇ ਨੇ। ਸੋ ਬਹੁਤ ਸਾਰੇ ਟੌਪਿਕਸ ਦੇ ਉੱਤੇ ਉਹਨਾਂ ਦੀ ਬੜੀ ਸ਼ਾਨਦਾਰ ਜਿਹੜੀ ਪਕੜ ਰਹਿੰਦੀ ਹੈ। ਰਵੀਸ਼ ਕੁਮਾਰ NDTV ਤੋਂ ਅਸੀਂ ਸਾਰਿਆਂ ਜਿਹੜੇ ਨੇ ਰਵੀਸ਼ ਕੁਮਾਰ ਜੀ ਨੂੰ ਬਹੁਤ ਪਿਆਰ ਕਰਦੇ ਹਾਂ। ਸਾਡੇ ਦਿਲ ਦੇ ਵਿੱਚ ਰਵੀਸ਼ ਕੁਮਾਰ ਜੀ ਸਾਰਿਆਂ ਦੇ ਵੱਸਦੇ ਨੇ ਤੇ ਉਹਨਾਂ ਦੇ ਬਾਰੇ ਵੀ ਜਿਹੜੀਆਂ ਨੇ ਇਹਨਾਂ ਨੇ ਬੁੱਕ ਜਿਹੜੀ ਟਰਾਂਸਲੇਟ ਕੀਤੀ ਹੈ, ਜਿਹਦੇ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਨਵੀਂ ਕਿਤਾਬ ਜਿਹੜੀ ਇਹਨਾਂ ਦੀ ਲਾਂਚ ਹੋਣ ਜਾ ਰਹੀ ਹੈ, ਉਹ ਕਿਤਾਬ ਜਿਹੜੀ ਹੈ ਇੰਨੀ ਸਪੈਸ਼ਲ ਕਿਉਂ ਹੈ ਔਰ ਰਵੀਸ਼ ਜੀ 'ਤੇ ਹੀ ਉਹ ਕਿਤਾਬ ਜਿਹੜੀ ਹੈ ਕਿਉਂ ਟਰਾਂਸਲੇਟ ਕੀਤੀ ਗਈ ਹੈ। ਉਸ ਬਾਬਤ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ। ਸੋ ਮੁਖਾਤਿਬ ਕਰਾਨੀ ਹੈ ਮੈਂ ਤੁਹਾਨੂੰ ਆਪਣੇ ਗੈਸਟ ਦੇ ਨਾਲ। ਔਰ ਪਲੀਜ਼ ਜੇ ਤੁਹਾਨੂੰ ਇਹ ਗੈਸਟ ਦੇ ਨਾਲ ਤੁਸੀਂ ਕੋਈ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹੋ ਜਾਂ ਕੈਨੇਡਾ ਦੇ ਸਿਸਟਮ ਬਾਰੇ, ਕੈਨੇਡੀਅਨ ਸਿਸਟਮ ਦੀਆਂ ਚੰਗੀਆਂ ਮਾੜੀਆਂ ਗੱਲਾਂ ਜਿਹੜੀਆਂ ਵੀ ਹੈ ਤੁਸੀਂ ਵੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਕਾਲ ਕਰਿਓ। ਕਾਲ ਦੇ ਵਿੱਚ ਅਸੀਂ ਨਾਲ ਤੁਹਾਡੀ ਕਾਲ ਪਿਕ ਕਰਾਂਗੇ, ਨਾਲ ਜਿਹੜੇ ਤੁਹਾਡੇ ਤਜਰਬੇ ਵੀ ਜ਼ਰੂਰ ਸੁਣਾਂਗੇ। ਸੋ ਹੁਣ ਮੈਂ ਤੁਹਾਨੂੰ ਆਪਣੇ ਗੈਸਟ ਦੇ ਰੂਬਰੂ ਕਰਾਨੀ ਹਾਂ ਭੁਪਿੰਦਰ ਸਿੰਘ ਮੱਲੀ ਜੀ। ਮੇਰੇ ਖਿਆਲ 'ਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਦੇ ਹੀ ਹੋਣਗੇ ਭੁਪਿੰਦਰ ਸਿੰਘ ਮੱਲੀ ਜੀ ਨੂੰ। ਉਹਨਾਂ ਨਾਲ ਅੱਜ ਗੱਲਾਂ ਸਾਂਝੀਆਂ ਕਰਦੇ ਹਾਂ। ਸਵਾਗਤ ਹੈ ਜੀ ਭੁਪਿੰਦਰ ਸਿੰਘ ਮੱਲੀ ਜੀ ਬਹੁਤ ਦ ਮਾਰਨਿੰਗ ਸ਼ੋਅ ਦੇ ਵਿੱਚ। ਸ਼ੈਰੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਔਰ ਮਾਰਨਿੰਗ ਸ਼ੋਅ ਵਿੱਚ ਤੁਹਾਡੇ ਦੇਖਣ ਸੁਣਨ ਵਾਲਿਆਂ ਦਾ ਵੀ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਸਮਾਂ ਦਿੱਤਾ ਹੈ ਔਰ ਮੈਨੂੰ ਮੌਕਾ ਮਿਲਿਆ ਕਿ ਆਪਾਂ ਕੈਨੇਡਾ ਦੀ ਜ਼ਿੰਦਗੀ ਬਾਰੇ, ਕੈਨੇਡਾ ਦੇ ਪਾਸਟ ਬਾਰੇ, ਕੈਨੇਡਾ ਦੇ ਫਿਊਚਰ ਬਾਰੇ ਆਪਣੇ ਤਜਰਬੇ ਸਾਂਝੇ ਕਰਾਂਗੇ। ਬਿਲਕੁਲ ਭੁਪਿੰਦਰ ਮੱਲੀ ਜੀ, ਦੇਖੋ ਸਾਡਾ ਨਾ ਇਹ ਸਾਡੇ ਲਈ ਵੀ ਬਹੁਤ ਜ਼ਰੂਰੀ ਸੀਗਾ ਵੀ ਤੁਹਾਨੂੰ ਅਸੀਂ ਸਟੂਡੀਓ ਦੇ ਵਿੱਚ ਬੁਲਾਉਣਾ ਅਤੇ ਤੁਹਾਡੇ ਨਾਲ ਕਰਨੀਆਂ ਬਹੁਤ ਸਾਰੀਆਂ ਗੱਲਾਂ, ਕਿਉਂਕਿ ਕੈਨੇਡੀਅਨ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਕਈ ਵਾਰੀ ਨਹੀਂ ਪਤਾ ਹੁੰਦੀਆਂ ਜਾਂ ਪਤਾ ਹੁੰਦੇ ਸਾਨੂੰ ਉਹਨਾਂ ਦੀ ਸਮਝ ਨਹੀਂ ਹੁੰਦੀ। 47 ਸਾਲ ਤੁਹਾਨੂੰ ਹੋ ਗਏ ਆ ਕੈਨੇਡਾ ਦੇ ਵਿੱਚ। ਅਸੀਂ ਉਸ 47 ਸਾਲ ਦੇ ਤਜਰਬੇ ਤੇ ਤੁਹਾਨੂੰ ਜਾਣਨਾ, ਮਤਲਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਵੀ ਕੀ ਕੁਛ ਦੇਖਿਆ ਤੁਸੀਂ ਇਸ 47 ਸਾਲ ਦੇ ਤਜਰਬੇ ਦੇ ਵਿੱਚ, ਕਿਹੜੀਆਂ ਚੀਜ਼ਾਂ ਜਾਂਚੀਆਂ ਤੇ ਨਾਲ ਦੇ ਨਾਲ ਪਲੀਜ਼ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਵੀ ਦੱਸਿਓ। ਮਤਲਬ ਤੁਹਾਡੀ ਇੰਟਰੋਡਕਸ਼ਨ ਵੀ ਅਸੀਂ ਚਾਹੁੰਦੇ ਹਾਂ ਵੀ ਨਾਲ ਦੇ ਨਾਲ ਤੁਸੀਂ ਦਿਓ। ਸ਼ਾਇਦ ਜੀ ਮੈਂ 1975 ਦੇ ਵਿੱਚ ਕੈਨੇਡਾ ਆਇਆ ਸੀਗਾ ਔਰ ਇਸ ਤੋਂ ਪਹਿਲਾਂ ਮੈਂ ਇੰਗਲੈਂਡ ਵਿੱਚ ਆਪਣੇ ਰਹਿ ਰਿਹਾ ਸੀਗਾ। ਇੰਗਲੈਂਡ ਵਿੱਚ ਵੀ ਮੈਂ ਸਮਾਜੀ ਕੰਮਾਂ ਦੇ ਵਿੱਚ ਸਰਗਰਮ ਸੀਗਾ ਔਰ ਉੱਥੇ ਵੀ ਜਿਹੜੇ ਅਸੀਂ ਪ੍ਰਵਾਸੀ ਲੋਕ ਹਾਂ, ਜਿਨ੍ਹਾਂ ਨੇ ਅਸੀਂ ਆਪਣੇ ਕਿਸੇ ਹੋਰ ਦੂਸਰੇ ਮੁਲਕ ਨੂੰ ਆਪਣਾ ਘਰ ਬਣਾਉਣ ਦੀ ਬਣਾਇਆ, ਉੱਥੇ ਕੁਛ ਨਾ ਕੁਛ ਚੁਣੌਤੀਆਂ ਹੁੰਦੀਆਂ ਔਰ ਸਭ ਤੋਂ ਵੱਡੀ ਚੁਣੌਤੀ, ਸਭ ਤੋਂ ਵੱਡੇ ਚੈਲੰਜਸ ਹੁੰਦੇ ਆ ਕਿ ਸਾਨੂੰ ਜਿਹੜਾ ਸਾਡਾ ਬਰਾਬਰ ਦਾ ਹੱਕ ਆ ਉਹ ਨਹੀਂ ਮਿਲਦਾ। ਇਨਸਾਨ ਹੋਣ ਦੇ ਨਾਤੇ ਜਦੋਂ ਵੀ ਕੋਈ ਬੱਚਾ ਵੀ, ਕੋਈ ਵੀ ਪ੍ਰਾਣੀ ਇਸ ਪਲੈਨਟ 'ਤੇ ਜਨਮ ਲੈਂਦਾ ਤਾਂ ਉਹਦੇ ਸਭ ਦੇ ਇਸ ਜਿਹੜੀਆਂ ਜੋ ਵੀ ਕੁਦਰਤ ਦੀਆਂ ਬਖਸ਼ਿਸ਼ਾਂ ਹੈਗੀਆਂ ਉਹਨਾਂ 'ਤੇ ਉਹਦਾ ਬਰਾਬਰ ਦਾ ਹੱਕ ਹੁੰਦਾ।
ਜਦੋਂ ਸਾਨੂੰ ਉਹ ਹਕੂਕ ਨਹੀਂ ਮਿਲਦੇ ਤਾਂ ਫਿਰ ਜਿਹੜੇ ਸਾਨੂੰ ਫਿਰ ਸਾਡੇ ਵਿੱਚ ਕੁਛ ਨਾ ਕੁਛ ਉਹਨਾਂ ਚੀਜ਼ਾਂ ਲਈ ਜੱਦੋਜਹਿਦ ਕਰਨ ਦੀ ਗੱਲਬਾਤ ਚੱਲਦੀ ਹੈਗੀ ਆ। ਉਸ ਜੱਦੋਜਹਿਦ ਬਣ ਕੇ ਅਸੀਂ ਆਪਣਾ ਵਿਵੇਕ ਸਾਡਾ ਅਸੀਂ ਆਪਣੇ ਨੂੰ ਸਾਡਾ ਇਵੋਲਵ ਕਰਦੇ ਹੈਗੇ ਆ, ਸਾਡੀ ਅਸੀਂ ਜਾਗਰੂਕ ਹੁੰਦੇ ਹੈਗੇ ਆ ਕਿ ਕਿਉਂ ਸਾਨੂੰ ਜਿਹੜੇ ਆਪਣੇ ਮਤਲਬ ਬਰਾਬਰ ਦੇ ਹੱਕ ਕਿਉਂ ਨਹੀਂ ਮਿਲਦੇ। ਇੱਕ ਜੱਦੋਜਹਿਦ ਤੋਂ ਬਗੈਰ ਮੈਂ ਸਮਝਦਾ ਕਿ ਜਿਹੜਾ ਮਨੁੱਖ ਹੈਗਾ ਨਾ ਕਿ ਉਹ ਮਨੁੱਖ ਬਣ ਨਹੀਂ ਸਕਦਾ। ਕੋਈ ਵੀ ਚੀਜ਼ ਸਾਨੂੰ ਕਿਸੇ ਨੇ ਸਾਡੀ ਝੋਲੀ 'ਚ ਉਸ ਤਰ੍ਹਾਂ ਨਹੀਂ ਪਾ ਦੇਣੀ। ਜੋ ਵੀ ਅਸੀਂ ਅੱਜ ਕੈਨੇਡਾ ਦੀ ਧਰਤੀ 'ਤੇ ਵੀ ਦੇਖ ਰਹੇ ਹੈਗੇ ਆ, ਸਾਨੂੰ ਇਹ ਪਹਿਲਾਂ ਸੋਚਣਾ ਚਾਹੀਦਾ ਕਿ ਸਾਡੇ ਲੋਕਾਂ ਨੇ, ਸਾਡੇ ਬਜ਼ੁਰਗਾਂ ਨੇ ਇਹਲੇ ਬਹੁਤ ਵੱਡੀ ਘਾਲਣਾ ਕੀਤੀ ਹੈਗੀ ਆ। ਭਾਵੇਂ ਅਸੀਂ ਉਹਦੇ ਬਾਰੇ ਜਾਣਦੇ ਆ ਜਾਂ ਨਹੀਂ ਜਾਣਦੇ, ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਬਹੁਤ ਲੋਕਾਂ ਨੇ ਇਸ ਸਮਾਜ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਔਰ ਬਹੁਤ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਲਾਤੀਆਂ, ਜ਼ਿੰਦਗੀਆਂ ਦੇ ਦਿੱਤੀਆਂ ਤਾਂ ਅਸੀਂ ਇਸ ਮੁਕਾਮ ਤੇ ਪਹੁੰਚੇ ਹੈਗੇ। ਹਾਲੇ ਵੀ ਬਹੁਤ ਕੁਛ ਕਰਨ ਨੂੰ ਆ ਔਰ ਹਮੇਸ਼ਾ ਕਰਨਾ ਚਾਹੀਦਾ ਹੈਗਾ, ਹਮੇਸ਼ਾ ਆਵਾਜ਼ ਉਠਾਉਣੀ ਚਾਹੀਦੀ ਹੈਗੀ। ਹਮੇਸ਼ਾ ਆਪਣੇ ਜੇ ਅਸੀਂ ਆਵਾਜ਼ ਨਹੀਂ ਉਠਾਉਂਦੇ ਤਾਂ ਮੈਂ ਇਹ ਸਮਝਦਾ ਵੀ ਉਹ ਸਾਡਾ ਊਣਾਪਨ ਹੈ। ਅਸੀਂ ਮਤਲਬ ਆਪਣਾ ਜੋ ਮਨੁੱਖੀ ਸਾਡਾ ਮੰਤਵ ਹੈ ਅਸੀਂ ਉਹ ਤਾਂ ਥੋੜ੍ਹਾ ਜਿਹਾ ਥੱਲੇ ਹੈਗੇ। ਤਾਂ ਇਸ ਤਰ੍ਹਾਂ ਦਾ ਮਤਲਬ ਸਾਡਾ ਤਜਰਬਾ ਜੀ ਆਪਣੇ ਪਿਛਲੇ ਕੋਈ 55-56 ਸਾਲ ਤੋਂ ਬਹੁਤ ਕੁਛ ਦੇਖਿਆ, ਬਹੁਤ ਕੁਛ ਆਪਣੇ ਪਿੰਡੇ 'ਤੇ ਵੀ ਹੰਡਾਇਆ ਔਰ ਉਸ ਜੱਦੋਜਹਿਦ ਦੇ ਵਿੱਚ ਨਾ ਕਿ ਆਪਣੇ ਸਭ ਤਰ੍ਹਾਂ ਦੇ ਕੰਮ ਕੀਤੇ, ਮੁਜ਼ਾਹਰੇ ਵੀ ਕੀਤੇ, ਮੀਟਿੰਗਾਂ ਵੀ ਕੀਤੀਆਂ, ਸੈਮੀਨਾਰ ਵੀ ਕੀਤੇ ਔਰ ਸਮਝਣ ਦੀ ਵੀ ਕੋਸ਼ਿਸ਼ ਕੀਤੀ। ਔਰ ਖਾਸ ਕਰ ਕੈਨੇਡਾ ਦੀ ਜਿਹੜੀ ਧਰਤੀ ਹੈ, ਇੱਥੇ ਮੈਂ ਅੱਜ ਇਹ ਗੱਲ ਕਹਾਂਗਾ ਜਿਹੜੇ ਕੈਨੇਡਾ ਦੇ ਲੋਕ ਨੇ ਉਹ ਬਹੁਤ ਡੈਮੋਕ੍ਰੈਟਿਕ ਲੋਕ ਨੇ ਜੀ। ਔਰ ਜਿਹੜੀਆਂ ਸਰਕਾਰਾਂ ਦਾ ਲੋਕ ਦੋ ਵੱਖ-ਵੱਖ ਪਹਿਲੂ ਨੇ। ਅਸੀਂ ਉਹਨਾਂ ਨੂੰ ਇੱਕ ਰੱਸੇ ਨਾਲ ਨਹੀਂ ਬੰਨ੍ਹ ਸਕਦੇ। ਅਸੀਂ ਕਹਿੰਦੇ ਜੀ ਲੋਕ ਨਹੀਂ ਨਸਲੀ ਹੈਗੇ। ਲੋਕ ਜਿਹੜੇ ਨਾ ਕਿ ਆਪਣੇ ਬਹੁਤ ਡੈਮੋਕ੍ਰੈਟਿਕ ਹੈਗੇ। ਮੈਂ ਤਾਂ ਇਹ ਵੀ ਕਹਾਂਗਾ ਕਿ ਸਾਡੇ ਆਪਣੇ ਜੋ ਅੱਜ ਅਸੀਂ ਆਪਣੇ ਪਿਛਲੇ ਮੁਲਕ ਵਿੱਚ ਦੇਖਦੇ ਹੈਗੇ ਆ, ਹਾਲੇ ਉੱਥੇ ਜੇ ਕਿਸੇ ਬੰਦੇ ਨਾਲ ਕੋਈ ਵਧੀਕੀ ਹੁੰਦੀ ਆ, ਭਾਵੇਂ ਸ਼ਰੇ ਬਾਜ਼ਾਰ ਵਿੱਚ ਵਧੀਕੀ ਹੁੰਦੀ ਆ, ਉਹ ਸਾਰੇ ਬਾਜ਼ਾਰ ਵਿੱਚ ਉਹ ਬੰਦੇ ਕੋਲ ਦੀ ਲੰਘ ਜਾਣਗੇ। ਪਰ ਇੱਥੇ ਇਹ ਗੱਲ ਨਹੀਂ ਹੈ। ਇੱਥੇ ਤੁਸੀਂ ਕਿਸੇ ਜਾਨਵਰ ਨਾਲ ਵੀ ਮਤਲਬ ਸਾਡੀ ਕਾਰ ਥੱਲੇ ਆ ਜਾਂਦਾ ਤਾਂ ਜੇ ਤੁਸੀਂ ਉਹਦਾ ਧਿਆਨ ਨਹੀਂ ਦਿੰਦੇ ਤਾਂ ਲੋਕ ਕਹਿਣਗੇ ਤੁਸੀਂ ਪਿੱਛੇ ਮਤਲਬ ਦੇਖੋ ਜਾਨਵਰ ਦੇ ਸੱਟ ਮਾਰ ਕੇ ਆਏ, ਤੁਸੀਂ ਖੜੇ ਕਿਉਂ ਨਹੀਂ ਹੋਏ। ਤਾਂ ਇਹ ਇਹਨਾਂ ਦਾ ਪੜਾਅ ਆ, ਇਹਨਾਂ ਨੇ ਮਤਲਬ ਉਹ ਪੜਾਅ ਮਤਲਬ ਆਪਣਾ ਪੂਰਾ ਕਰ ਲਿਆ ਹੈਗਾ। ਤਾਂ ਇੱਕ ਪੱਧਰ ਪੈਦਾ ਕਰਤਾ ਜਿੱਥੇ ਜੇ ਤੋਂ ਥੱਲੇ ਇਹ ਜਿਹੜੇ ਲੋਕ ਕੈਨੇਡਾ ਦੇ ਲੋਕ ਹੈਗੇ ਆ ਉਹ ਚੀਜ਼ਾਂ ਨੂੰ ਐਕਸੈਪਟ ਨਹੀਂ ਕਰਦੇ। ਪਰ ਉਹਦੇ ਬਾਵਜੂਦ ਵੀ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਦੀਆਂ ਤਾਂ ਨੀਤੀਆਂ ਹੁੰਦੀਆਂ ਵੀ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਲੋਕਾਂ ਨੂੰ ਨਾ ਕਿ ਆਪਣੇ ਉਲਝਾਉਣਾ ਕਿਸੇ ਗੱਲ ਦੇ ਵਿੱਚ। ਪਰ ਜਿਹੜੇ ਲੋਕ ਜਾਗਰੂਕ ਲੋਕ ਨੇ, ਜਿਹੜੇ ਸਮਾਜ ਸੇਵੀ ਨੇ, ਜਿਹੜੇ ਲੋਕ ਚਿੰਤਨ ਕਰਦੇ ਨੇ, ਉਹ ਹਮੇਸ਼ਾ ਹੀ ਮਨੁੱਖੀ ਹੱਕਾਂ ਦੇ ਲਈ ਜਿੱਥੇ ਵੀ ਮਨੁੱਖ ਨਾਲ ਕਿਸੇ ਨਾਲ ਕੋਈ ਵੱਧ ਘੱਟ ਗੱਲ ਹੁੰਦੀ ਤਾਂ ਉੱਥੇ ਆਪਣੀ ਆਵਾਜ਼ ਉਠਾਉਂਦੇ ਜੀ। ਇਸ ਸਿਸਟਮ ਨੂੰ ਤੁਸੀਂ ਜਿੰਨਾ ਕੁ ਜਾਣ ਚੁੱਕੇ ਹੋ, 47 ਸਾਲ ਦਾ ਆਲਰੇਡੀ ਤੁਹਾਡਾ ਤਜਰਬਾ ਜਿਹੜਾ ਰਿਹਾ ਹੈ, ਤਾਂ ਇਹਦੇ ਵਿੱਚ ਕਿਹੜੀਆਂ ਹੋਰ ਤੁਹਾਨੂੰ ਖਾਮੀਆਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਵੱਲ ਸ਼ਾਇਦ ਕਦੀ ਸਾਡਾ ਧਿਆਨ ਨਹੀਂ ਜਾ ਪਾਉਂਦਾ, ਜਾਂ ਫਿਰ ਇਹ ਕਹਿ ਲਓ ਵੀ ਧਿਆਨ ਦੇ ਕੇ ਵੀ ਅਸੀਂ ਸ਼ਾਇਦ ਉਹਦੇ ਬਾਰੇ ਬੋਲਣਾ ਨਹੀਂ ਚਾਹੁੰਦੇ? ਕਿਉਂਕਿ ਜੋ ਤਸਵੀਰ ਸਾਡੇ ਅੰਦਰ ਕੈਨੇਡੀਅਨ ਸਿਸਟਮ ਨੂੰ ਲੈ ਕੇ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਇੱਕ ਵਧੀਆ ਹੁੰਦੀਆਂ, ਉਹ ਨੋ ਡਾਊਟ ਬਹੁਤ ਸਾਰੀਆਂ ਵਧੀਆ ਚੀਜ਼ਾਂ ਹੈ ਵੀ ਆ, ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਬਹੁਤ ਸੋਹਣੇ ਸਿਸਟਮ 'ਚ ਅਸੀਂ ਰਹਿ ਰਹੇ ਹਾਂ, ਪਰ ਕੁਝ ਕਮੀਆਂ ਹਮੇਸ਼ਾ ਹਰ ਸਿਸਟਮ ਦੇ ਵਿੱਚ ਥੋੜ੍ਹੀਆਂ ਹੁੰਦੀਆਂ ਹੀ ਨੇ। ਪਰ ਸਾਨੂੰ ਉਹਨਾਂ ਬਾਰੇ ਕਈ ਵਾਰੀ ਪਤਾ ਨਹੀਂ ਹੁੰਦਾ। ਹੁਣ ਬਹੁਤ ਸਾਰੀ ਨਵੀਂ ਜਨਰੇਸ਼ਨ ਆ ਰਹੀ ਹੈ ਭੁਪਿੰਦਰ ਜੀ, ਜਿਹੜੇ ਹੋ ਸਕਦਾ ਵੀ ਤੁਹਾਡੇ ਵਰਗੇ ਜਿਹੜੇ ਤਜਰਬੇਕਾਰ ਲੋਕ ਨੇ ਉਹਨਾਂ ਨੂੰ ਚੀਜ਼ਾਂ ਉਹ ਸਿੱਖਣ ਨੂੰ ਦੇਖਣ ਨੂੰ ਮਿਲ ਸਕਣ ਤਾਂ ਉਹਨਾਂ ਵੱਲੋਂ ਗੌਰ ਵੀ ਕਰ ਸਕਣ ਤੇ ਉਹਨਾਂ ਬਾਰੇ ਬੋਲ ਵੀ ਸਕਣ, ਗੱਲ ਵੀ ਕਰ ਸਕਣ ਤੇ ਉਹਨਾਂ ਨੂੰ ਠੀਕ ਵੀ ਕਰ ਸਕਣ। ਸੋ ਮੈਂ ਪਲੀਜ਼ ਉਹ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਉਹ ਕਿਹੜੀਆਂ ਚੀਜ਼ਾਂ ਨੇ। ਦੇਖੋ ਸ਼ਾਇਦ ਜੀ, ਜਦੋਂ ਜਿਹੜੇ ਅੱਜ ਕੱਲ੍ਹ ਐਡਾ ਵੱਡੀ ਪੱਧਰ 'ਤੇ ਸਾਡੇ ਬੱਚੇ ਮਤਲਬ ਇੱਥੇ ਆ ਰਹੇ ਨੇ ਔਰ ਬਹੁਤ ਮੋਟੀਆਂ ਰਕਮਾਂ ਦਿੰਦੇ ਨੇ ਔਰ ਉਹਨਾਂ ਦਾ ਸ਼ੋਸ਼ਣ ਜਿਹੜਾ ਹੈਗਾ, ਉਹਨਾਂ ਦੀ ਐਕਸਪਲੋਇਟੇਸ਼ਨ ਜਿਹੜੀ ਹੈਗੀ ਜਦੋਂ ਘਰ ਤੋਂ ਚੱਲਦੇ ਨੇ ਉੱਤੋਂ ਸ਼ੁਰੂ ਹੋ ਜਾਂਦੇ ਨੇ। ਆਈਲੈਟ ਕਰੋ ਜੀ, ਹੈ ਜੀ, ਇਸ ਤਰ੍ਹਾਂ ਕਰੋ ਜੀ। ਪਹਿਲੀ ਗੱਲ ਤਾਂ ਜਿਹੜਾ ਉਹਨਾਂ ਦੀ ਮਾਨਸਿਕਤਾ 'ਤੇ ਪਹਿਲਾਂ ਹੀ ਮਤਲਬ ਇੱਕ ਇਸ ਤਰ੍ਹਾਂ ਦਾ ਉਹ ਮਤਲਬ ਇੱਕ ਹਮਲਾ ਕਰਦੇ ਨੇ ਕਿ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਮਤਲਬ ਆਉਂਦੀ ਤਾਂ ਫਿਰ ਤੁਸੀਂ ਮਤਲਬ ਉੱਥੇ ਜਾ ਕੇ ਕਾਮਯਾਬ ਨਹੀਂ ਹੋ ਸਕਦੇ, ਹੈ ਜੀ। ਤਾਂ ਉਹ ਤੋਂ ਬਾਅਦ ਜਦੋਂ ਫਿਰ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਪਤਾ ਨਹੀਂ ਕੈਨੇਡਾ ਦੇ ਵਿੱਚ ਕਿਹੜੀ ਚੀਜ਼ ਹੈਗੀ ਇਹਨਾਂ ਦੀ ਆਪਣੇ, ਤਾਂ ਉਸ ਕਈ ਵਾਰ ਜਿਹੜੇ ਸਾਡੇ ਬੱਚੇ ਨੌਜਵਾਨ ਹੈਗੇ ਆ ਉਹ ਆਪਣੀ ਜਿਹੜੀ ਖੁਦਦਾਰੀ ਹੈਗੀ ਆ, ਜਿਹੜੀ ਸੈਲਫ ਰਿਸਪੈਕਟ ਹੈਗੀ ਆ ਉਹ ਖੋ ਬਹਿੰਦੇ ਹੈਗੇ।
ਤਾਂ ਉਹ ਜਦੋਂ ਫਿਰ ਇੱਥੇ ਆਉਂਦੇ ਆ ਤਾਂ ਇੱਥੇ ਉਹਨਾਂ ਦਾ ਫਿਰ ਹੋਰ ਸ਼ੋਸ਼ਣ ਸ਼ੁਰੂ ਹੁੰਦਾ। ਇੱਕ ਤਾਂ ਮੋਟੀਆਂ ਫੀਸਾਂ ਦੇਣੀਆਂ ਹੁੰਦੀਆਂ, ਇੱਕ ਮਤਲਬ ਫਿਰ ਉਹ ਫੀਸਾਂ ਨੂੰ ਦੀ ਭਰਪਾਈ ਕਰਨ ਦੇ ਲਈ ਗਿਆ ਉਹਨਾਂ ਨੂੰ ਜਿਸ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹੈਗੇ ਆ, ਉਸ ਤਰ੍ਹਾਂ ਦਾ ਉਹਦੀ ਮਾਨਸਿਕਤਾ ਬਹੁਤ ਥੱਲੇ ਚਲ ਜਾਂਦੀ ਹੈਗੀ ਆ। ਇਹ ਮੇਰੇ ਖਿਆਲ 'ਚ ਗੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਨਾਂ ਨੂੰ ਜਦੋਂ ਕੋਈ ਵਿਦਿਆਰਥੀ ਜਾਂ ਕਿਸੇ ਵੀ ਰੂਪ ਵਿੱਚ ਇੱਥੇ ਮਤਲਬ ਲੋਕ ਆਉਂਦੇ ਨੇ ਤਾਂ ਇਹ ਸਿਸਟਮ ਦੀ ਜ਼ਿੰਮੇਵਾਰੀ ਹੈਗੀ ਆ ਕਿ ਉਹਨਾਂ ਨੂੰ ਬਹੁਤ ਰਿਸਪੈਕਟੇਬਲ ਇਨਵਾਇਰਨਮੈਂਟ ਦਿੱਤਾ ਜਾਵੇ। ਤਾਂ ਜਿਹੜਾ ਕਿ ਮੇਰਾ ਮੰਨਣਾ ਵੀ ਉਹ ਨਹੀਂ ਮਿਲਦਾ। ਮੈਂ ਦੇਖਦਾ ਜਦੋਂ ਸਟੋਰਾਂ ਜਾਂਦਾ ਸਾਡੇ ਬੱਚੇ ਨੂੰ ਕਿ ਉੱਥੇ ਮਤਲਬ ਕਿਸ ਤਰ੍ਹਾਂ ਕੰਮ ਕਰਦੇ, ਕਿਸ ਤਰ੍ਹਾਂ ਉਹਨਾਂ ਦਾ ਟਰੀਟਮੈਂਟ ਹੁੰਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹ ਸ਼ਰੇਆਮ ਮਤਲਬ ਜਦੋਂ ਜੇ ਤਾਂ ਅਸੀਂ ਆਪਣੇ ਪਿਛਲੇ ਮੁਲਕ ਨਾਲ ਮਤਲਬ ਉਹਨੂੰ ਕੰਪੇਅਰ ਕਰੀਏ ਤਾਂ ਸਾਨੂੰ ਹੋ ਸਕਦਾ ਅਸੀਂ ਕਹਿੰਦੇ ਜੀ ਉੱਥੇ ਨਾਲੋਂ ਤਾਂ ਵਧੀਆ ਹੀ ਆ। ਅਸੀਂ ਇੱਥੇ ਕੰਪੈਰੀਜ਼ਨ ਨਹੀਂ ਕਰ ਰਹੇ। ਹਾਂਜੀ, ਅਸੀਂ ਕਹਿੰਦੇ ਵੀ ਕੀ ਹੋਣਾ ਚਾਹੀਦਾ ਉਹਦੀ ਗੱਲਬਾਤ ਕਰਦੇ ਹੈਗੇ ਆ। ਜਦੋਂ ਅਸੀਂ ਇੱਥੇ ਆਉਂਦੇ ਹਾਂ ਕਿ ਇੱਥੇ ਸਿਸਟਮ ਨੇ ਜੇ ਸਾਨੂੰ ਮਤਲਬ ਉੱਥੋਂ ਬੁਲਾਇਆ ਤਾਂ ਸਾਡੇ ਜਿਹੜੇ ਹੱਕ ਵੀ ਨਾਲ ਹੈਗੇ ਨਾ ਕਿ ਆਪਣੇ ਉਹਨਾਂ ਦੀ ਵੀ ਰਾਖੀ ਕਰਨੀ ਇੱਥੇ ਦੇ ਸਿਸਟਮ ਦੀ ਜ਼ਿੰਮੇਵਾਰੀ ਬਣਦੀ ਹੈਗੀ। ਤਾਂ ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਵੀ ਜਿਹੜੇ ਲੋਕ ਔਰ ਜਿਹੜੀ ਸਰਕਾਰਾਂ ਨੇ ਨਾ ਕਿ ਆਪਣੇ ਉਹਨਾਂ ਦਾ ਕਿਸ ਤਰ੍ਹਾਂ ਜਿਹੜੇ ਹੁਣ ਜਿਹੜੇ ਸਾਡੇ ਇਲੈਕਟਿਡ ਰਿਪਰੈਜ਼ੈਂਟੇਟਿਵ ਹੈਗੇ ਆ ਹਾਂਜੀ, ਤਾਂ ਚਲੋ ਹੁਣ ਤਾਂ ਅੱਜ ਸੂਬੇ ਦੀਆਂ ਸਰਕਾਰਾਂ ਦੇ ਵਿੱਚ ਵੀ ਜਾਂ ਫੈਡਰਲ ਗਵਰਨਮੈਂਟ ਦੇ ਵਿੱਚ ਵੀ ਸਾਡੇ ਭਾਈਚਾਰੇ 'ਚ ਬਹੁਤ ਬੰਦੇ ਹੈਗੇ ਜਿਹੜੇ ਉੱਥੇ ਹਿੱਸਾ ਲੈਂਦੇ ਹੈਗੇ। ਪਰ ਮੈਂ ਉਹ ਸਮਾਂ ਵੀ ਦੇਖਿਆ ਕਿ ਜਦੋਂ ਮਤਲਬ ਇਹਨਾਂ ਲੋਕਾਂ ਨੇ ਇਹਨਾਂ ਰਿਪਰੈਜ਼ੈਂਟੇਟਿਵਜ਼ ਨੇ ਨਾ ਕਿਹਾ ਉਦੋਂ ਤਾਂ ਸਾਡੇ ਰਿਪਰੈਜ਼ੈਂਟੇਟਿਵ ਹੁੰਦੇ ਨਾ ਸੀਗੇ, ਤਾਂ ਇਹਨਾਂ ਨੇ ਸਾਡੇ ਪਹਿਰਾਵੇ 'ਤੇ ਵੀ, ਸਾਡੀ ਖੁਰਾਕ 'ਤੇ ਵੀ, ਸਾਡੇ ਰਹਿਣ ਸਹਿਣ 'ਤੇ ਬਹੁਤ ਹੀ ਮਤਲਬ ਘਿਨਾਉਣੇ ਹਮਲੇ ਕੀਤੇ। ਔਰ ਮੈਂ ਜਦੋਂ ਅੱਜ ਦੇਖਦਾ ਨਾ ਕਿ ਆਪਣੇ ਉਹ ਸਾਡੇ ਮੇਲਿਆਂ ਮਸਾਇਬਾਂ 'ਚ ਸਾਡੀਆਂ ਖੁਰਾਕ ਆਪਣੇ ਪੁਸ਼ਾਕਾਂ ਪਾ ਕੇ ਵੀ ਆਉਂਦੇ ਨੇ, ਸਾਡੇ ਖਾਣੇ ਵੀ ਖਾਂਦੇ ਨੇ। ਤਾਂ ਮਤਲਬ ਇਹ ਮੈਨੂੰ ਕਈ ਵਾਰ ਲੱਗਦਾ ਵੀ ਕਿਉਂਕਿ ਮੈਂ ਇਹਨਾਂ ਲੋਕਾਂ ਨੂੰ ਆਪਣੇ ਜੋ ਇਹ ਰਾਜਨੀਤੀ ਵਿੱਚ ਬੰਦੇ ਹਿੱਸਾ ਲੈਂਦੇ ਬੜੀ ਨੇੜਿਓਂ ਦੇਖਦਾ, ਤਾਂ ਮੇਰੇ ਕਿਸ ਤਰ੍ਹਾਂ ਮਤਲਬ ਕਿ ਆਮ ਬੰਦਾ ਇਹਨਾਂ ਨੂੰ ਸਮਝ ਨਹੀਂ ਸਕਦਾ। ਉਹ ਇਹੀ ਸਮਝਦਾ ਵੀ ਸ਼ਾਇਦ ਇਹ ਹੁਣ ਸਾਡੀ ਜੇ ਪੁਸ਼ਾਕ ਪਾ ਕੇ ਆ ਗਿਆ ਤਾਂ ਪਤਾ ਨਹੀਂ ਇਹ ਸਾਡੇ ਹੀ ਹੈਗੇ ਆ, ਕਿਉਂਕਿ ਇਸ ਸਮੇਂ ਦੇ ਨਾਲ ਲੋਕ ਆਪਣੇ ਮਤਲਬ ਇਹਨਾਂ ਨੇ ਲੋਕਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਇਲੂਜਨ 'ਚ ਭੁਲੇਖੇ 'ਚ ਰੱਖਣਾ ਹੁੰਦਾ ਹੈਗਾ। ਪਰ ਜਿਹੜੀ ਇਹਨਾਂ ਦੀਆਂ ਨੀਤੀਆਂ ਹੈਗੀਆਂ ਮੈਂ ਇਹ ਸਮਝਦਾ ਕੋਈ ਲੈਵਲ ਨੀਤੀਆਂ ਨਹੀਂ ਹੈਗੀਆਂ ਕਿ ਜੇ ਅਸੀਂ ਇੱਥੇ ਦੇ ਜਿਹੜੇ ਮੂਲ ਵਾਸੀ ਆ, ਜਿਹੜੇ ਆਦਿਵਾਸੀ ਆ, ਜੇ ਅਸੀਂ ਉਹਨਾਂ ਵੱਲ ਨੂੰ ਨਿਗਾਹ ਮਾਰੀਏ ਜਿਨ੍ਹਾਂ ਦੇ ਘਰ ਦੇ ਵਿੱਚ, ਜਿਨ੍ਹਾਂ ਦੇ ਦੇਸ਼ ਦੇ ਵਿੱਚ ਅਸੀਂ ਆਏ ਆ, ਉਹਨਾਂ ਨਾਲ ਕੀ ਵਿਵਹਾਰ ਹੁੰਦਾ। ਅਸੀਂ ਤਾਂ ਫੇਰ ਵੀ ਕਿਸੇ ਹੋਰ ਮੁਲਕ ਤੋਂ ਆਏ ਹੈਗੇ, ਤਾਂ ਤੁਸੀਂ ਉਹ ਇੱਕ ਗੇਜ ਹੈ, ਉਸ ਗੇਜ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਜਿਹੜੀਆਂ ਇੱਥੇ ਦੀ ਸਰਕਾਰ ਦੀਆਂ ਪਾਲਿਸੀਆਂ ਹੈਗੀਆਂ ਨਾ ਉਹ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਹੈਗੀਆਂ। ਸੋ ਮੇਰਾ ਜਦੋਂ ਕਹਿਣ ਦਾ ਮਤਲਬ ਇਹ ਨਹੀਂ ਕਿ ਹਰ ਚੀਜ਼ ਮੈਂ ਕਹਾਂ ਜੀ ਸਾਰੀ ਚੀਜ਼ ਮੈਂ ਇੱਥੇ ਨਿੰਦਣ ਲਈ ਆਇਆ ਜਾਂ ਨਿੰਦਣ ਲਈ, ਇਹ ਨਹੀਂ ਹੈ। ਸਾਨੂੰ ਇਹਨਾਂ ਗੱਲਾਂ ਲਈ ਜਾਗਰੂਕ ਹੋਣਾ ਚਾਹੀਦਾ ਹੈਗਾ। ਸਾਡਾ ਜਿਹੜਾ ਆਪਣਾ ਪਿਛੋਕੜ ਆ, ਜਿਸ ਮੁਲਕ 'ਚੋਂ ਅਸੀਂ ਆਏ ਹੈ, ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਅਸੀਂ ਜਦੋਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤਾਂ ਨਾਲ ਸਾਡਾ ਇਹ ਫਰਜ਼ ਆ ਕਿ ਅਸੀਂ ਉਹਨਾਂ ਲੋਕਾਂ ਨਾਲ ਵੀ ਦੇਖੀਏ ਜਿੱਦਾਂ ਦੇ ਦੇਸ਼ ਵਿੱਚ ਅਸੀਂ ਆਏ ਹਾਂ ਵੀ ਉਹਨਾਂ ਨਾਲ ਦੁਰਵਿਵਹਾਰ ਕਿਉਂ ਹੁੰਦਾ, ਉਹਨਾਂ ਨੂੰ ਕਿਉਂ ਨਾ ਕਿ ਇੱਕ ਘਟੀਆ ਨਾਗਰਿਕ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾਂਦਾ ਹੈਗਾ। ਕਿਉਂ ਉਹਨਾਂ ਨੂੰ ਨਾ ਕਿ ਇੰਨਾ ਦਬਾਇਆ ਜਾ ਸਕਦਾ ਹੈ। ਪਿਛਲੇ ਸਾਲਾਂ ਦੇ ਵਿੱਚ ਬਹੁਤ ਕੁਝ ਸਾਹਮਣੇ ਆਇਆ ਹੈਗਾ ਔਰ ਸਰਕਾਰਾਂ ਨੇ ਮਾਫੀ ਵੀ ਮੰਗੀ ਹੈਗੀ। ਜਦੋਂ ਕੋਈ ਚੀਜ਼ ਸਾਹਮਣੇ ਆਉਂਦੀ ਹੈ ਫਿਰ ਇਹਨਾਂ ਦੀ ਇੱਕ ਇੱਦਾਂ ਗੱਲ ਹੈ ਇਹ ਮਾਫੀ ਮੰਗਦੇ ਹੈਗੇ ਆ ਵੀ ਜੀ ਉਹ ਸਾਤੋਂ ਗਲਤੀ ਹੋ ਗਈ ਜੀ ਅਸੀਂ ਕਾਮਾਗਾਟਾ ਮਾਰੂ ਦੀ ਗੱਲ ਹੋਈ ਅਸੀਂ ਜੀ ਮਾਫੀ ਮੰਗ ਲੈਂਦੇ ਆ। ਜੇ ਜਾਪਾਨੀਆਂ ਦਾ ਕੋਈ ਮਤਲਬ ਐਪੀਸੋਡ ਹੋਇਆ ਨੋਕੀ ਆਪਣੇ ਅਸੀਂ ਜੀ ਸਾਤੋਂ ਮਾਫੀ ਮੰਗਦੇ ਹੈਗੇ ਆ। ਪਰ ਇੱਥੇ ਮਾਫੀ ਦਾ ਨਹੀਂ ਗੱਲ ਛੁੱਟਦੀ, ਇੱਥੇ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਕਿਉਂ ਆ, ਕਿਉਂ ਇਸ ਤਰ੍ਹਾਂ ਦੀਆਂ ਭੁੱਲਾਂ ਕਿਉਂ ਕਰਦੇ, ਕਿਉਂ ਅਸੀਂ ਇਨਸਾਨ ਨੂੰ ਇਨਸਾਨ ਕਿਉਂ ਨਹੀਂ ਸਮਝਦੇ। ਦੂਸਰੀ ਗੱਲ ਇੱਥੇ ਮਤਲਬ ਆਪਣਾ ਵੀ ਭਾਈਚਾਰੇ ਦੀ ਜੇ ਗੱਲ ਕਰੀਏ, ਦੇਖੋ ਜਦੋਂ ਜਿੰਨੇ ਆਪਾਂ ਵਿਅਕਤੀ ਆ, ਜਿੰਨੇ ਵੀ ਆਪਾਂ ਲੋਕ ਹੈਗੇ ਨਾ ਕਿ ਖਿਆਲਾਂ ਦਾ ਵਖਰੇਵਾ ਹੋਣਾ ਇਹ ਸੁਭਾਵਿਕ ਗੱਲ ਆ। ਹਾਂ ਬਿਲਕੁਲ। ਪਰ ਖਿਆਲਾਂ ਨੂੰ ਸਾਨੂੰ ਇੱਕ ਵੰਡ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ ਕਿ ਜੇ ਮੇਰੇ ਖਿਆਲ ਕਿਸੇ ਨਾਲ ਨਹੀਂ ਮਿਲਦੇ ਮੈਂ ਕਹਿੰਦਾ ਜੀ ਉਹ ਤਾਂ ਮੇਰੇ ਖਿਲਾਫ ਹੈਗਾ। ਨਹੀਂ, ਇਸ ਤਰ੍ਹਾਂ ਨਹੀਂ, ਕਿਉਂਕਿ ਖਿਆਲਾਂ ਦੇ ਮੰਥਨ ਦੇ ਵਿੱਚੋਂ ਹੀ ਅਸੀਂ ਕੋਈ ਚੰਗੀ ਚੀਜ਼ ਨੂੰ ਕੱਢ ਕੇ ਮੂਹਰੇ ਲੈ ਕੇ ਆਉਣਾ ਹੈਗਾ, ਜਿਹਨੂੰ ਅਸੀਂ ਆਪਣੀ ਬੋਲੀ ਵਿੱਚ ਫਰਾਖ ਦਿਲੀ ਕਹਿੰਦੇ ਹੈਗੇ ਆ। ਅਸੀਂ ਫਰਾਖ ਦਿਲੀ ਕੋਈ ਇੱਕ ਸ਼ਬਦ ਨਹੀਂ ਹੈ, ਇਹ ਸਾਡੀ ਜਿਹੜੀ ਪ੍ਰੈਕਟਿਸ ਹੈਗੀ ਆ ਉਹਦੇ ਵਿੱਚ ਸਾਡੀ ਫਰਾਖ ਦਿਲੀ ਹੋਣੀ ਚਾਹੀਦੀ ਹੈ। ਗੁਰਬਾਣੀ ਵਿੱਚ ਸਾਡੀ ਗੁਰਬਾਣੀ ਕਹਿੰਦੀ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ। ਅਸੀਂ ਹਰ ਜਿਹੜੀ ਚੀਜ਼ ਹੈਗੀ ਆ ਆਪਣੇ ਮਤਲਬ ਉਹਨੂੰ ਅਸੀਂ ਆਪਣੀ ਡਿਸਕਸ਼ਨ ਰਾਹੀਂ ਕਿਸੇ ਤੋਂ ਕੁਝ ਸਮਝਣਾ ਆ,
ਔਰ ਸਮਝ ਕੇ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਆਪਣਾ ਹਿੱਸਾ ਪਾਉਣਾ। ਜੀ ਭੁਪਿੰਦਰ ਜੀ, ਇੱਥੇ ਤੁਸੀਂ ਜ਼ਿਕਰ ਕੀਤਾ ਸਟੂਡੈਂਟਸ ਦਾ ਸਪੈਸ਼ਲੀ ਆਇਲਸ ਨੂੰ ਜੇ ਆਪਾਂ ਇੱਕ ਸਾਈਡ ਤੇ ਛੱਡ ਦਈਏ ਥੋੜੀ ਦੇਰ ਲਈ, ਆਇਲਸ ਵਾਲਾ ਚਲੋ ਇਸ਼ੂ ਹਮੇਸ਼ਾ ਰਿਹਾ, ਉਹਦੇ ਤੇ ਹਮੇਸ਼ਾ ਸਮੇਂ-ਸਮੇਂ ਤੇ ਗੱਲ ਵੀ ਕੀਤੀ ਹੈ। ਹਾਲਾਂਕਿ ਕੈਨੇਡੀਅਨ ਗਵਰਨਮੈਂਟ ਨੇ ਹੁਣ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹਦੇ ਮੁਤਾਬਕ ਉਹਨਾਂ ਨੇ ਆਇਲਸ ਦੇ ਵਿੱਚ ਈਜ਼ ਦਿੱਤੀ ਹੈ, ਕੋਈ ਢਿੱਲ ਦਿੱਤੀ ਹੈ ਕਿ ਪੁਆਇੰਟਸ ਜਿਹੜੇ ਉਹ ਘੱਟ ਤੇ ਵੀ ਲੋਕਾਂ ਨੂੰ ਪੀਆਰ ਕਰੋ, ਪੱਕੇ ਕਰਾਂਗੇ ਅਸੀਂ। ਹੁਣ ਤੁਸੀਂ ਇੰਡੀਆ ਦਾ ਸਫ਼ਰ ਦੱਸਿਆ ਵੀ ਉੱਥੋਂ ਹੀ ਉਹਨਾਂ ਦੇ ਉੱਤੇ ਇੱਕ ਦਿਮਾਗੀ ਮਾਨਸਿਕ ਜਿਹੜੀ ਹੈ ਟੈਨਸ਼ਨ ਪੈਣੀ ਸ਼ੁਰੂ ਹੋ ਜਾਂਦੀ ਵੀ ਆਇਲਸ ਦੇ ਬੈਂਡ ਪੂਰੇ ਕਰਨੇ ਆ। ਉਹ ਟੈਨਸ਼ਨ ਹੈ ਨੋ ਡਾਊਟ, ਬਟ ਜਦੋਂ ਸਟੂਡੈਂਟ ਇੱਥੇ ਆਉਂਦੇ ਨੇ, ਬੇਸ਼ੱਕ ਮੋਟੀਆਂ ਫੀਸਾਂ ਲਗਾ ਕੇ ਉਹ ਆ ਰਹੇ ਨੇ, ਸਟੂਡੈਂਟਸ ਕਹਿੰਦੇ ਨੇ ਕਿ ਅਸੀਂ ਕੈਨੇਡੀਅਨ ਜ਼ਿੰਦਗੀ ਨੂੰ ਪਸੰਦ ਕਰ ਰਹੇ ਹਾਂ। ਮਤਲਬ ਉਹਨਾਂ ਨੂੰ ਲੱਗਦਾ ਵੀ ਕੈਨੇਡੀਅਨ ਸਿਸਟਮ ਨੇ ਜੇ ਸਾਡੀ ਪੜ੍ਹਾਈ ਦੇ ਉੱਤੇ ਜੇ ਖਰਚਾ ਸਾਡਾ ਹੋ ਵੀ ਰਿਹਾ ਤਾਂ ਸਾਨੂੰ ਕੰਮ ਕਰਨ ਦੀ ਲਾਇਬਿਲਿਟੀ ਜਿਹੜੀ ਉਹ ਵੀ ਮਿਲੀ ਹੈ, ਘੰਟਿਆਂ ਦੇ ਹਿਸਾਬ ਦੇ ਨਾਲ ਸਾਨੂੰ ਜਿਹੜਾ ਉਹ ਪੈਸੇ ਮਿਲਦੇ ਨੇ, ਅਸੀਂ ਕਮਾ ਲੈਂਦੇ। ਤੇ ਕੰਮ ਚਾਹੇ ਉਹ ਸਟੋਰਾਂ 'ਚ ਕਰਦੇ ਨੇ ਜਾਂ ਕਿਤੇ, ਮੇਰੇ ਖਿਆਲ ਦੇ ਵਿੱਚ ਇੱਥੇ ਕੰਮ ਛੋਟੇ ਵੱਡੇ ਵਾਲੀ ਤਾਂ ਕੋਈ ਹੈ ਹੀ ਨਹੀਂ ਹੈ, ਜਿਹਨੂੰ ਜਿੱਥੇ ਸੂਟੇਬਲ ਲੱਗਦਾ ਉਹ ਵਿਦਿਆਰਥੀ ਉੱਥੇ ਕਰ ਰਿਹਾ। ਵੱਡੀ ਤੋਂ ਵੱਡੀ ਪੋਸਟ ਵੀ ਜਿਹੜੀ ਪਈ ਆ ਉੱਥੇ ਵੀ ਸਟੂਡੈਂਟਸ ਜਿਹੜੇ ਨੇ ਕੰਮ ਕਰਦੇ ਨੇ, ਤੇ ਜਿਹੜੀਆਂ ਹੋਰ ਲੈਵਲ ਦੀਆਂ ਨੇ ਉੱਥੇ ਵੀ ਸਾਰੇ ਕਰ ਰਹੇ ਨੇ। ਮਤਲਬ ਮਕਸਦ ਇਹ ਵੀ ਜਿੱਥੇ ਉਹਨਾਂ ਨੂੰ ਕੰਮ ਮਿਲ ਰਿਹਾ, ਜਿੱਥੇ ਸਟੂਡੈਂਟ ਆਪ ਚਾਹੁੰਦੇ ਨੇ ਉੱਥੇ ਉਹ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਹੁਣ ਜੋ ਸਾਨੂੰ ਤਸਵੀਰ ਜੋ ਦਿਖੀ ਹੈ ਔਰ ਜੋ ਅਸੀਂ ਸਟੂਡੈਂਟਸ ਨਾਲ ਗੱਲ ਕਰਦੇ ਹਾਂ, ਨੋ ਡਾਊਟ ਸਟੂਡੈਂਟਸ ਦੀ ਇੱਕ ਸ਼ਿਕਾਇਤ ਜ਼ਰੂਰ ਅਸੀਂ ਹਮੇਸ਼ਾ ਜਿਹੜੀ ਸਾਡੇ ਸ਼ੋਅ ਦੇ ਵਿੱਚ ਵੀ ਜਦੋਂ ਆਉਂਦੇ ਨੇ ਇੱਕ ਸ਼ਿਕਾਇਤ ਉਹ ਜ਼ਰੂਰ ਕਰਦੇ ਨੇ ਵੀ ਪੁਰਾਣੇ ਆ ਜਿਹੜੇ ਲੋਕ ਨੇ ਉਹ ਸਾਨੂੰ ਪਸੰਦ ਨਹੀਂ ਇੰਨਾ ਕਰਦੇ, ਵੀ ਸਾਡੇ ਵਿੱਚ ਇੱਕ ਡਿਫਰੈਂਸ ਹੈਗਾ ਵੀ ਉਹ ਮੇਬੀ ਉਹ ਸਾਡੇ ਲਈ ਸੋਚ ਕੁਛ ਅਲੱਗ ਰੱਖਦੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਮੇਬੀ ਜਦੋਂ ਅਸੀਂ ਆਏ ਹਾਂ ਤੇ ਉਹਨਾਂ ਦੇ ਵੱਟੀ ਜਦੋਂ ਮਾਹੌਲ ਸੀਗਾ ਉਹ ਸੀਗਾ ਸ਼ਾਇਦ ਬੇਰੀਆਂ ਤੋੜਨਾ ਜਾਂ ਇਦਾਂ ਦਾ ਮਾਹੌਲ ਸੀ। ਤੁਸੀਂ ਵੀ ਉਹ ਦੇਖਿਆ ਹੈ ਨਾ, ਪੁਰਾਣਾ ਮਾਹੌਲ ਜਿਹੜਾ ਉਹ ਇਦਾਂ ਦਾ ਸ਼ਾਇਦ ਸ਼ੁਰੂਆਤ ਹੋਈ ਸੀ। ਪਰ ਜਿਹੜੀ ਹੁਣ ਦੀ ਜਨਰੇਸ਼ਨ ਆ ਰਹੀ ਹੈ, ਪੜ੍ਹੇ ਲਿਖੇ ਮਾਹੌਲ 'ਚੋਂ ਆ ਰਹੀ ਹੈ, +2 ਕਰਕੇ ਸਟੂਡੈਂਟਸ ਜਦੋਂ ਆਉਂਦੇ ਨੇ ਤਾਂ ਉਹ ਇੱਥੇ ਵੀ ਸਟੱਡੀ ਕਰਦੇ ਨੇ। ਜੋ ਸਟੱਡੀ ਕਰਦੇ ਨੇ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਕੋਲ ਸਿਰਫ ਇੱਕੋ ਵਿਕਲਪ ਹੈ ਕਿ ਉਹ ਬੇਰੀਆਂ ਚੁਣਨ ਜਾਂ ਇੱਦਾਂ ਦੀ ਉਹ ਕਰਨ ਤਾਂ ਹੀ ਪੁਰਾਣੇ ਲੋਕ ਖੁਸ਼ ਹੋਣਗੇ। ਸੋ ਪੁਰਾਣੇ ਲੋਕਾਂ ਤੋਂ ਵੀ ਮੈਂ ਕਈ ਚੀਜ਼ਾਂ ਸੁਣੀਆਂ, ਉਹ ਕਹਿੰਦੇ ਨੇ ਕਿ ਇਹਨਾਂ ਦਾ ਐਟੀਟਿਊਡ ਖਰਾਬ ਹੈ ਵਿਦਿਆਰਥੀਆਂ ਦਾ, ਇਹ ਸਾਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦੇ ਹੈ ਨਾ, ਇਹਨਾਂ ਨੂੰ ਗੱਲ ਕਰਨ ਦੀ ਅਕਲ ਨਹੀਂ ਹੈ, ਇਹਨਾਂ ਦਾ ਜਿਹੜਾ ਸਾਨੂੰ ਸਰਵ ਕਰਨ ਦਾ ਜਿਹੜਾ ਤਰੀਕਾ ਹੈ ਉਹ ਵੀ ਠੀਕ ਨਹੀਂ ਹੁੰਦਾ। ਸੋ ਇਹ ਜਿਹੜਾ ਮਨਮੁਟਾਵ ਇਹ ਮੈਂ ਜ਼ਰੂਰ ਦੇਖਿਆ ਹੈ ਨਾ, ਇਹਨੂੰ ਮੈਂ ਸਿਸਟਮ ਦੇ ਵਿੱਚ ਨਹੀਂ ਲੈ ਕੇ ਜਾਵਾਂਗੀ, ਇਹ ਆਪਸੀ ਮਨਮੁਟਾਵ ਨੇ, ਇਸ ਸਿਸਟਮ ਦੀ ਦੇਣ ਤਾਂ ਹੈ ਨਹੀਂ ਹੈ ਨਾ, ਪੁਰਾਣੇ ਲੋਕਾਂ ਦੇ ਵਿਚਾਲੇ ਤੇ ਸਟੂਡੈਂਟਸ ਦੇ ਵਿਚਾਲੇ। ਸਿਸਟਮ ਦੇ ਵਿੱਚ ਇਹ ਜ਼ਰੂਰ ਹੈ ਵੀ ਜਿਹੜਾ ਤੁਸੀਂ ਕਿਹਾ ਵੀ ਸਟੂਡੈਂਟਸ 'ਤੇ ਬੋਝ ਪੈਂਦਾ, ਕਈ ਕਾਲਜਸ ਅਸੀਂ ਦੇਖੇ ਫਰਾਡ ਹੋ ਜਾਂਦਾ ਹੈ ਬਹੁਤ ਵੱਡੇ ਲੈਵਲ ਤੇ ਵਿਦਿਆਰਥੀਆਂ ਦਾ ਨਾਲ, ਉਹ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਸਿਸਟਮ ਦੇ ਵਿੱਚ ਉਹ ਖਾਮੀਆਂ ਹੈ ਜਿਹਦੇ ਨਾਲ ਉਹ ਖੱਜਲ ਖੁਆਰ ਹੁੰਦੇ ਨੇ। ਹਾਂਜੀ, ਦੇਖੋ ਸ਼ੈਰੀ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਕਿ ਜਿਹੜੇ ਪੁਰਾਣੇ ਲੋਕ ਇਹ ਸਟੂਡੈਂਟਸ ਤੋਂ ਪਹਿਲਾਂ ਦੇ ਆਏ ਨੇ ਉਹ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਇਹ ਮਤਲਬ ਜਦੋਂ ਅਸੀਂ ਵੀ 75 ਦੇ ਵਿੱਚ ਆਏ ਜਾਂ ਜਿਹੜੇ ਮੇਰੇ ਤੋਂ ਵੀ ਪਹਿਲਾਂ ਦੇ ਆਏ ਨੇ ਉਦੋਂ ਵੀ ਇਹ ਗੱਲ ਹੋਈ, ਜਿਹੜੇ ਬੰਦੇ ਪੁਰਾਣੇ ਲੋਕ ਸੀ ਉਹ ਕਹਿੰਦੇ ਇਹ ਵਿਜ਼ਟਰ ਜਿਹੜੇ ਲੋਕ ਆਏ ਨੇ ਇਹਨਾਂ ਨੇ ਸਾਰਾ ਸਾਡਾ ਮਾਹੌਲ ਖ਼ਰਾਬ ਕੀਤਾ, ਕਿਉਂਕਿ ਇੱਕ ਬੰਦੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਗੱਲ ਹੁੰਦੀ ਵੀ ਸ਼ਾਇਦ ਆਪਣੇ ਇਸ ਕਰਕੇ ਸਾਡਾ ਕੰਮ ਮਤਲਬ ਕਿਤੇ ਮੱਠਾ ਨਾ ਪੈ ਜਾਵੇ, ਪਰ ਇਹ ਗੱਲ ਨਹੀਂ ਹੈ। ਜਿਹੜੇ ਅੱਜ ਸਟੂਡੈਂਟਸ ਵੀ ਆਏ ਨੇ ਉਹ ਕਿਸੇ ਨੀਤੀ ਦੇ ਆਧਾਰਿਤ ਆਏ ਨੇ, ਕਿਉਂਕਿ ਕੈਨੇਡਾ ਨੂੰ ਅੱਜ ਬਹੁਤ ਹੀ ਨਾ ਕਿ ਆਪਣੇ ਲੋਕਾਂ ਦੀ ਲੋੜ ਹੈਗੀ ਜਿਹੜੇ ਇੱਥੇ ਦੇ ਖੇਤਾਂ ਦੇ ਵਿੱਚ, ਇੱਥੇ ਦੀਆਂ ਫੈਕਟਰੀਆਂ ਦੇ ਵਿੱਚ, ਇੱਥੇ ਦੀਆਂ ਦੁਕਾਨਾਂ ਦੇ ਵਿੱਚ ਕੰਮ ਕਰਨ। ਇਹ ਕੋਈ ਅਹਿਸਾਨ ਨਹੀਂ ਹੈਗਾ, ਇਹ ਮਤਲਬ ਉਹ ਬਹੁਤ ਵੱਡੀ ਕੁਰਬਾਨੀ ਕਰਕੇ ਮਤਲਬ ਇੱਥੇ ਆਏ ਨੇ, ਪਰ ਇਹ ਪ੍ਰੋਪੇਗੈਂਡਾ ਕੋਈ ਨਾ ਕੋਈ ਕਰ ਦਿੰਦਾ ਹੈਗਾ ਤਾਂ ਉਹ ਛੱਡ ਕੇ ਫਿਰ ਉਹਨਾਂ ਨਾਲ ਮਤਲਬ ਵਿਤਕਰਾ ਹੁੰਦਾ। ਤਾਂ ਇਹ ਚੰਗੀ ਗੱਲ ਹੈ ਕਿ ਸਟੂਡੈਂਟਸ ਬੋਲਦੇ ਨੇ ਇਸ ਗੱਲ ਲਈ, ਕਿਉਂਕਿ ਜੇ ਨਾ ਬੋਲਣਗੇ ਤਾਂ ਮਤਲਬ ਉਹਨਾਂ ਨਾਲ ਤਾਂ ਫਿਰ ਉਹਨਾਂ ਦੀ ਫਿਰ ਐਕਸੈਪਟੈਂਸ ਹੋ ਜਾਏਗੀ ਵੀ ਸ਼ਾਇਦ ਸਾਡੇ 'ਚ ਕੋਈ ਕਮੀ ਆ, ਤਾਂ ਅਸੀਂ ਇਸ ਕਰਕੇ ਉਹਨਾਂ ਨੂੰ ਲੋਕ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਇਸ ਗੱਲ ਲਈ ਆਪਣੀ ਆਵਾਜ਼ ਬੋਲਣੀ ਚਾਹੀਦੀ ਆ। ਬਹੁਤ ਜਿਹੜੇ ਆਮ ਲੋਕ ਹੈਗੇ ਆ ਉਹ ਉਹਨਾਂ ਨੂੰ ਪਿਆਰ ਕਰਦੇ ਆ। ਮਤਲਬ ਇੱਥੇ ਤੱਕ ਮਤਲਬ ਖਾਸ ਕਰ ਇੱਥੇ ਤਾਂ ਸਾਡੇ ਕੈਨੇਡਾ ਦੇ ਵਿੱਚ ਤਾਂ ਗੱਲ ਘੱਟ ਹੋਈ। ਮੈਂ ਤੁਹਾਨੂੰ ਇੰਗਲੈਂਡ ਦੀ ਮਿਸਾਲ ਦਿੰਦਾ। ਇੰਗਲੈਂਡ ਵਿੱਚ ਕਈ ਗੁਰਦੁਆਰਿਆਂ ਦੇ ਵਿੱਚ ਮਤਲਬ ਉਹਨਾਂ ਨੇ ਸਟੂਡੈਂਟਸ ਨੂੰ ਕਿਹਾ ਵੀ ਤੁਸੀਂ ਇੱਥੇ ਆ ਕੇ ਲੰਗਰ ਨਹੀਂ ਖਾ ਸਕਦੇ। ਤਾਂ ਮੈਂ ਕਿਹਾ ਜੀ ਇਹ ਜਿਹੜਾ ਗੁਰੂ ਦਾ ਲੰਗਰ ਆ ਇਹਦੀ ਇੱਕੋ ਇੱਕ ਤਾਂ ਮਤਲਬ ਵਡਿਆਈ ਹੈ ਕਿ 24 ਘੰਟੇ ਖੁੱਲ੍ਹਾ, ਇਹ ਲੋੜਵੰਦਾਂ ਲਈ ਹੈਗਾ, ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ, ਇਹ ਜਸਟੀਫਾਈ ਨਹੀਂ ਹੈਗਾ। ਪਰ ਫਿਰ ਹੁਣ ਕਿਸੇ ਹੱਦ ਤੱਕ ਉਹਨਾਂ ਨੇ ਚੇਂਜ ਹੋਏ, ਪਰ ਸਾਡੇ ਕੈਨੇਡਾ ਦੇ ਵਿੱਚ ਮੈਨੂੰ ਇਹ ਦੇਖਣ ਵਿੱਚ ਮੇਰੇ ਗੱਲ ਹੀ ਆਈ। ਈਵਨ ਕੋਵਿਡ ਦੇ ਵਿੱਚ ਮੈਂ ਕਈ ਮਤਲਬ ਗੁਰਦੁਆਰਿਆਂ ਵਿੱਚ ਧਾਰਮਿਕ ਜਗ੍ਹਾ 'ਤੇ ਗਿਆ ਜਿੱਥੇ ਕਿ ਉਹਨਾਂ ਨੇ ਮਤਲਬ ਜਿਹੜਾ ਲੰਗਰ ਸੀ ਉਹਨਾਂ ਨੂੰ ਪੈਕ ਕਰਕੇ ਉਹ ਸਰਵ ਕਰਦੇ ਵੀ ਤੁਸੀਂ ਆਪਣੇ ਘਰ ਵੀ ਲਿਜਾ ਸਕਦੇ ਹੋ। ਤਾਂ ਕਿਉਂਕਿ ਉਹ ਲੋੜਵੰਦ ਲੋਕ ਨੇ, ਕਿਉਂਕਿ ਅਸੀਂ ਜੇ ਲੋੜਵੰਦ ਦੀ ਬਾਂਹ ਨਹੀਂ ਫੜਦੇ ਤਾਂ ਇਹਦਾ ਮਤਲਬ ਸਾਡੀ ਵਿੱਚ ਕਿਸੇ ਨਾ ਕਿਤੇ ਕਮੀ ਹੈਗੀ ਆ। ਤਾਂ ਇਹ ਪ੍ਰੋਪੇਗੈਂਡਾ ਲੋਕਾਂ ਨੂੰ ਭਾਈਚਾਰੇ ਨੂੰ ਡਿਵਾਈਡ ਕਰਨ ਲਈ ਹਮੇਸ਼ਾ ਹੀ ਹੋਇਆ,
ਪਰ ਇਹ ਜਿਹੜਾ ਆਪਣੇ ਜੇ ਸਟੂਡੈਂਟਸ ਇਹਦੇ ਖਿਲਾਫ ਆਵਾਜ਼ ਉਠਾਉਂਦੇ ਨੇ ਉਹਨਾਂ ਨੂੰ ਉਠਾਉਣੀ ਚਾਹੀਦੀ ਹੈਗੀ ਆ। ਉਹਨਾਂ ਨੂੰ ਕਹਿਣਾ ਵੀ ਦੇਖੋ ਸਾਡੇ ਵੀ ਹੱਕ ਨੇ, ਅਸੀਂ ਮਤਲਬ ਇੱਥੇ ਕੋਈ ਭਿਖਾਰੀ ਬਣ ਕੇ ਨਹੀਂ ਆਏ ਹੈਗੇ, ਸਾਡੇ ਹੱਕ ਨੇ। ਔਰ ਅਸੀਂ ਜਦੋਂ ਇੱਥੇ ਆ ਗਏ ਹੈਗੇ ਆ ਤਾਂ ਮਤਲਬ ਇੱਥੇ ਦੇ ਸਿਸਟਮ ਨੂੰ ਲੋੜ ਹੈਗੀ। ਇਹ ਸਟੂਡੈਂਟਸ ਵੀ ਇੱਕ ਬਹੁਤ ਵੱਡੀ ਮਤਲਬ ਕੁਰਬਾਨੀ ਕਰਕੇ ਇੱਥੇ ਆ ਰਹੇ ਨੇ। ਤਾਂ ਮੇਰਾ ਤਾਂ ਜੀ ਇਹ ਸਵਾਲ ਹੈਗਾ ਵੀ ਮਤਲਬ ਇਹ ਚੰਗੀ ਗੱਲ ਹੈ ਕਿ ਮਤਲਬ ਉਹ ਆਵਾਜ਼ ਉਠਾਉਂਦੇ, ਉਹਨਾਂ ਨੂੰ ਆਵਾਜ਼ ਉਠਾਉਣੀ ਵੀ ਚਾਹੀਦੀ ਹੈ। ਭੁਪਿੰਦਰ ਜੀ, ਹੋਰ ਇਸ ਤੋਂ ਇਲਾਵਾ ਕਿਹੜੀਆਂ ਕੁਝ ਚੀਜ਼ਾਂ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਵੀ ਇਹ ਵੀ ਹੋਣੀਆਂ ਚਾਹੀਦੀਆਂ, ਔਰ ਇਹ ਉਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਕੀ ਕੋਈ ਤਬਦੀਲੀ ਆਈ 47 ਸਾਲ ਤੋਂ ਹੁਣ ਤੱਕ ਦੇ ਜਿਹੜਾ ਅਪਡੇਟ ਤੁਸੀਂ ਦੇਖਦੇ ਹੋ 2022 ਦਾ, ਤਬਦੀਲੀਆਂ ਆਈਆਂ? ਤਬਦੀਲੀ ਬਹੁਤ ਵਧੀਆ ਤਬਦੀਲੀਆਂ ਆਈਆਂ। ਜਿੱਦਾਂ ਹੁਣ ਸਾਡੀ ਜਿਹੜੀ ਸਾਡੇ ਸੱਭਿਆਚਾਰ ਜਿਹੜਾ ਅਸੀਂ ਪਿੱਛੇ ਸੱਭਿਆਚਾਰ ਆਪਣਾ ਛੱਡ ਕੇ ਆਏ ਹੈਗੇ, ਜਦੋਂ ਅਸੀਂ ਇੱਕ ਨਵੇਂ ਘਰ ਵਿੱਚ ਆਉਂਦੇ ਹੈਗੇ ਆ, ਜਿਨ੍ਹਾਂ ਨੇ ਸਾਨੂੰ ਇੱਥੇ ਸੱਦਿਆ ਵੀ ਸਾਡੇ ਆ ਕੇ ਸਾਡੇ ਖੱਤਿਆਂ ਦੇ ਵਿੱਚ ਸਾਡੀਆਂ ਫੈਕਟਰੀਆਂ ਵਿੱਚ ਆ ਕੇ ਕੰਮ ਕਰੋ, ਤਾਂ ਜਿਹੜੀ ਸਾਡੀ ਬੋਲੀ ਹੈ, ਸਾਡਾ ਹੋਰ ਸੱਭਿਆਚਾਰ, ਉਹਦੀ ਬੜੋਤਰੀ ਲਈ ਵੀ ਜਿਹੜੀ ਸਟੇਟ ਦੀ ਜ਼ਿੰਮੇਵਾਰੀ ਹੈ। ਔਰ ਅੱਜ ਬਹੁਤ ਸਕੂਲ ਖੁੱਲ੍ਹੇ ਨੇ ਜਿੱਥੇ ਅਸੀਂ ਆਪਣੀ ਮਾਂ ਬੋਲੀ ਪੜ੍ਹ ਸਕਦੇ ਹੈਗੇ ਆ। ਔਰ ਬਹੁਤ ਇਸ ਤਰ੍ਹਾਂ ਦੇ ਮਤਲਬ ਵਸੀਲੇ ਹੋ ਰਹੇ ਨੇ ਆਪਣੇ ਪੱਧਰ 'ਤੇ ਵੀ, ਸਮਾਜਿਕ ਪੱਧਰ 'ਤੇ ਵੀ, ਔਰ ਸਟੇਟ ਲੈਵਲ 'ਤੇ ਵੀ। ਉਹ ਇੱਕ ਚੰਗੀ ਗੱਲ ਹੈ, ਉਹਨੂੰ ਸਾਨੂੰ ਮਤਲਬ ਸਲੂਟ ਕਰਨਾ ਚਾਹੀਦਾ ਵੀ। ਔਰ ਇਹ ਸਾਡਾ ਹੱਕ ਵੀ ਹੈ। ਇਹ ਕੋਈ ਸਾਡੇ ਲਈ ਕੋਈ, ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਸਰਕਾਰ ਸਾਡੇ 'ਤੇ ਕੋਈ ਮਤਲਬ ਅਹਿਸਾਨ ਕਰ ਰਹੀ ਹੈਗੀ ਹੈ। ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਕਿ ਜਿਹੜੇ ਸਾਡੇ ਬੱਚੇ ਜਿਹੜੇ ਜਨਮ ਲੈ ਰਹੇ ਹੈਗੇ ਆ, ਉਹਨਾਂ ਨੂੰ ਜਿਹੜੀ ਮੁੱਢਲੀ ਸਿੱਖਿਆ ਹੈਗੀ ਆ, ਉਹਦੇ ਵਿੱਚ ਸਾਡੀ ਮਾਂ ਬੋਲੀ ਦੀ ਵੀ ਸਿਖਲਾਈ ਹੋਣੀ ਚਾਹੀਦੀ ਹੈਗੀ ਆ। ਕਿਉਂਕਿ ਹੱਕਾਂ ਲਈ ਲੜਨਾ ਹੀ ਇਨਸਾਨ ਬਣਨਾ। ਜੇ ਅਸੀਂ ਆਪਣੇ ਹੱਕਾਂ ਦੀ ਆਪਣੀ ਆਵਾਜ਼ ਨਹੀਂ ਉਠਾਉਂਦੇ ਤਾਂ ਫਿਰ ਮੇਰੇ ਖਿਆਲ 'ਚ ਸਾਡੀ ਕਿਤੇ ਨਾ ਕਿਤੇ ਸਾਡੀ ਇਨਸਾਨ ਬਣਨ ਦੇ ਵਿੱਚ, ਉਸ ਵਿਕਾਸ ਦੇ ਵਿੱਚ ਕਿਸੇ ਨਾ ਕਿਤੇ ਘਾਟ ਹੈਗੀ ਹੈ। ਜਦੋਂ ਅਸੀਂ ਹੱਕਾਂ ਦੀ ਆਵਾਜ਼ ਦੀ ਗੱਲ ਕਰਦੇ, ਇਹ ਨਹੀਂ ਵੀ ਅਸੀਂ ਕੋਈ ਇਹ ਕਹਿੰਦੇ ਅਸੀਂ ਮਤਲਬ ਆਹ ਕਰਨਾ ਜਾਂ ਫਲਾਨਾ ਕਰਨਾ, ਮੈਂ ਇਹਦੀ ਐਡਵੋਕੇਸੀ ਨਹੀਂ ਕਰ ਰਿਹਾ। ਮੈਂ ਕਹਿੰਦਾ ਵੀ ਸਾਨੂੰ ਆਵਾਜ਼ ਜ਼ਰੂਰ ਮੁਜ਼ਾਹਰਾ ਕਰੋ, ਲਿਖ ਕੇ ਦਿਓ। ਔਰ ਜਿਹੜੇ ਸਾਡੇ ਬੰਦੇ ਰਿਪਰੈਜ਼ੈਂਟੇਟਿਵ ਹੈਗੇ ਨੇ ਕਿ ਆਪਣੇ, ਉਹਨਾਂ ਨੂੰ ਜ਼ਰੂਰ ਕਰੋ ਵੀ ਤੁਸੀਂ ਸਾਡੀ ਨੁਮਾਇੰਦਗੀ ਕਿਉਂ ਨਹੀਂ ਕਰਦੇ, ਅਸੀਂ ਤੁਹਾਨੂੰ ਕਿਸ ਗੱਲ ਲਈ ਇਲੈਕਟ ਕੀਤਾ ਹੈਗਾ। ਤਾਂ ਕਿਉਂਕਿ ਜਿਹੜੇ ਇਲੈਕਟਡ ਬੰਦੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਸਵਾਲ ਕੀਤਾ ਜਾਵੇ। ਇਹ ਇੱਕ ਵੱਡਾ ਪ੍ਰਸ਼ਨ ਹੈਗਾ, ਕਿਉਂਕਿ ਉਹ ਚਾਹੁੰਦੇ ਨਹੀਂ ਵੀ ਸਾਡੀ ਦੀ ਵਾਹਵਾਹੀ ਕਰੀ ਚੱਲੋ, ਪਰ ਸਾਨੂੰ ਕੁਐਸਚਨ ਨਾ ਕਰੋ। ਅਸੀਂ ਜੋ ਕਰਦੇ ਅਸੀਂ ਸਭ ਕੁਝ ਠੀਕ ਕਰਦੇ, ਪਰ ਸਭ ਕੁਝ ਠੀਕ ਨਹੀਂ ਕਰਦੇ। ਤੁਸੀਂ ਰੇਸਿਸਟ ਮਸਲਿਆਂ ਦਾ ਜ਼ਿਕਰ ਕੀਤਾ ਸੀਗਾ ਵੀ ਜਿਹੜੇ ਨਸਲਵਾਦ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ, ਉਹ ਸਿਸਟਮ ਦੀ ਕਮੀ, ਉਹਦੇ ਬਾਰੇ ਸਰਕਾਰਾਂ ਜਿਹੜੀਆਂ ਨੇ ਇੱਥੇ ਪ੍ਰੋਵਿੰਸ ਦੀ ਗਵਰਨਮੈਂਟ ਦੇ ਵੱਲੋਂ ਵੀ ਬੜਾ ਕੁਝ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਚੀਜ਼ ਮੈਨੂੰ ਲੱਗਦਾ ਸ਼ੁਰੂ ਤੋਂ ਹੀ ਸਿਸਟਮ ਦੇ ਵਿੱਚ ਇੰਨੀ ਭਰ ਚੁੱਕੀ ਹੈ ਵੀ ਇਹਦਾ ਖਤਮ ਹੋਣਾ ਤਾਂ ਅਸੀਂ ਹਜੇ ਸੋਚ ਨਹੀਂ ਸਕਦੇ, ਘੱਟ ਹੀ ਜਾਵੇ ਇੰਨਾ ਹੀ ਬਹੁਤ ਜ਼ਿਆਦਾ ਹੈ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਆਪਦੇ ਸਮੇਂ ਤੋਂ ਲੈ ਕੇ ਹੁਣ ਤੱਕ ਕੀ ਦੇਖਿਆ? ਰੇਸਿਸਟ ਜਿਹੜੀਆਂ ਚੀਜ਼ਾਂ ਨੇ, ਕੀ ਇਹ ਸਿਸਟਮ ਦਾ ਹੀ ਇੱਕ ਜ਼ਰੂਰੀ ਹਿੱਸਾ ਜਾਂ ਫਿਰ ਲੋਕ ਇੱਕ ਦੂਜੇ ਨਾਲ ਨਫ਼ਰਤ ਰੱਖ ਰਹੇ ਨੇ? ਸ਼ਾਇਦ ਜੀ, ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਬਈ ਜਿਹੜੇ ਲੋਕ ਹੈਗੇ ਆ, ਲੋਕ ਰੇਸਿਸਟ ਨਹੀਂ ਹੁੰਦੇ। ਹੋ ਸਕਦਾ ਕੁਝ ਬੰਦਿਆਂ ਨੂੰ ਇਹ ਗੱਲ ਓਪਰੀ ਲੱਗੇ ਕਿ ਵਿਤਕਰਾ, ਜਿਹੜਾ ਨਸਲੀ ਵਿਤਕਰਾ ਜਾਂ ਕਿਸੇ ਹੋਰ ਕਿਸਮ ਦਾ ਵਿਤਕਰਾ ਹੈਗਾ, ਉਹ ਜੋ ਸਾਰੇ ਸੰਸਾਰ ਵਿੱਚ ਚੱਲ ਰਿਹਾ ਹੈਗਾ, ਉਹ ਜਿਹੜੇ ਬੰਦੇ ਰਾਜ ਕਰਦੇ ਆ, ਜਿਹੜੇ ਰਾਜ ਭਾਗ ਤੇ ਬੈਠੇ, ਉਹਨਾਂ ਦੀ ਪ੍ਰੈਫਰਡ ਪੋਲਿਸੀ ਹੈ। ਉਹ ਤੋਂ ਬਗੈਰ ਉਹ ਰਾਜ ਨਹੀਂ ਕਰ ਸਕਦੇ। ਕਿਉਂਕਿ ਜੇ ਲੋਕ ਇਕੱਠੇ ਹੋ ਜਾਣਗੇ, ਲੋਕਾਂ ਨੂੰ ਵੀ ਪਤਾ ਵੀ ਸਾਰੇ ਇੱਕੋ ਹੀ ਹੈਗੇ ਆ, ਸਾਡੇ 'ਚ ਕੋਈ ਫਰਕ ਤਾਂ ਕੋਈ ਹੈ ਨਹੀਂ। ਤੁਸੀਂ ਸਾਡਾ ਆਪਣਾ ਕਲਾਸਿਕ ਲਿਟਰੇਚਰ ਪੜ੍ਹ ਕੇ ਦੇਖ ਲਓ, ਸਾਹਿਤ ਪੜ੍ਹ ਲਓ, ਕਬੀਰ ਨੂੰ ਪੜ੍ਹ ਲਓ, ਨਾਨਕ ਨੂੰ ਪੜ੍ਹ ਲਓ, ਸਾਰਿਆਂ ਨੇ ਇੱਕੋ ਹੀ ਗੱਲ ਕਹੀ ਵੀ ਅਸੀਂ ਤਾਂ ਇੱਕੋ ਹੀ ਚੀਜ਼ ਤੋਂ ਆਏ, ਇੱਕੋ ਸਾਡੇ ਵਿੱਚ ਐਸੀ ਇਨਸਾਨ ਹੈਗੇ, ਕੋਈ ਸਾਡੇ 'ਚ ਫਰਕ ਨਹੀਂ ਹੈਗਾ। ਪਰ ਜਿਹੜਾ ਨੌਕੀ ਸਟੇਟ ਹੈਗੀ ਆ, ਉਹ ਸਾਨੂੰ ਨੌਕੀ ਆਪਣੇ ਕਿਸੇ ਨਾ ਕਿਸੇ ਢੰਗ ਨਾਲ ਨੌਕੀ ਆਪਣੇ ਵੰਡ ਕੇ ਤਾਂ ਸਾਡਾ ਸ਼ੋਸ਼ਣ ਕਰੇਗੀ। ਅਸੀਂ ਉਹਨਾਂ ਨੂੰ ਕੁਐਸਚਨ ਘੱਟ ਕਰਾਂਗੇ, ਉਹਨਾਂ ਨੇ ਇੱਕ ਦੀ ਸਾਈਡ ਲੈਣੀ, ਦੂਜੇ ਦੀ ਨਹੀਂ ਲੈਣੀ। ਕੈਨੇਡਾ ਦੀ ਧਰਤੀ ਤੇ ਮਤਲਬ ਕੈਨੇਡਾ ਦਾ ਇਤਿਹਾਸ ਆ, ਇੱਥੇ ਕਦੇ ਜਾਪਾਨੀਆਂ ਨਾਲ ਵਿਤਕਰਾ ਹੋਇਆ, ਕਦੇ ਪੋਲਿਸ਼ ਲੋਕਾਂ ਨਾਲ ਵਿਤਕਰਾ ਹੋਇਆ, ਕਦੇ ਹਿੰਦੁਸਤਾਨੀਆਂ ਨਾਲ ਵਿਤਕਰਾ ਹੋਇਆ, ਕਦੇ ਚਾਈਨੀਜ਼ ਨਾਲ ਵਿਤਕਰਾ ਹੋਇਆ। ਇਹ ਇੱਥੇ ਦਾ ਲਗਾਤਾਰ, ਇਹ ਨਿਰੰਤਰ ਇੱਥੇ ਦਾ ਮਤਲਬ ਆਪਣੇ ਸਿਸਟਮ ਹੈਗਾ। ਮੈਂ ਜਿਹੜੀ ਪਹਿਲਾਂ ਵੀ ਗੱਲ ਕੀਤੀ ਸੀਗੀ, ਉਹ ਤੋਂ ਬਾਅਦ ਜਦੋਂ ਫਿਰ ਇਹ ਸਭ ਕੁਝ ਕਰ ਲੈਂਦੇ ਆ, ਫਿਰ ਲੋਕ ਰੌਲਾ ਪਾਉਂਦੇ ਤਾਂ ਫਿਰ ਇਹ ਮਾਫੀ ਮੰਗ ਲੈਂਦੇ। ਭੁਪਿੰਦਰ ਜੀ, ਆਪਣੇ ਨਾਲ ਕਾਲਰ ਵੀ ਜੁੜੇ ਹੋਏ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਡੈਡੀ ਜੀ, ਸਤਿ ਸ਼੍ਰੀ ਅਕਾਲ। ਆਪਣੇ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ ਤੁਹਾਡੇ ਆਪਣੇ ਗੈਸਟ ਮੱਲੀ ਸਾਹਿਬ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਧੀਆ ਤੁਸੀਂ ਇਹਨਾਂ ਨੂੰ ਲੈ ਕੇ ਆਏ ਆ। ਬੜੇ ਸਾਡੇ ਪੁਰਾਣੇ ਮਿੱਤਰ ਆ ਇਹ
ਸਾਂਝਾ ਕਰ ਰਹੇ ਆਪਦਾ ਐਕਸਪੀਰੀਅੰਸ। ਮੇਰਾ ਕੋਈ ਸਵਾਲ ਤਾਂ ਹੈ ਨਹੀਂਗਾ, ਬਸ ਹਾਂਜੀ। ਵਾਧਾ ਹੀ ਹੈ ਇਹਨਾਂ ਦੇ ਟਾਕ ਸ਼ੋਅ ਦੇ ਵਿੱਚ ਵੀ ਜਿੱਦਾਂ ਜਦੋਂ ਇਨਸਾਨ ਪ੍ਰਵਾਸੀ ਹੋ ਕੇ ਆਏ, ਜਿਵੇਂ ਇਹ ਆਏ, ਇਦੋਂ ਪਹਿਲਾਂ ਵੀ 10 ਸਾਲ ਜਦੋਂ ਅਸੀਂ ਪ੍ਰਵਾਸ ਚ ਆਉਂਦੇ ਆ, ਉਦੋਂ ਸਾਡੇ ਜਿਹੜੇ ਚੈਲੰਜ ਆ ਉਹ ਵੱਖਰੇ ਹੁੰਦੇ ਆ, ਕਿਉਂਕਿ ਜਿਹੜੇ ਸਮੇਂ ਤੇ ਇਹ ਆਏ ਸੀ ਉਸ ਟਾਈਮ ਦੇ ਉੱਤੇ ਜਿਹੜਾ ਸਿਸਟਮ ਸੀ ਉਹ ਬਹੁਤ ਵੱਡਾ ਚੁਣੌਤੀਆਂ ਸੀ, ਕਿਉਂਕਿ ਇੱਕ ਤਾਂ ਐਜੂਕੇਸ਼ਨ ਦੀ ਘਾਟ ਸੀ, ਇੱਕ ਮੀਡੀਆ ਦੀ ਵੀ ਘਾਟ ਸੀ। ਅੱਜ ਤੁਸੀਂ ਮੀਡੀਆ ਦੇ ਉੱਤੇ ਵੀ ਆਪਣਾ ਸਿਸਟਮ ਦੇ ਬਾਰੇ ਬੋਲ ਸਕਦੇ ਆ। ਮੇਰਾ ਤਾਂ ਇਹਨਾਂ ਨੂੰ ਇਹੀ ਆ ਵੀ ਥੋੜਾ ਜਿਹਾ ਬੋਲ ਕੇ ਜਾਣ ਇਹਦੇ ਤੇ ਕਿ ਜਿਹੜੀ ਹੁਣ ਜਨਰੇਸ਼ਨ ਆ ਰਹੀ ਹੈ, ਜਿਹੜੇ ਬੱਚੇ ਹੁਣ ਆ ਰਹੇ ਆ, ਕਿਤੇ ਉਹ ਇਸ ਚੀਜ਼ ਤੇ ਵੇਸਲੇ ਨਾ ਹੋ ਜਾਣ ਕਿ ਅਸੀਂ ਬੜੀ ਸਮਾਜਿਕ ਤਰੱਕੀ ਕਰ ਲਈ, ਆਰਥਿਕ ਤਰੱਕੀ ਕਰ ਲਈ, ਪਰ ਨਹੀਂ, ਉਹਦੇ ਨਾਲ ਨਾਲ ਜਿਹੜਾ ਸਿਸਟਮ ਆ ਉਹਦੇ ਚੈਲੰਜ ਉਦੋਂ ਵੀ ਵੱਧ ਆ। ਤਾਂ ਉਹ ਵੱਧ ਚੈਲੰਜਾਂ ਨੂੰ ਨਜਿੱਠਣ ਦੇ ਲਈ ਇਹ ਥੋੜਾ ਬਹੁਤਾ ਆਪਣਾ ਐਕਸਪੀਰੀਅੰਸ, ਆਪਣੇ ਤਜਰਬੇ ਦੇ ਨਾਲ, ਆਪਣੀ ਪੜ੍ਹਾਈ ਲਿਖਾਈ ਦੇ ਨਾਲ, ਕਿਉਂਕਿ ਸਿਸਟਮੈਟਿਕਲੀ ਕਾਫੀ ਇਹਨਾਂ ਨੇ ਪਹਿਲੇ ਜ਼ਮਾਨੇ ਦੇ ਵਿੱਚ ਕਮਿਊਨਿਜ਼ਮ ਵੀ ਪੜ੍ਹਿਆ ਔਰ ਇਹ ਸਿਸਟਮ ਨੂੰ ਵੀ ਜਾਣਦੇ ਆ। ਜਦੋਂ ਬੰਦਾ ਸਿਸਟਮ ਨੂੰ ਜਾਣਦਾ, ਐਕਸਪੀਰੀਅੰਸ ਉਹਦੀ ਏਜ ਦਾ ਹੋ ਜਾਂਦਾ, ਤਾਂ ਉਹ ਬੱਚਿਆਂ ਲਈ ਕਾਫੀ ਕੁਝ ਦੱਸ ਸਕਦੇ ਆ। ਤੁਸੀਂ ਆਪ ਹੀ ਸ਼ਹਿਰੀ ਜੀ ਜ਼ਿਕਰ ਕੀਤਾ ਕਿ ਬੱਚੇ ਜਿਹੜੀ ਸਤਿ ਸ੍ਰੀ ਅਕਾਲ ਆ, ਇਹ ਤਾਂ ਸਮਾਜਿਕ ਚੀਜ਼ਾਂ ਤਾਂ ਸਿੱਖੀਆਂ ਜਾ ਸਕਦੀਆਂ, ਪਰ ਜਿਹੜੀਆਂ ਸਿਸਟਮ ਦੀਆਂ ਚੈਲੰਜਾਂ ਉਹ ਤਾਂ ਬਜ਼ੁਰਗਾਂ ਤੋਂ ਹੀ ਸਿੱਖੀਆਂ ਜਾ ਸਕਦੀਆਂ, ਕਿਉਂਕਿ ਸਿਸਟਮ ਕਦੇ ਨਹੀਂ ਸਿਖਾਉਂਦਾ। ਅਸੀਂ ਭੁੱਲ ਜਾਈਏ ਕਿ ਸਰਕਾਰਾਂ ਸਾਨੂੰ ਸਿਖਾ ਦੇਣਗੀਆਂ, ਸਾਨੂੰ ਉਹੀ ਬੰਦੇ ਸਿਖਾਉਣਗੇ, ਕਿਉਂਕਿ ਮੱਲੀ ਸਾਹਿਬ ਵਰਗੇ ਜਿਹੜੇ ਬੰਦੇ ਆ ਇਹ ਤੁਰੇ ਫਿਰਦੇ ਹੀ ਬੁੱਕਾਂ ਹਨ ਔਰ ਉਹਨਾਂ ਬੱਚਿਆਂ ਲਈ, ਕਿਉਂਕਿ ਇਹਨਾਂ ਤੋਂ ਸਿੱਖਿਆ ਮਿਲ ਸਕਦੀ ਹੈ। ਸੋ ਇਹ ਥੋੜਾ ਬਹੁਤਾ ਇਹ ਸਿਸਟਮ ਦੇ ਬਾਰੇ ਇਸ ਜਨਰੇਸ਼ਨ ਨੂੰ ਜ਼ਰੂਰ ਥੋੜਾ ਜਿਹਾ ਐਕਸਪਲੇਨ ਕਰਨ, ਇੰਨੇ ਮੇਰੇ ਵਿਚਾਰ ਸੀ। ਕੋਈ ਮੇਰਾ ਸਵਾਲ ਨਹੀਂ। ਮੈਂ ਧੰਨਵਾਦ ਕਰਦਾ ਕਿ ਟੀਵੀ ਤੇ ਆ ਕੇ ਇਹੋ ਜਿਹੇ ਇਨਸਾਨਾਂ ਨੂੰ ਆਉਣਾ ਚਾਹੀਦਾ, ਕਿਉਂਕਿ ਜਾਣਕਾਰੀ ਰੱਖਦੇ ਆ, ਪੁਰਾਣੇ ਆ। ਸੋ ਥੈਂਕ ਯੂ, ਤੁਹਾਡਾ ਸਮਾਂ ਦੇਣ ਦਾ ਧੰਨਵਾਦ। ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਕੀ ਕਹਿਣਾ ਚਾਹੋਗੇ? ਇਹ ਮਿੱਤਰ ਦਾ ਧੰਨਵਾਦ ਜੀ। ਮਿੱਤਰ ਨੇ ਆਪਣੀ ਗੱਲਬਾਤ ਵਿੱਚ ਭਾਵੇਂ ਇਹਨਾਂ ਨੇ ਇਹ ਤਾਂ ਕਿਹਾ ਕਿ ਮੇਰਾ ਸਵਾਲ ਨਹੀਂ, ਪਰ ਜਿਹੜੀ ਇਹਨਾਂ ਨੇ ਮਤਲਬ ਗੱਲਬਾਤ ਕੀਤੀ ਹੈ ਉਹ ਇੱਕ ਬਹੁਤ ਹੀ ਜ਼ਰੂਰੀ ਗੱਲਬਾਤ ਆ। ਹਰੇਕ ਪ੍ਰਾਣੀ ਦਾ ਜਦੋਂ ਨਵੀਂ ਧਰਤੀ ਤੇ ਆਉਂਦਾ ਇਹੀ ਤੌਖਲੇ ਹੁੰਦੇ ਨੇ, ਇਹੀ ਸਵਾਲ ਹੁੰਦੇ ਨੇ। ਜਦੋਂ ਅਸੀਂ ਵੀ ਇੱਥੇ ਆਏ, ਸਾਡੇ ਵੀ ਇਸ ਧਰਤੀ ਤੇ ਅਸੀਂ ਜਦੋਂ ਮੈਂ ਭਾਵੇਂ ਇੰਗਲੈਂਡ ਵਿੱਚ ਰਹਿੰਦਾ ਸੀਗਾ, ਮੈਂ ਕਿਹਾ ਸ਼ਾਇਦ ਕੈਨੇਡਾ ਵਧੀਆ ਮੁਲਕ ਹੋਏਗਾ, ਉੱਥੇ ਸ਼ਾਇਦ ਇਹ ਚੁਣੌਤੀਆਂ ਨਹੀਂ ਹੋਣਗੀਆਂ, ਪਰ ਇੱਥੇ ਚੁਣੌਤੀਆਂ ਉਹਨਾਂ ਨੂੰ ਵੀ ਭਾਰੀ ਸੀਗੀਆਂ। ਤਾਂ ਮੈਂ ਤੁਹਾਨੂੰ ਇੱਕ ਮਤਲਬ ਇੱਕ ਗੱਲਬਾਤ ਦੱਸਦਾ ਜੀ। ਇੱਥੇ ਇੱਕ ਸਾਡੀ ਕਮਿਊਨਿਟੀ ਦੇ ਮਤਲਬ ਪਰਸਨੈਲਿਟੀ ਹੁੰਦੀ ਸੀ, ਰਿਆਸਤ ਅਲੀ ਖਾਨ ਸਾਹਿਬ ਉਹਨਾਂ ਦਾ ਨਾਮ ਹੁੰਦਾ ਸੀਗਾ, ਸਾਡੇ ਲੁਧਿਆਣੇ ਤੋਂ ਪਿੱਛੋਂ ਬਿਲੋਂਗ ਕਰਦੇ ਸੀ ਉਹ। ਤਾਂ ਜਿਹੜੇ ਸਾਡੇ ਲੀਡਰ ਸੀ ਉਹਨਾਂ ਦਾ ਨਾਮ ਸੀ ਹਰਦਿਆਲ ਸਿੰਘ ਬੈਂਸ। ਉਹ 1959 ਦੇ ਵਿੱਚ ਇੱਥੇ ਆਏ ਔਰ UBC ਤੋਂ ਉਹਨਾਂ ਨੇ ਮਾਈਕਰੋਬਾਇਓਲੋਜੀ ਦੀ ਡਾਕਟਰੇਟ ਕੀਤੀ। ਤਾਂ ਉਹ ਕਹਿੰਦੇ ਜਦੋਂ ਸਾਨੂੰ ਉਹਨਾਂ ਦੇ ਬਾਰੇ ਆਉਣ ਦੇ ਬਾਰੇ ਪਤਾ ਲੱਗਾ ਤਾਂ ਸਾਨੂੰ ਲੱਗਾ ਵੀ ਕੋਈ ਬੰਦਾ ਪੰਜਾਬ ਤੋਂ ਕੋਈ ਨੌਜਵਾਨ ਆਇਆ ਹੈਗਾ ਔਰ ਉਹ ਸਟੂਡੈਂਟ ਯੂਨੀਅਨ ਦਾ ਲੀਡਰ ਆ। ਕਹਿੰਦਾ ਅਸੀਂ ਸੋਚਣਾ ਵੀ ਅਸੀਂ ਤਾਂ ਇੱਥੇ ਡਰਾਈਵਿੰਗ ਲਾਇਸੈਂਸ ਵੀ ਨਹੀਂ ਲੈ ਸਕਦੇ, ਤਾਂ ਮਤਲਬ ਇੱਥੇ ਜਦੋਂ ਕੋਈ ਡਰਾਈਵਿੰਗ ਲਾਇਸੈਂਸ ਲੈ ਜੇ ਸਾਨੂੰ ਸਾਡਾ ਉੱਥੇ ਵੀ ਵਿਤਕਰਾ ਹੁੰਦਾ ਵੀ ਇਹ ਕਿਸ ਤਰ੍ਹਾਂ ਹੋਇਆ ਵੀ ਕੋਈ ਪੰਜਾਬ ਤੋਂ ਨੌਜਵਾਨ ਹੋ ਕੇ ਉਹ ਸਾਰੀਆਂ ਯੂਨੀਵਰਸਿਟੀਆਂ 'ਚ ਉਹਦੀ ਵਾਹ ਹੁੰਦੀ ਹੈਗੀ ਆ। ਤਾਂ ਉਹ ਗੱਲ ਸੀ ਕਿ ਹਰਦਿਆਲ ਬੈਂਸ ਜੀ ਨੇ ਵੀ ਉਹ ਜਿਹੜਾ ਇੱਕ ਟੈਰਰ ਇੱਕ ਮਾਨਸਿਕ ਰੋਗ ਹੈ, ਇਹ ਸਾਡੇ ਹੁੰਦਾ ਕੁਝ ਨਹੀਂ ਹੈ, ਉੱਦਾਂ ਹੀ ਇੱਕ ਡਰਾਵਾ ਦੇਣਾ ਜੀ, ਜੇ ਜੀ ਤੁਸੀਂ ਆਪਣੇ ਹੱਕ ਨੂੰ ਮੰਗੋਗੇ ਸਾਨੂੰ ਡਿਪੋਰਟ ਕਰ ਦੇਣਗੇ ਜੀ, ਤੁਹਾਨੂੰ ਆਹ ਕਰ ਦੇਣਗੇ। ਇਹ ਜਦੋਂ ਗੱਲਾਂ ਤਾਂ ਆਮ ਸੀਗੇ 75 ਦੇ ਵਿੱਚ ਵੀ ਜਦੋਂ ਅਸੀਂ ਆਏ ਹੈਗੇ ਆ, ਤੇ ਜਦੋਂ ਮੈਂ ਆਇਆ ਕਿਉਂਕਿ ਮੈਂ ਉੱਥੇ ਵੀ ਐਕਟਿਵ ਸੀਗਾ ਇੰਗਲੈਂਡ ਦੇ ਵਿੱਚ, ਤਾਂ ਉਹ ਸਾਨੂੰ ਦੱਸਿਆ ਕਿ ਨਹੀਂ ਜੀ ਜੇ ਤੁਸੀਂ ਇੱਦਾਂ ਦੀ ਗੱਲ ਕਰੋਗੇ ਜੀ ਇੱਥੇ ਡਿਪੋਰਟੇਸ਼ਨ ਹੋ ਜਾਂਦੀ ਆ, ਇੱਥੇ ਆਹ ਹੋ ਜਾਂਦਾ। ਫਿਰ ਜਦੋਂ ਅਸੀਂ ਹਰਦਿਆਲ ਜੀ ਨੂੰ ਆਪਣੇ ਮਤਲਬ ਮਿਲੇ, ਉਹਨਾਂ ਨੇ ਇੱਕ ਗੱਲ ਕਹੀ ਕਿ ਜਿਹੜੀ ਕਿ ਮੈਂ ਤੁਹਾਡੇ ਸੁਣਨ ਵਾਲਿਆਂ ਨਾਲ ਦੇਖਣ ਵਾਲਿਆਂ ਨਾਲ ਸਾਂਝੀ ਕਰਨਾ ਚਾਹੁੰਦਾ। ਉਹਨਾਂ ਨੇ ਕਿਹਾ ਸੀ ਕਿ ਅਸੀਂ ਉਹਨਾਂ ਲੋਕਾਂ ਦੇ ਧੀਆਂ ਪੁੱਤ ਆ ਜਿਹੜੇ ਕਿ ਜਿਨ੍ਹਾਂ ਨੇ ਕਿ ਫਾਂਸੀ ਦੇ ਰੱਸਿਆਂ ਨੂੰ ਵੀ ਚੁੰਮਿਆ, ਕਾਲੇ ਪਾਣੀ ਵੀ ਗਏ ਔਰ ਨਾਅਰੇ ਮਾਰਦੇ ਗਏ ਹੈਗੇ ਆ। ਅਸੀਂ ਉਸ ਕੌਮ ਦੇ ਕਿ ਆਪਣੇ ਮਤਲਬ ਬੱਚੇ ਹੈਗੇ ਆ, ਮਤਲਬ ਇਹ ਕੋਈ ਇੱਦਾਂ ਦੀ ਡਰਦੀ ਆ। ਸਾਨੂੰ ਆਪਣੇ ਹੱਕਾਂ ਦੇ ਲਈ ਹਮੇਸ਼ਾ ਹੀ ਆਵਾਜ਼ ਮਤਲਬ ਉਠਾਉਣੀ ਚਾਹੀਦੀ ਹੈ। ਮੈਂ ਆਪਣੀ ਜ਼ਿੰਦਗੀ 'ਚ ਸ਼ਾਇਦ ਜੀ ਇਸ ਪ੍ਰੋਗਰਾਮ 'ਤੇ ਦੱਸਣਾ ਚਾਹੁੰਦਾ ਕਿ ਮੈਂ ਹਜ਼ਾਰਾਂ ਹੀ ਮੁਜ਼ਾਹਰੇ ਇੱਥੇ ਆਰਗੇਨਾਈਜ਼ ਕੀਤੇ ਆ ਔਰ ਹਜ਼ਾਰਾਂ ਮੁਜ਼ਾਹਰਿਆਂ ਦੇ ਵਿੱਚ ਮੈਂ ਹਿੱਸਾ ਲਿਆ। ਉਹ ਨਸਲਵਾਦ ਦੇ ਖਿਲਾਫ ਵੀ ਹੋ ਸਕਦੇ ਆ, ਉਹ ਆਪਣੇ US ਵਾਰਸ਼ਿਪਸ ਵਿਜ਼ਿਟਿੰਗ ਕੈਨੇਡੀਅਨ ਹਾਰਬਰਸ ਉਹ ਵੀ ਹੋ ਸਕਦੇ ਹੈਗੇ ਆ, ਜਾਂ ਸਾਡੇ ਬੱਚਿਆਂ ਨਾਲ ਜੋ ਸਕੂਲਾਂ ਦੇ ਵਿੱਚ ਪਹਿਲੀਆਂ 'ਚ ਹੋਇਆ ਉਹਨਾਂ ਦੇ ਹੋ ਸਕਦਾ। ਮਤਲਬ ਜੱਦੋ ਜਹਿਦ ਔਰ ਆਪਣੀ ਆਵਾਜ਼ ਉਠਾਉਣੀ, ਇਹ ਜਿਹੜਾ ਗੁਣ ਹੈਗਾ ਸਾਨੂੰ ਕੁਦਰਤ ਨੇ ਬਖਸ਼ਿਆ ਸਾਡੀ ਜ਼ੁਬਾਨ ਰਾਹੀਂ, ਇਹਨੂੰ ਕਦੇ ਵੀ ਅੰਡਰਮਾਈਨ ਨਹੀਂ ਕਰਨਾ ਚਾਹੀਦਾ। ਜਿੱਥੇ ਸਾਨੂੰ ਲੱਗਦਾ
ਵੀ ਸਾਡੇ ਨਾਲ ਕੋਈ ਵਧੀਕੀ ਹੋ ਰਹੀ ਹੈ ਜਾਂ ਸਾਡੇ ਨਾਲ ਕੋਈ ਬੰਦਾ ਵਧੀਕੀ ਕਰ ਰਿਹਾ ਹੈਗਾ, ਪਹਿਲਾਂ ਉਹਨੂੰ ਵਿਚਾਰੋ। ਆਪਣੇ ਜਿਹੜਾ ਤੁਹਾਡੇ ਪੀਅਰਸ ਹੈਗੇ ਆ, ਜਿਹੜਾ ਤੁਹਾਡਾ ਆਲਾ ਦੁਆਲਾ, ਜਿਹੜੇ ਤੁਹਾਡੇ ਸੰਗੀ ਸਾਥੀ ਹੈਗੇ ਆ, ਉਹਨਾਂ ਨਾਲ ਸਾਂਝਾ ਕਰੋ ਔਰ ਕਦੇ ਗੁਰੇਜ਼ ਨਾ ਕਰੋ ਵੀ ਤੁਸੀਂ ਉਹ ਆਵਾਜ਼ ਨੂੰ ਆਪਣੇ ਮਤਲਬ ਆਪਣੀ ਨੂੰ ਆਵਾਜ਼ ਨੂੰ ਬੁਲੰਦ ਨਹੀਂ ਕਰਨਾ ਜਾਂ ਤੁਹਾਨੂੰ ਆਹ ਗੱਲ ਹੋ ਜਾਏਗੀ। ਕੁਛ ਨਹੀਂ ਹੁੰਦਾ। ਜੇ ਵਾਪਸ ਵੀ ਚੱਲ ਜਾਓਗੇ ਫਿਰ ਵੀ ਕੁਛ ਨਹੀਂ, ਕਿਉਂ ਜਦੋਂ ਜੀਣਾ ਹੈਗਾ ਨਾ ਤਾਂ ਅਸੀਂ ਅਣਖ ਨਾਲ ਜੀਣਾ ਹੈਗਾ। ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਦੇ ਨੂੰ ਕੀ ਆਪਣੇ ਮਤਲਬ ਕੋਈ ਵੀ ਮਾੜਾ ਤੋਂ ਮਾੜਾ ਕੋਈ ਕੰਮ ਮਾੜੀ ਗੱਲ ਸਾਨੂੰ ਕਰਨਾ ਪਵੇ, ਕਿਉਂਕਿ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ। ਹਾਂਜੀ, ਅਸੀਂ ਇੱਥੇ ਰਹਿਣਾ ਤਾਂ ਅਸੀਂ ਆਪਣੀ ਜਗ੍ਹਾ ਤਾਂ ਹੀ ਬਣਾਵਾਂਗੇ ਜੇ ਸਾਨੂੰ ਆਪਣੇ ਹੱਕਾਂ ਬਾਰੇ ਵੀ ਪਤਾ ਹੋਣਾ ਚਾਹੀਦਾ, ਦੂਸਰੇ ਦੇ ਹੱਕਾਂ ਬਾਰੇ ਵੀ ਪਤਾ ਹੋਣਾ ਚਾਹੀਦਾ। ਵੀ ਜੇ ਅਸੀਂ ਦੂਸਰੇ ਦੇ ਹੱਕ ਜਿਹੜੇ, ਜਦੋਂ ਆਪਾਂ ਪਹਿਲਾਂ ਆਦਿਵਾਸੀਆਂ ਦੀ ਗੱਲ ਕੀਤੀ ਹੈਗੀ ਆ, ਜੇ ਅਸੀਂ ਉਸ ਭਾਈਚਾਰੇ ਵਿੱਚ ਨੂੰ ਨਿੰਦਣ ਲੱਗ ਪਏ, ਦੇਖੋ ਜੀ ਮੈਂ ਤਾਂ ਹੁਣ ਮਤਲਬ ਮੈਨੂੰ ਜੋਬ ਵਧੀਆ ਮਿਲ ਗਈ, ਮੈਂ ਤਾਂ ਵੱਡਾ ਘਰ ਵੀ ਲੈ ਲਏ ਹੈਗੇ ਆ, ਇਹ ਬੰਦੇ ਨੂੰ ਕੀ ਆਪਣੇ ਹੇਸਟਿੰਗ ਤੇ ਫਿਰਦੇ ਨੇ, ਇਹ ਬੰਦੇ ਇੱਥੇ ਮਤਲਬ ਸ਼ਰਾਬ ਪੀ ਕੇ ਬੈਠੇ ਨੇ, ਇਹ ਉਹਨਾਂ ਦੀਆਂ ਕੰਡੀਸ਼ਨਸ ਬਣਾਤੀਆਂ ਹੈਗੀਆਂ, ਇਹ ਸਿਸਟਮ ਨੇ ਬਣਾਈਆਂ ਹੈਗੀਆਂ ਕਿ ਉਹ ਬੰਦੇ ਇਸ ਤਰ੍ਹਾਂ ਰਹਿਣ ਔਰ ਹਮੇਸ਼ਾ ਹੀ ਉਹ ਤਰਸਦੇ ਔਰ ਘਿਰਣਾ ਦੇ ਪਾਤਰ ਬਣ ਕੇ ਰਹਿ ਜਾਣ। ਤਾਂ ਪਰ ਜਿਹੜਾ ਇਨਸਾਨ ਥੋੜਾ ਜਿਹਾ ਜਾਗਰੂਕ ਹੈਗਾ, ਉਹ ਸੋਚੇਗਾ ਕਿ ਇਹਨਾਂ ਦੀਆਂ ਜਿਹੜੀਆਂ ਇਹਨਾਂ ਨੂੰ ਇਹ ਹਾਲਾਤ ਨਾਲ ਦੇ ਪੈਦਾ ਕੀਤੇ ਨੇ ਔਰ ਉਹਨਾਂ ਹਾਲਾਤਾਂ ਦੇ ਵਿਕਟਮ ਨੇ ਜੀ। ਸਾਨੂੰ ਵਿਕਟਮ ਦੇ ਤੌਰ ਤੇ ਦੇਖਣਾ ਚਾਹੀਦਾ ਹੈਗਾ। ਇਹ ਨਹੀਂ ਕਿ ਜੇ ਕੋਈ ਉਹਨਾਂ ਦੀ ਕੰਡੀਸ਼ਨ ਹੈਗੀ ਉਹਦੇ ਤੇ ਅਸੀਂ ਹੱਸੀਏ ਜਾਂ ਮਤਲਬ ਕਹੀਏ ਤਾਂ ਆਪਣੇ ਇਸ ਤਰ੍ਹਾਂ ਦੇ। ਸਾਨੂੰ ਆਪਣੀ ਸੋਚ ਨੂੰ ਆਪਣੇ ਮਤਲਬ ਜਾਗਰੂਕ ਕਰਨਾ ਚਾਹੀਦਾ ਹੈਗਾ। ਇਨਸਾਨ ਹੋਣ ਦੇ ਨਾਤੇ ਸਭ ਦੇ ਜਿਹੜੇ ਹੱਕ ਹੈਗੇ ਉਹ ਬਰਾਬਰ ਦੇ ਹੱਕ ਹੈਗੇ। ਬਿਲਕੁਲ ਮਲੀ ਜੀ, ਤੁਸੀਂ ਗੱਲ ਕੀਤੀ ਹੁਣ ਜਿਹੜੀ ਜਿਵੇਂ ਕਿ ਬਰਾੜ ਸਾਹਿਬ ਜਿਨ੍ਹਾਂ ਦੀ ਕਾਲ ਆਈ ਸੀਗੀ, ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਵੀ ਜਿਹੜਾ ਸਤਿ ਸ਼੍ਰੀ ਅਕਾਲ ਨਾ ਬੁਲਾਉਣਾ, ਇਹ ਵਾਕਈ ਇਸ ਸਿਸਟਮ ਨੇ ਤਾਂ ਸਿਖਾਉਣਾ ਨਹੀਂ ਹੈ, ਇਹ ਤਾਂ ਘਰਾਂ 'ਚੋਂ ਬਜ਼ੁਰਗਾਂ ਤੋਂ ਅਸੀਂ ਆਪਣੇ ਪੈਰੈਂਟਸ ਤੋਂ ਸਾਰੇ ਇਹ ਚੀਜ਼ਾਂ ਸਿੱਖਦੇ, ਇੱਕ ਐਟੀਕੇਟਸ ਦਾ ਇੱਕ ਹਿੱਸਾ ਹੁੰਦਾ ਹੈ। ਹੁਣ ਜਦੋਂ ਜੇ ਸਟੂਡੈਂਟਸ, ਕਿਉਂਕਿ ਇਹ ਚੀਜ਼ ਹੁਣ ਵੱਧਦੀ ਜਾ ਰਹੀ ਹੈ, ਜਿਹੜੀ ਹੁਣ ਦੀ ਜਨਰੇਸ਼ਨ ਆ ਰਹੀ ਆ, ਉਹਨਾਂ ਦੇ ਅੰਦਰ ਇਹ ਚੀਜ਼ ਪਹਿਲਾਂ ਤੋਂ ਭਰ ਚੁੱਕੀ ਹੋਈ ਵੀ ਇਹ ਸਾਨੂੰ ਪਸੰਦ ਨਹੀਂ ਕਰਦੇ, ਜੇ ਅਸੀਂ ਸਤਿ ਸ਼੍ਰੀ ਅਕਾਲ ਵੀ ਬੁਲਾਤੀ ਇਹਨਾਂ ਨੇ ਤਾਂ ਵੀ ਨਹੀਂ ਸਾਨੂੰ ਪਸੰਦ ਕਰਨਾ, ਇਹਨਾਂ ਨੇ ਤਾਂ ਵੀ ਸਾਡੇ ਬਾਰੇ ਮਾੜਾ ਹੀ ਬੋਲਣਾ, ਉਹ ਕਰਦੇ ਨਹੀਂ। ਇੱਕ ਤਾਂ ਇਹ ਸੋਚ ਉਹਨਾਂ ਨੂੰ ਵੀ ਨਹੀਂ ਰੱਖਣੀ ਚਾਹੀਦੀ ਹੈਗੀ, ਕਿਉਂਕਿ ਇਸ ਪਾੜੇ ਨੂੰ, ਇਸ ਜਿਹੜਾ ਇਹ ਦੂਰੀ ਬਣੀ ਹੋਈ ਹੈ, ਇਹਨੂੰ ਕਿਤੇ ਨਾ ਕਿਤੇ ਨਜ਼ਦੀਕ ਲਿਆਉਣ ਲਈ ਜਦੋਂ ਉਹਨਾਂ ਨੇ ਸਿੱਖਣਾ ਹੈ, ਮੈਨੂੰ ਲੱਗਦਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੇ ਤੋਂ ਵੱਡਿਆਂ ਤੋਂ ਜਾਂ ਆਪਣੇ ਤੋਂ ਪਹਿਲਾਂ ਤੋਂ ਰਹਿ ਰਹੇ ਲੋਕਾਂ ਤੋਂ ਤੁਸੀਂ ਕੁਝ ਸਿੱਖਦੇ ਹੋ, ਉਹ ਚੀਜ਼ ਦੀ ਕੋਈ ਰੀਸ ਨਹੀਂ ਹੁੰਦੀ। ਉਹ ਸਿੱਖਿਆ ਲੈਣ ਦੇ ਵਿੱਚ, ਉਹ ਸਿੱਖਣ ਦੇ ਵਿੱਚ, ਤਜਰਬਾ ਲੈਣ ਦੇ ਵਿੱਚ ਕੋਈ ਅਸੀਂ ਛੋਟੇ ਨਹੀਂ ਹੋ ਜਾਂਦੇ। ਇੱਕ ਤਾਂ ਉਹਨਾਂ ਦੇ ਵਿੱਚ ਵੀ ਹਲੀਮੀ ਨਾਲ ਇਹ ਚੀਜ਼ ਹੋਣੀ ਚਾਹੀਦੀ ਹੈ, ਵਿਦਿਆਰਥੀਆਂ ਦੇ ਵਿੱਚ ਵੀ। ਤੇ ਦੂਜਾ ਮੈਂ ਕਹਿੰਦੀ ਇਹ ਜਿਹੜੇ ਪਹਿਲਾਂ ਦੇ ਲੋਕ ਤੁਹਾਡੇ ਵਰਗੇ ਜਿਵੇਂ ਆਏ ਆ, ਇੰਨੇ ਐਕਸਪੀਰੀਅੰਸ ਨਾਲ ਤੁਸੀਂ ਇਸ ਧਰਤੀ ਦੀ, ਇਸ ਲੈਂਡ ਦੀ ਹਰ ਚੀਜ਼ ਨੂੰ ਤੁਸੀਂ ਦੇਖਿਆ, ਚੰਗਾ ਮਾੜਾ ਹਰ ਰੂਪ ਤੁਸੀਂ ਦੇਖਿਆ, ਤਾਂ ਮੇਰੇ ਖਿਆਲ 'ਚ ਤੁਸੀਂ ਬਹੁਤ ਚੰਗਾ ਉਹਨਾਂ ਨੂੰ ਟੀਚ ਕਰ ਸਕਦੇ ਹੋ ਵੀ ਉਹਨਾਂ ਦੇ ਹੱਕ ਹੈ ਕੀ ਹੈ। ਕਿਉਂਕਿ ਬਹੁਤ ਸਾਰੇ ਜਨਰੇਸ਼ਨ ਉਹਨਾਂ ਨੂੰ ਆਪਣੇ ਰਾਈਟਸ ਪਤਾ ਹੀ ਨਹੀਂ ਹੈ, ਉਹ ਡਰ ਦੇ ਵਿੱਚ ਹੀ ਰਹਿੰਦੇ ਵੀ ਕਿਤੇ ਕੱਢੇ ਹੀ ਨਾ ਜਾਈਏ, ਬਸ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਹੀ ਚੀਜ਼ ਦਾ ਡਰ ਹੁੰਦਾ ਹੈ, ਜਿਹਦੇ ਕਰਕੇ ਚੰਗਾ ਮਾੜਾ ਹਰ ਕੰਮ ਉਹ ਕਰਦੇ ਰਹਿੰਦੇ ਨੇ। ਤੇ ਉਹਨਾਂ ਨੂੰ ਆਪਣੇ ਰਾਈਟ ਪਹਿਲਾਂ ਤਾਂ ਪਤਾ ਹੋਣ, ਹੈ ਨਾ। ਇੱਕ ਚੀਜ਼ ਤਾਂ ਇਹ ਵੀ ਜਿਹੜੀ ਆਪਸੀ ਦੂਰੀ ਹੈ ਜਿਹੜੀ ਲੋਕਾਂ ਨੇ ਲੋਕਾਂ ਦੇ ਵਿੱਚ ਰਹਿ ਕੇ ਖਤਮ ਕਰਨੀ ਹੈ, ਇੱਕ ਤਾਂ ਉਹਦੇ ਤੇ ਕੀ ਕਹਿਣਾ ਚਾਹੋਗੇ, ਤੇ ਸੈਕਿੰਡ ਥਿੰਗ ਕਿ ਸਿਸਟਮ ਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਦੂਰ ਕਰਨਾ ਜ਼ਿੰਮੇਵਾਰੀ ਕਿਹਦੀ ਹੈ, ਉਹ ਕਿਵੇਂ ਦੂਰ ਹੋ ਸਕਦੀਆਂ ਨੇ। 47 ਸਾਲ ਤਾਂ ਤੁਸੀਂ ਦੇਖ ਲਏ, ਅੱਗੇ ਹੋਰ ਸਾਲ ਦੇਖਦੇ ਨੇ, ਕੋਈ ਸਮਾਂ ਨਜ਼ਦੀਕ ਲੱਗਦਾ ਹੈ, ਹਾਲਾਂਕਿ ਨੋ ਡਾਊਟ ਜਦੋਂ ਤੁਸੀਂ ਆਏ ਹੋ ਉਦੋਂ ਤੋਂ ਹੁਣ ਤੱਕ ਬਹੁਤ ਤਬਦੀਲੀਆਂ ਆਈਆਂ ਨੇ, ਪਰ ਅਜੇ ਹੋਰ ਬਹੁਤ ਸਾਰੀਆਂ ਤਬਦੀਲੀਆਂ ਦੀ ਲੋੜ ਹੈ। ਉਹ ਸ਼ਰੀ ਜੀ ਜਿਹੜੀ ਤਬਦੀਲੀ ਆਈ ਹੈ, ਪਹਿਲੀ ਗੱਲ ਜਿਹੜੀ ਜੋ ਵੀ ਤਬਦੀਲੀ ਤੁਸੀਂ ਆਪਾਂ ਦੇਖਦੇ ਆ, ਉਹ ਸਾਰੇ ਲੋਕਾਂ ਦੀ ਜਿਹੜੀ ਜੱਦੋਜਹਿਦ ਆ, ਲੋਕਾਂ ਦੀ ਜਿਹੜੀ ਆਵਾਜ਼ ਹੈ, ਉਹਦੇ ਫਲਸਰੂਪ ਅਸੀਂ ਇਹ ਤਬਦੀਲੀ ਦੇਖਦੇ ਆ। ਇਹ ਕੋਈ ਇਹ ਨਹੀਂ ਵੀ ਸਾਨੂੰ ਉਹਨਾਂ ਨੇ, ਸਰਕਾਰਾਂ ਨੇ ਉਸ ਤਰ੍ਹਾਂ ਹੀ ਸਾਨੂੰ ਸਾਰਾ ਕੁਝ ਪਰੋਸ ਦਿੱਤੀਆਂ, ਇਹ ਗੱਲ ਤਾਂ ਪਹਿਲੀ ਗੱਲ। ਦੂਜੀ ਗੱਲ ਜਿਹੜਾ ਗਿਆਨ ਦੀ ਗੱਲ ਜਾਂ ਤਜਰਬੇ ਦੀ ਗੱਲ ਹੈਗੀ ਆ ਕਿ ਸਾਨੂੰ ਆਪਣਾ ਭਾਈਚਾਰਾ, ਆਪਣੀ ਕਮਿਊਨਿਟੀ ਇੱਥੇ ਬਹੁਤ ਵੱਡੀ ਹੋ ਗਈ। ਆਪਣੇ ਹਰ ਵੀਕਐਂਡ ਤੇ ਹਰ ਸਮੇਂ ਕੋਈ ਨਾ ਕੋਈ ਸੋਸ਼ਲ ਸਮਾਗਮ ਇੱਥੇ ਹੁੰਦੇ ਨੇ, ਕਿਸੇ ਕਿਤਾਬ ਤੇ ਚਰਚਾ, ਕਿਸੇ ਮਤਲਬ ਹੋਰ ਕਿਸੇ ਇਸ਼ੂ ਤੇ ਚਰਚਾ। ਬੱਚਿਆਂ ਨੂੰ ਚਾਹੀਦਾ ਕਿ ਉਹਨਾਂ ਮਤਲਬ ਸਮਾਗਮਾਂ ਦੇ ਵਿੱਚ ਪਾਰਟਿਸਿਪੇਟ ਕਰਨ, ਕਿਉਂਕਿ ਗਿਆਨ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਕੋਈ ਤੁਸੀਂ ਦੂਰੋਂ ਲੈ ਕੇ ਨਾ ਕਿ ਜੇ ਮੈਂ ਜੇ ਤੁਹਾਡੇ ਨਾਲ ਗੱਲ ਕਰਦਾ ਤਾਂ ਮੇਰਾ ਇੱਕ ਕਮਿਊਨੀਕੇਸ਼ਨ ਲੈਵਲ ਹੈਗਾ, ਮੈਂ ਤੁਹਾਤੋਂ ਕੁਝ ਸਿੱਖਣਾ ਹੈਗਾ ਹੈ ਨਾ, ਤਾਂ ਮੈਂ ਤੁਹਾਨੂੰ ਕੁਝ ਦੱਸਣਾ ਵੀ ਆਪਣਾ ਹੈਗਾ। ਤਾਂ ਇਹ ਤਾਂ ਜੇ ਅਸੀਂ ਇੱਕ ਟੇਬਲ ਤੇ ਬੈਠਾਂਗੇ ਤਾਂ ਹੀ ਇਹ ਗੱਲ ਕਰ ਸਕਦੇ ਹੈਗੇ। ਅੱਜ ਕੱਲ੍ਹ ਜਿਹੜਾ ਹੁਣ ਘਰਾਂ ਦੇ ਵਿੱਚ ਵੀ ਹੈਗੇ, ਮਤਲਬ ਪੁਰਾਣਾ ਜਿਹੜਾ ਸਿਸਟਮ ਸੀਗਾ ਕਿ ਸਾਰੇ ਇੱਕ ਸਮੇਂ ਭੋਜਨ ਬਣਦਾ ਸੀਗਾ, ਰੋਟੀ ਬਣਦੀ ਸੀ, ਸਾਰੇ ਇਕੱਠੇ ਖਾਂਦੇ ਸੀਗੇ। ਅੱਜ ਉਹ ਮਤਲਬ ਤਕਰੀਬਨ ਮੈਂ ਤਾਂ ਦੇਖਦਾ ਜੀ ਅਲੋਪੇ ਹੋ ਗਿਆ ਜੀ। ਹਾਂ, ਨਹੀਂ ਅੱਜ ਉਹ ਟੇਬਲ ਤੇ ਸਾਰੇ ਇਕੱਠੇ ਬੈਠੇ ਵੀ ਆ ਪਰਿਵਾਰ, ਤੇ ਕੋਈ ਫੋਨ ਦੇਖ ਰਿਹਾ, ਸਾਰੇ ਆਪਣਾ ਬਿਜ਼ੀ ਨੇ, ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ। ਬਿਲਕੁਲ। ਪਰ ਜਿਹੜਾ ਗਿਆਨ ਆ, ਜਿਹੜੀ ਨੌਲੇਜ ਆ,
ਉਹ ਜਦੋਂ ਉਹਨੇ ਇੱਕ ਥਾਂ ਤੋਂ ਦੂਜੀ ਥਾਂ ਤਬਦੀਲ ਕਿਸ ਤਰ੍ਹਾਂ ਹੋਣਾ, ਉਹ ਤਾਂ ਹੀ ਆਵਾਂਗੇ ਜੇ ਮੈਂ ਤੁਹਾਡੀ ਗੱਲ ਧਿਆਨ ਨਾਲ ਸੁਣ ਰਿਹਾ। ਬਿਲਕੁਲ ਜੀ। ਜਦੋਂ ਅਸੀਂ ਛੋਟੇ ਸੀਗੇ ਅਸੀਂ ਬੜਿਆਂ ਦੀਆਂ ਗੱਲਾਂ ਚੁੱਪ ਕਰਕੇ ਸੁਣਦੇ ਰਹਿੰਦੇ, ਘੰਟਿਆਂ ਬੱਧੀ ਸੁਣਦੇ ਰਹਿੰਦੇ ਜੀ, ਕੋਈ ਕੁਐਸਚਨ ਵੀ ਨਹੀਂ ਕਰਦੇ। ਅੱਜ ਚਲੋ ਬੱਚੇ ਕੁਐਸਚਨ ਵੀ ਕਰਦੇ ਹੈਗੇ ਆ, ਪਰ ਉਹਨਾਂ ਨੂੰ ਸਮਾਂ ਦੇਣਾ ਪਏਗਾ। ਸ਼ਾਰਟਕਟ ਕੋਈ ਨਹੀਂ ਹੈਗਾ। ਜੇ ਕਹੀਏ ਵੀ ਉਹਦਾ ਕੋਈ ਸ਼ਾਰਟਕਟ ਹੈਗਾ ਜੀ, ਵੀ ਕੋਈ ਅਸੀਂ ਇੱਕ ਗੋਲੀ ਖਾ ਲਈ ਤਾਂ ਸਾਨੂੰ ਗਿਆਨ ਦਾ ਪਤਾ ਲੱਗ ਜਾਏਗਾ, ਇਸ ਤਰ੍ਹਾਂ ਨਹੀਂ। ਔਰ ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਕੈਨੇਡਾ ਦੇ ਲੋਕ ਨੇ, ਆਮ ਜਿਹੜੀ ਪਬਲਿਕ ਹੈ, ਹਾਂਜੀ, ਉਹ ਬਹੁਤ ਡੈਮੋਕ੍ਰੈਟਿਕ ਹੈ। ਉਹ ਮਤਲਬ ਤੁਸੀਂ ਆ ਦੇਖਿਆ ਹੁਣੇ ਹੀ ਪਿਛਲੇ ਸਾਲਾਂ ਦੇ ਵਿੱਚ ਕਿ ਆਪਣੇ ਹਿੰਦੁਸਤਾਨ ਦੇ ਵਿੱਚ ਕਿਸਾਨ ਅੰਦੋਲਨ ਹੋਇਆ। ਤੁਸੀਂ ਆਮ ਮੈਂ ਬੱਸ ਡਰਾਈਵਰ ਹਾਂ ਕਿੱਤੇ ਦੇ ਤੌਰ ਤੇ, ਮੈਂ ਆਪਣੀ ਬੱਸਾਂ ਦੇ ਵਿੱਚ ਬਹੁਤ ਜਿਹੜੇ ਕੈਨੇਡੀਅਨ ਬੰਦੇ ਸੀ ਉਹ ਲੋਕ ਆਪਣੇ ਮਤਲਬ ਇਸ ਆ ਕੇ ਬੱਸ ਜਦੋਂ ਚੜ੍ਹਦੇ ਕਹਿੰਦੇ ਆਈ ਸਪੋਰਟ ਕਿਸਾਨ ਅੰਦੋਲਨ, ਆਈ ਸਪੋਰਟ ਇੰਡੀਅਨ ਫਾਰਮਰਸ। ਯੂ ਸੀ, ਕਿਉਂਕਿ ਇਹ ਦੱਸਦਾ ਵੀ ਲੋਕਾਂ ਦਾ ਜਿਹੜਾ ਲੈਵਲ ਹੈਗਾ, ਲੋਕ ਹਮੇਸ਼ਾ ਜਿੱਥੇ ਤੁਸੀਂ ਮਰਜ਼ੀ ਦੁਨੀਆ ਚਲ ਜਾਓ, ਲੋਕ ਹੀ ਹੁੰਦੇ। ਮੈਨੂੰ ਬਹੁਤ ਮੁਲਕਾਂ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ। ਮੈਂ ਈਰਾਨ ਵੀ ਰਿਹਾ, ਤਾਂ ਮੈਂ ਆਪਣੇ ਉਹਨਾਂ ਮੁਲਕਾਂ 'ਚ ਦੇਖਿਆ, ਜਰਮਨ 'ਚ ਵੀ ਰਿਹਾ। ਲੋਕ ਜਿਹੜੇ ਹਮੇਸ਼ਾ ਹਰੇਕ ਜਗ੍ਹਾ ਲੋਕ ਹੀ ਹੁੰਦੇ ਆ। ਇਹ ਕੁਛ ਮਤਲਬ ਆਪਣੇ ਸਿਸਟਮ ਦੇ ਵਿੱਚ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਕਿ ਉਸ ਤਰ੍ਹਾਂ ਦੀ ਗੱਲ ਚਲਾਉਣੀਆਂ ਹੈਗੀਆਂ, ਔਰ ਉਹ ਫਿਰ ਲੋਕਾਂ ਨੂੰ ਦੱਸਦੇ ਆ ਵੀ ਇਹ ਲੋਕ ਘਟੀਆ ਨੇ, ਇਹ ਲੋਕ ਇਸ ਤਰ੍ਹਾਂ ਦੇ ਨੇ, ਇਸ ਤਰ੍ਹਾਂ ਫਿਰ ਸਾਡਾ ਵਿਤਕਰਾ ਸ਼ੁਰੂ ਹੁੰਦਾ। ਪਰ ਅੱਜ ਸਾਡੇ ਕੋਲ ਮਾਡਰਨ ਮੀਨਸ ਹੈਗੇ ਆ, ਜੋ ਵੀ ਸਾਡੇ ਕੋਲ ਆਪਣੇ ਟੂਲਸ ਹੈਗੇ ਆ, ਚਾਹੇ ਉਹ ਫੋਨ ਆ, ਚਾਹੇ ਉਹ ਫੇਸਬੁੱਕ ਆ, ਚਾਹੇ ਕੋਈ ਸੋਸ਼ਲ ਮੀਡੀਆ, ਸਾਨੂੰ ਉਹਨਾਂ ਦੇ ਚੰਗੀ ਗੱਲ ਲਈ ਇਸਤੇਮਾਲ ਕਰਨਾ, ਚੰਗੀ ਗੱਲ ਲਈ ਸਾਨੂੰ ਉਹਨਾਂ ਨੂੰ ਵਰਤਣਾ ਚਾਹੀਦਾ ਹੈਗਾ। ਤਾਂ ਉਹ ਜਿਹੜੀਆਂ ਮਤਲਬ ਅੱਜ ਸੌਖ ਬਹੁਤ ਹੈਗੀ ਆ, ਇੱਕ ਸੁਨੇਹਾ ਹੋ ਗਿਆ ਸਕਿੰਟਾਂ ਦੇ ਵਿੱਚ ਸਾਰਿਆਂ ਕੋਲ ਪਹੁੰਚ ਜਾਂਦਾ ਹੈਗਾ। ਪਰ ਸਾਨੂੰ ਫਿਜ਼ੀਕਲੀ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਉਹਨਾਂ ਜਿਹੜੀ ਜੋ ਵੀ ਲੋਕ ਜੱਦੋ-ਜਹਿਦ ਕਰਦੇ ਆ, ਉਹਨਾਂ ਦੀਆਂ ਚੀਜ਼ਾਂ ਨੂੰ ਸਮਝਣਾ ਚਾਹੀਦਾ। ਵੀ ਇਹ ਲੋਕ ਕਾਹਤੇ ਆਪਣੇ ਮੁਜ਼ਾਹਰਾ ਕਰਦੇ ਨੇ, ਕੀ ਹੈ ਇਹਨਾਂ ਦੀ ਕੀ ਤਕਲੀਫ ਹੈਗੀ ਆ, ਕਿਹੜੀ ਗੱਲੋਂ ਇਹ ਬੰਦੇ ਪੀੜਤ ਨੇ। ਫਿਰ ਅਸੀਂ ਮਨੁੱਖ ਬਣਨ ਦੇ ਵਿੱਚ ਸਾਡਾ ਇੱਕ ਕਦਮ ਅੱਗੇ ਜਾਏਗਾ। ਜੇ ਅਸੀਂ ਮਤਲਬ ਆਪਣੇ ਘਰੇ ਹੀ ਬੈਠੇ ਤੇ ਆਪਣਾ ਓਪੀਨੀਅਨ ਬਣਾ ਲੈਂਦੇ ਜੀ, ਇਹ ਤਾਂ ਜੀ ਬੰਦੇ ਪਾਗਲ ਨੇ ਜੀ, ਇਹ ਹਰ ਵੇਲੇ ਜੀ ਮਤਲਬ ਰੌਲਾ ਹੀ ਪਾਉਂਦੇ ਰਹਿੰਦੇ ਨੇ ਲੋਕ, ਮੇਰੇ ਆਪਣੇ ਖਿਆਲ ਦੇ ਵਿੱਚ ਅਸੀਂ ਫਿਰ ਪ੍ਰੋਪਰ ਮਨੁੱਖ ਨਹੀਂ ਬਣ ਸਕਦੇ। ਔਰ ਇਹ ਸਾਡੀ ਡਿਊਟੀ ਵੀ ਬਣਦੀ ਹੈਗੀ ਆ, ਜੇ ਅਸੀਂ ਜਿਹੜੇ ਸਾਡੇ ਨੁਮਾਇੰਦੇ ਨੇ, ਸਾਡੇ ਇਲੈਕਟਡ ਰਿਪਰੈਜ਼ੈਂਟੇਟਿਵਸ ਨੇ, ਜੇ ਅਸੀਂ ਉਹਨਾਂ ਨੂੰ ਲਾਈਨ 'ਤੇ ਰੱਖਣਾ ਹੈਗਾ ਤਾਂ ਸਾਨੂੰ ਜ਼ਰੂਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਔਰ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਕਿ ਸਾਨੂੰ ਲਾਈਨ 'ਤੇ ਰੱਖਣ ਦੇ ਲਈ ਜਿਹੜੇ ਲੋਕ ਹੈਗੇ ਉਹ ਜਾਗਰੂਕ ਹੋ ਰਹੇ ਹੈਗੇ ਆ। ਉਹਨਾਂ ਨੂੰ ਐਪਰੀਸ਼ੀਏਟ, ਉਹਨਾਂ ਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਕਿ ਦੇਖੋ ਜੀ ਲੋਕ ਸਾਡੇ ਨੂੰ ਸਵਾਲ ਕਰਦੇ ਨੇ ਤਾਂ ਆਪਣੇ ਮਤਲਬ ਇਹ ਸਾਨੂੰ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਚਾਹੀਦਾ ਵੀ ਸਾਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਇਨਸਾਨ ਦੇ ਵਿੱਚ ਬਹੁਤ ਗੱਲਾਂ ਨੇ। ਜੇ ਇਨਸਾਨ ਨੂੰ ਜੇ ਮੈਨੂੰ ਕੋਈ ਬੰਦਾ ਦੱਸਦਾ ਨਹੀਂ, ਦੇਖ ਬਈ ਜੇ ਤੈਂ ਆਪਣਾ ਸਿਰ ਚੰਗੀ ਤਰ੍ਹਾਂ ਨਹੀਂ, ਵਾਲ ਨਹੀਂ ਚੰਗੀ ਤਰ੍ਹਾਂ ਪਾਏ, ਤੈਂ ਕੱਪੜੇ ਕਿਸ ਤਰ੍ਹਾਂ ਪਾਏ ਹੈਗੇ ਆ, ਉਹ ਜੇ ਮੈਨੂੰ ਕੋਈ ਦੱਸੂਗਾ ਤਾਂ ਹੀ ਮੈਂ ਕਰਾਂਗਾ ਨਾ, ਉਹ ਨਹੀਂ ਤਾਂ ਉਸ ਤਰ੍ਹਾਂ ਦਾ ਮਤਲਬ ਮੈਨੂੰ ਪਤਾ ਨਹੀਂ, ਮਤਲਬ ਮੈਂ ਤਾਂ ਅਣਭੋਲ ਵੀ ਜਾ ਸਕਦਾ ਹੈਗਾ। ਸੋ ਇੱਥੇ ਜਿਹੜੇ ਸਾਡੇ ਇਲੈਕਟਡ ਰਿਪਰੈਜ਼ੈਂਟੇਟਿਵ ਵੀ ਹੈਗੇ ਆ, ਉਹਨਾਂ ਨੂੰ ਵੀ ਇਹਨਾਂ ਗੱਲਾਂ ਨੂੰ ਇਨਕਰੇਜ ਕਰਨਾ ਚਾਹੀਦਾ ਆਪਣੀ ਕਮਿਊਨਿਟੀ, ਆਪਣੀ ਕੰਸਟੀਟਿਊਐਂਸੀ ਦੇ ਵਿੱਚ। ਵੀ ਜੇ ਤੁਹਾਨੂੰ ਲੱਗਦਾ ਵੀ ਅਸੀਂ ਤੁਹਾਡੀ ਆਪਣੇ ਜਿਨ੍ਹਾਂ ਗੱਲਾਂ ਲਈ ਤੁਸੀਂ ਸਾਨੂੰ ਚੁਣਿਆ ਹੈਗਾ, ਅਸੀਂ ਉਹ ਨਹੀਂ ਕਰ ਰਹੇ, ਤਾਂ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ, ਅਸੀਂ ਐਪਰੀਸ਼ੀਏਟ ਕਰਾਂ, ਤਾਂ ਕਿ ਮੈਂ ਤੁਹਾਡੀ ਆਵਾਜ਼ ਜਿੱਥੇ ਮੈਨੂੰ ਲਿਜਾਣੀ ਚਾਹੀਦੀ ਹੈਗੀ ਆ ਉੱਥੇ ਮੈਂ ਲਿਜਾਵਾਂ। ਹੁਣ ਬਹੁਤ ਜਿਹੜੇ ਰਿਪਰੈਜ਼ੈਂਟੇਟਿਵ ਜਿੱਦਾਂ ਹੁਣ ਮੈਂਡੇਟ ਆ, ਜਦੋਂ ਵੀ ਅਸੀਂ ਆਪਣੀ ਸਰਕਾਰ ਚੁਣਦੇ ਹੈਗੇ ਆ, ਅਸੀਂ ਉਹਨਾਂ ਨੂੰ ਇੱਕ ਮੈਂਡੇਟ ਦਿੰਦੇ ਆ, ਉਹ ਸਾਨੂੰ ਦੱਸਦੇ ਵੀ ਸਾਡਾ ਆਹ ਮੈਨੀਫੈਸਟੋ ਹੈ, ਅਸੀਂ ਆਹ ਗੱਲਾਂ ਕਰਾਂਗੇ। ਪਰ ਬਾਅਦ ਦੇ ਵਿੱਚ ਕੁਛ ਗੱਲਾਂ ਜਿਹੜੀਆਂ ਉਹਨਾਂ ਨੂੰ ਮੈਂਡੇਟ ਤਾਂ ਉਹਨਾਂ ਕੋਲ ਨਹੀਂ ਹੁੰਦਾ, ਤਾਂ ਉਹ ਗੱਲਾਂ ਜਾ ਕੇ ਕਰਦੇ ਨੇ। ਜਿੱਦਾਂ ਮੈਂ ਇੱਕ ਰਿਪਰੈਜ਼ੈਂਟੇਟਿਵ ਨੂੰ ਪੁੱਛਿਆ ਜੀ, ਮੈਂ ਕਿਹਾ ਜੀ ਅਸੀਂ ਤੁਹਾਨੂੰ ਇਹ ਤਾਂ ਮੈਂਡੇਟ ਨਹੀਂ ਦਿੱਤਾ ਵੀ ਤੁਸੀਂ ਜਾ ਕੇ ਅਫਗਾਨਿਸਤਾਨ ਦੇ ਵਿੱਚ ਮਿਸਲਾਂ ਮਤਲਬ ਮਾਰੋ ਜਾਂ ਤੁਸੀਂ ਇਰਾਕ ਦੇ ਵਿੱਚ ਮਾਰੋ, ਇਹ ਤੁਹਾਨੂੰ ਮੈਂਡੇਟ ਕਿਸ ਨੇ ਦਿੱਤਾ? ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ। ਔਰ ਇਹ ਜਦੋਂ ਬੰਦਾ ਸਵਾਲ ਕਰਨਾ ਸਿੱਖ ਜਾਂਦਾ, ਮੇਰਾ ਆਪਣਾ ਖਿਆਲ ਹੈਗਾ ਜੀ ਕਿ ਉਹ ਬੰਦਾ ਇੱਕ ਇਨਸਾਨੀਅਤ ਵੱਲ ਨੂੰ, ਇਨਸਾਨ ਬਣਨ ਲਈ ਉਹਦਾ ਪਹਿਲਾ ਕਦਮ ਹੈਗਾ। ਹਰ ਇੱਕ ਮਤਲਬ ਇਨਸਾਨ ਨੂੰ ਆਪਣੀ ਆਵਾਜ਼ ਨੂੰ, ਆਪਣੇ ਸਵਾਲ ਨੂੰ ਜ਼ਰੂਰ ਮਤਲਬ ਪੁੱਛਣਾ ਚਾਹੀਦਾ, ਆਹ ਗੱਲ ਕਿਉਂ ਨਹੀਂ ਹੋ ਰਹੀ ਜੀ। ਮਲੀ ਜੀ, ਹੁਣੇ ਤਾਂ ਇਹ ਤਜਰਬੇ ਜਿਹੜੇ ਆਪਾਂ ਸਾਂਝੇ ਕੀਤੇ ਹੈਗੇ ਨੇ, ਹੁਣ ਅੱਗੇ ਜ਼ਿਕਰ ਕਰਾਂਗੇ ਤੁਹਾਡੇ ਬੁੱਕਸ ਦੇ ਰਿਗਾਰਡਿੰਗ। ਤੁਸੀਂ ਕਿਤਾਬਾਂ ਨਾ ਸਿਰਫ ਲਿਖਦੇ ਪੜ੍ਹਦੇ ਬਲਕਿ ਮੁਹੱਬਤ ਕਰਦੇ ਹੋ ਕਿਤਾਬਾਂ ਦੇ ਨਾਲ। ਬਹੁਤ ਸਾਰੀਆਂ ਬੁੱਕਸ ਜਿਹੜੀਆਂ ਨੇ ਤੁਹਾਡੀਆਂ ਆ ਚੁੱਕੀਆਂ। ਰੀਸੈਂਟਲੀ ਅਸੀਂ ਰਵੀਸ਼ ਕੁਮਾਰ ਦੇ ਉੱਤੇ ਦੇਖਿਆ ਵੀ ਤੁਹਾਡਾ ਕਾਫੀ ਰਿਸਰਚ ਵਰਕ ਚੱਲ ਰਿਹਾ ਸੀਗਾ, ਔਰ ਇੱਕ ਪੰਜਾਬੀ ਦਾ ਜਿਹੜਾ ਤਰਜਮਾ ਕੀਤਾ ਹੋਇਆ ਬੁੱਕ ਤੁਸੀਂ ਜਲਦੀ ਲਾਂਚ ਕਰਨ ਜਾ ਰਹੇ ਹੋ। ਸੋ ਅਸੀਂ ਪਲੀਜ਼ ਉਹਦੇ ਬਾਰੇ ਜਾਣਨਾ ਚਾਹਾਂਗੇ ਕਿ ਉਹਦੇ 'ਚ ਕੀ ਕੁਝ ਖਾਸ ਹੈ, ਔਰ ਰਵੀਸ਼ ਕੁਮਾਰ ਹੀ ਕਿਉਂ?
ਹਾਂਜੀ, ਸ਼ੈਰੀ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਕਿਤਾਬਾਂ ਨਾਲ ਬਹੁਤ ਪਿਆਰ ਹੈ ਜੀ। ਮੈਂ ਜਦੋਂ ਵੀ ਕਿਤੇ ਜਾਂਦਾ ਨਾ ਕਿ ਆਪਣੇ ਮੈਂ ਇਹ ਸੋਚਦਾ ਜੇ ਮੈਂ ਇਕੱਲਾ ਵੀ ਜਾਂਦਾ ਤਾਂ ਮੈਂ ਆਪਣੇ ਦੋਸਤ ਨੂੰ ਕਿਸੇ ਨਾ ਕਿਸੇ ਦੋਸਤ ਨੂੰ ਆਪਣੇ ਨਾਲ ਰੱਖਾਂ। ਉਹ ਮੇਰੇ ਦੋਸਤ ਕਿਤਾਬਾਂ ਹੀ ਨੇ। ਮੈਂ ਕਿ ਜਦੋਂ ਵੀ ਸਫ਼ਰ ਕਰ ਮੇਰੇ ਝੋਲੇ 'ਚ 2-4 ਕਿਤਾਬਾਂ ਜ਼ਰੂਰ ਹੁੰਦੀਆਂ। ਕਿਤਾਬਾਂ ਨੂੰ ਪੜ੍ਹਨਾ ਚਾਹੀਦਾ, ਇਹਨਾਂ ਨੂੰ ਮੁਹੱਬਤ ਕਰਨੀ ਚਾਹੀਦੀ ਹੈ, ਇਹਨਾਂ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈਗਾ। ਤੁਸੀਂ ਕੀਤੀ ਗੱਲ ਰਵੀਸ਼ ਕੁਮਾਰ ਜੀ ਦੀ। ਮੈਂ 3 ਸਾਲ ਪਹਿਲਾਂ ਹਿੰਦੁਸਤਾਨ ਗਿਆ ਤਾਂ ਰਵੀਸ਼ ਜੀ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਦੀ ਇੱਕ ਕਿਤਾਬ ਹੈ ਦੀ ਫਰੀ ਵੌਇਸ। ਅਸੀਂ ਉਹਦਾ ਪੰਜਾਬੀ ਦੇ ਵਿੱਚ ਤਰਜਮਾ ਕੀਤਾ ਔਰ ਉਹਨਾਂ ਤੋਂ ਅਸੀਂ ਰਾਈਟਸ ਲਏ। ਜਿਹੜੀ ਕੰਪਨੀ ਨੇ ਮਤਲਬ ਉਹ ਕਿਤਾਬ ਛਾਪੀ ਸੀ ਉਹਨੂੰ ਪੰਜਾਬੀ ਦੇ ਵਿੱਚ ਕਰਾਇਆ। ਉਹ ਛਾਪ ਕੇ ਹੁਣੇ ਕਿਤਾਬ ਆਈ। ਉਹ ਆਪਾਂ ਸਰੀ ਦੇ ਵਿੱਚ, ਟੋਰਾਂਟੋ ਦੇ ਵਿੱਚ, ਕੈਲਗਰੀ ਦੇ ਵਿੱਚ ਉਹਨੂੰ ਲਾਂਚ ਕਰਾਂਗੇ। ਹੁਣ ਤੁਸੀਂ ਪੁੱਛਿਆ ਵੀ ਵਾਈ ਰਵੀਸ਼ ਕੁਮਾਰ। ਰਵੀਸ਼ ਕੁਮਾਰ ਅੱਜ ਦੇ ਸਮੇਂ ਦਾ ਹਿੰਦੁਸਤਾਨ ਦੇ ਵਿੱਚ ਵੱਡਾ ਜਰਨਲਿਸਟ ਹੈ ਜੀ। ਉਸਨੇ ਜੋ ਪਿੱਛੇ ਮਾਹੌਲ ਚੱਲ ਰਿਹਾ ਉਹਨੇ ਇੱਕੋ ਹੀ ਇੱਕ ਗੱਲ ਕਹੀ ਹੈਗੀ ਆ ਵੀ ਬੋਲ। ਜੇ ਤੁਸੀਂ ਨਹੀਂ ਬੋਲੋਗੇ ਜੋ ਤੁਹਾਡੇ ਸਾਹਮਣੇ ਹੋਇਆ ਜੇ ਆਪਣੇ ਹੋ ਰਿਹਾ ਹੈਗਾ ਲੋਕੀ ਆਪਣੇ ਤਾਂ ਤੁਹਾਡੇ ਨਾਲ ਵੱਧ ਤੋਂ ਬਦਤਰ ਹੀ ਹੋਏਗਾ ਜੀ। ਤਾਂ ਮੈਂ ਤਾਂ ਹੁਣ ਸਮਝਦਾ ਵੀ ਜੇ ਤੁਸੀਂ ਆਪਣੇ ਸਾਰੇ ਹਿੰਦੁਸਤਾਨ ਦਾ ਮੀਡੀਆ ਦੇਖੋ, ਚਲੋ ਛੋਟੇ ਪੱਤਰਕਾਰ ਬਹੁਤ ਆਵਾਜ਼ ਬੁਲੰਦ ਕਰਦੇ ਹੋਣਗੇ ਪਰ ਵੱਡੇ ਪੱਧਰ ਤੇ ਜਿਹੜੇ ਮੇਨ ਮੀਡੀਆ ਦੇ ਵਿੱਚ ਬੰਦੇ ਨੇ ਉਹ 5-7-10 ਬੰਦੇ ਨੇ ਜਿਹੜੇ ਜਿਹਨਾਂ ਵਿੱਚ ਰਵੀਸ਼ ਕੁਮਾਰ ਸਭ ਤੋਂ ਉੱਤੇ ਨੇ। ਵਾਇਰ ਗਰੁੱਪ ਹੈ ਜੀ, ਮਤਲਬ ਇੱਕ ਸ਼ਰਮਾ ਜੀ ਨੇ, ਮਤਲਬ ਇਸ ਤਰ੍ਹਾਂ ਦੁਆ ਜੀ ਸੀਗੇ ਉਹ ਤਾਂ ਪੂਰੇ ਹੋ ਗਏ। ਇਸ ਤਰ੍ਹਾਂ ਥੋੜੇ ਗਿਣੇ ਚੁਣੇ ਬੰਦੇ ਨੇ ਜਿਹੜੇ ਲਗਾਤਾਰ ਨੇ ਔਰ ਬਹੁਤ ਸਾਰਿਆਂ ਦੀ ਆਵਾਜ਼ ਵੈਸੇ ਚੈਨਲਾਂ ਦੀ ਦਬਾ ਦਿੱਤੀ ਗਈ ਹੈ। ਹਾਂ ਬਿਲਕੁਲ ਜੀ। ਔਰ ਜਦੋਂ ਕਿਉਂਕਿ ਪੈਸਾ ਸੋਸਾਇਟੀ 'ਚ ਇੰਨਾ ਹੋ ਗਿਆ, ਹਰ ਕੋਈ ਜਿਹੜਾ ਜਰਨਲਿਸਟ ਹੈਗਾ ਕਿਸੇ ਨਾ ਕਿਸੇ ਢੰਗ ਨਾਲ ਮਤਲਬ ਵਿਕਣ ਨੂੰ ਤਿਆਰ ਹੋ ਜਾਂਦਾ ਕਿਉਂਕਿ ਪਰ ਬਹੁਤ ਘੱਟ ਬੰਦੇ ਨੇ, ਘੱਟ ਜਰਨਲਿਸਟ ਨੇ ਜਿਨ੍ਹਾਂ 'ਚੋਂ ਰਵੀਸ਼ ਕੁਮਾਰ ਜੀ ਇੱਕ ਨੇ ਜਿਨ੍ਹਾਂ ਨੇ ਜਰਨਲਿਜ਼ਮ ਦੇ ਜਿਹੜੇ ਐਥਿਕਸ ਹੈਗੇ ਆ ਉਹਨੂੰ ਬਰਕਰਾਰ ਰੱਖਿਆ ਜੀ। ਔਰ ਨਿਤਾੜਕ ਹੋ ਕੇ ਨਾ ਕਿ ਜਿਹੜੀ ਵੀ ਉਹਨਾਂ ਨੂੰ ਕੋਈ ਚੀਜ਼ ਨਹੀਂ ਚੰਗੀ ਉਹਦੇ ਉਹ ਰਿਸਰਚ ਕਰਦੇ ਨੇ। ਔਰ ਮੈਨੂੰ ਬੜੀ ਹੈਰਾਨੀ ਹੋਈ ਵੀ ਜਿਸ ਢੰਗ ਨਾਲ ਉਹ ਕੰਮ ਕਰ ਰਹੇ ਨੇ ਸਿੰਗਲ ਹੈਂਡਡਲੀ, ਉਹਨਾਂ ਕੋਲ ਏਡਾ ਬੜਾ ਸਟਾਫ ਨਹੀਂ ਹੈਗਾ ਤਾਂ ਮਤਲਬ 1-2 ਬੰਦੇ ਨਾ ਸਟਾਫ ਹੈ ਤੇ ਨਾ ਹੀ Z+ ਸਿਕਿਉਰਿਟੀ ਹੈ ਉਹਨਾਂ ਦੇ ਕੋਲ। ਐਗਜ਼ੈਕਟਲੀ। ਤਾਂ ਮੈਂ ਕਹਿੰਦਾ ਵੀ ਉਹ ਕਿਸ ਤਰ੍ਹਾਂ ਮਤਲਬ ਆਪਣੇ ਮਤਲਬ ਐਡਾ ਵੱਡਾ ਕੰਮ ਕਰ ਰਹੇ ਨੇ। ਇੱਕ ਦਿਨ ਮੇਰੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ। ਮੈਨੂੰ ਕਹਿੰਦੇ ਭਵਿੰਦਰ ਜੀ ਮੈਨੂੰ ਰੋਜ਼ ਲੱਖਾਂ ਹੀ ਲੋਕ ਮਤਲਬ ਆਪਣੇ ਮਤਲਬ ਫੋਨ ਕਰਕੇ ਮੈਨੂੰ ਡਿਸਟਰਬ ਕਰਦੇ ਨੇ, ਜਦੋਂ ਗਾਲੀ ਗਲੋਚ ਵੀ ਕਰਦੇ ਨੇ। ਤਾਂ ਮੈਂ ਉਹਨਾਂ ਨੂੰ ਗੱਲ ਕਹੀ ਸੀ, ਮੈਂ ਕਿਹਾ ਰਵੀਸ਼ ਜੀ ਇਹ ਨਾ ਭੁੱਲੋ ਵੀ ਤੁਹਾਨੂੰ ਕਰੋੜਾਂ ਹੀ ਬੰਦੇ ਰੋਜ਼ ਤੁਹਾਨੂੰ ਪਿਆਰ ਵੀ ਦਿਲ 'ਚ ਰੱਖਦੇ ਨੇ, ਦਿਲ 'ਚ ਦੁਆ ਰੱਖਦੇ ਕਰਦੇ ਨੇ ਤੁਹਾਡੇ ਲਈ। ਔਰ ਤੁਹਾਡੇ ਮਤਲਬ ਸਾਹਾਂ ਨਾਲ ਸਾਹ ਜੇ ਦੱਸੋ ਨਾ ਤਾਂ ਉਹਨਾਂ ਜੀਂਦੇ ਨੇ ਵੀ ਤੁਹਾਡੇ ਬਹੁਤ ਤੁਸੀਂ ਸਾਡੇ ਕੋਲ ਇੱਥੇ ਆਓ। ਅਸੀਂ ਸਾਨੂੰ ਖੁਸ਼ੀ ਹੋਏਗੀ ਕਿ ਜਿਹੜੀ ਕਿਤਾਬ ਇਹ ਤੁਹਾਡੀ ਕਿਤਾਬ ਹੈਗੀ ਅਸੀਂ ਤੁਹਾਡੀ ਹਾਜ਼ਰੀ ਦੇ ਵਿੱਚ ਲੋਕੀ ਆਪਣੇ ਭਾਈਚਾਰੇ ਵਿੱਚ ਲਾਂਚ ਕਰੀਏ। ਤਾਂ ਮੈਂ ਕਿਹਾ ਮੈਨੂੰ ਪੂਰਨ ਆਸ ਹੈ ਕਿ ਜਿਹੜਾ ਸਾਡਾ ਭਾਈਚਾਰਾ ਹੈਗਾ ਉਹ ਤੁਹਾਨੂੰ ਜੀ ਆਇਆ ਕਹੇਗਾ ਔਰ ਉਹ ਤੁਸੀਂ ਸਾਡੇ ਪੰਜਾਬੀਆਂ ਦੇ ਹਿੰਦੁਸਤਾਨੀਆਂ ਦੇ ਦਿਲਾਂ ਦੀ ਧੜਕਣ ਹੋ। ਤਾਂ ਇਸ ਕਰਕੇ ਅਸੀਂ ਇਹ ਕਿਤਾਬ ਕੀਤੀ ਹੈ। ਬਿਲਕੁਲ। ਤੁਸੀਂ ਜਰਨਲਿਸਟਾਂ ਦਾ ਜ਼ਿਕਰ ਕੀਤਾ ਮਲੀ ਸਾਹਿਬ, ਤੁਹਾਡੀ ਜ਼ਿੰਦਗੀ ਦਾ ਜਿਹੜਾ ਇੰਨਾ ਸਾਰਾ ਤਜਰਬਾ ਔਰ ਨੋ ਡਾਊਟ ਇੱਕ ਲਿਖਾਰੀ ਜਿਹਦੇ ਹੱਥ 'ਚ ਕਲਮ ਹੁੰਦੀ ਹੈ, ਬੋਲਣ ਦੀ ਪਾਵਰ ਹੁੰਦੀ ਹੈ, ਉਹਦੀ ਸੋਚ ਸਮਝ, ਉਹਦੀ ਬੁੱਧੀ, ਕਿਉਂਕਿ ਹਮੇਸ਼ਾ ਬੁੱਕਸ ਪੜ੍ਹਨ ਵਾਲਾ ਬੰਦਾ ਕਹਿੰਦੇ ਗਿਆਨ ਦਾ ਜਿਹੜਾ ਪਸਾਰਾ ਹੁੰਦਾ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ। ਤੁਹਾਡੇ ਤਜਰਬੇ ਤੋਂ ਹੀ ਮੈਂ ਜੋ ਐਕਸਪੀਰੀਅੰਸ, ਮੈਂ ਵੀ ਇਸ ਲਾਈਨ ਦੇ ਵਿੱਚ ਬਹੁਤ ਸਮੇਂ ਤੋਂ ਹਾਂ, ਮੈਂ ਜੋ ਐਕਸਪੀਰੀਅੰਸ ਕੀਤਾ ਮੈਨੂੰ ਇੱਦਾਂ ਲੱਗਦਾ ਵੀ ਜਰਨਲਿਸਟ ਜਿਹੜੇ ਨੇ ਉਹਨਾਂ ਨੇ ਕੀ ਵਿਕਣਾ ਹੈ। ਜਰਨਲਿਸਟ ਨਹੀਂ ਵਿਕਦੇ ਜਦੋਂ ਮਾਲਕ ਨੇ ਜਦੋਂ ਡੀਲਾਂ ਮਾਲਕ ਕਰ ਲੈਂਦੇ ਨੇ ਤਾਂ ਕੰਮ ਕਰਨ ਵਾਲੇ ਜਿਹੜੇ ਜਰਨਲਿਸਟ ਹੁੰਦੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਜੋ ਕਮਾਂਡ ਦਿੱਤੀ ਜਾਂਦੀ ਉਹਨਾਂ ਨੂੰ ਤਾਂ ਸੁਣਨੀ ਪੈਂਦੀ ਹੈ। ਸੋ ਪਰ ਜਦੋਂ ਇਹ ਚੀਜ਼ ਬਾਹਰ ਆਉਂਦੀ ਹੈ ਤਾਂ ਨੋ ਡਾਊਟ ਕਿਸੇ ਨੇ ਇਹ ਨਹੀਂ ਕਹਿਣਾ ਵੀ ਬਿਜ਼ਨਸ ਮਾਲਕ ਨੇ ਕੀਤਾ ਜਾਂ ਮਾਲਕ ਨੇ ਜੋ ਕਮਾਂਡ ਦਿੱਤੀ ਉਹ ਹੋ ਰਿਹਾ। ਹਰ ਪੱਤਰਕਾਰ ਜਿਹੜਾ ਬੋਲਦਾ ਪਿਆ ਮੰਚ ਤੇ ਬੈਠਾ, ਜਿਹਨੂੰ ਬੇਸ਼ੱਕ ਪਿੱਛੋਂ ਕਮਾਂਡ ਆਈ ਹੋਈ ਹੈ ਪਰ ਉਹੀ ਜਰਨਲਿਸਟ ਨਹੀਂ ਬਦਨਾਮ ਹੋਣਾ ਹੈ। ਸੋ ਇਹ ਦੌਰ ਤਾਂ ਪਿਛਲੇ ਬਹੁਤ ਸਮੇਂ ਤੋਂ ਅਸੀਂ ਦੇਖਦੇ ਹਾਂ ਵੀ ਇਹ ਤਾਂ ਚੱਲੀ ਆ ਰਿਹਾ ਇਹਦਾ ਰੁਕਣ ਦਾ ਸਿਲਸਿਲਾ ਅੱਗੇ ਕੋਈ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਬੋਲਣ ਵਾਲੇ ਰਵੀਸ਼ ਜੀ ਹੋ ਗਏ। ਰਵੀਸ਼ ਜੀ ਤੋਂ ਇਲਾਵਾ ਮੈਨੂੰ ਲੱਗਦਾ ਹੁਣ ਤਾਂ ਮੇਰੇ ਕੋਲ ਨਾਮ ਵੀ ਨਹੀਂ ਬਚੇ, ਮੈਂ ਨਾਮ ਕਿਹਦਾ ਹੋਰ ਲਵਾਂ ਵੀ ਜਿਹੜੇ ਬੋਲਦੇ ਨੇ ਇਹਦੇ ਖਿਲਾਫ ਔਰ ਉਹ ਇਕੱਲੇ ਰਹਿ ਕੇ ਸਮਾਜ ਨੂੰ ਬਦਲਣਾ ਜਾਂ ਇਸ ਤੰਤਰ ਨੂੰ ਬਦਲਣ ਦਾ ਜਿਹੜਾ ਉਹ ਨਹੀਂ ਉਹ ਕਰ ਪਾ ਰਹੇ। ਪਰ ਹਾਂ ਉਹਨਾਂ ਦੀ ਆਵਾਜ਼ ਚੱਪੇ ਚੱਪੇ ਤੇ ਜਿੱਥੇ ਪਹੁੰਚਦੀ ਹੈ ਉੱਥੇ ਤਬਦੀਲੀ ਜ਼ਰੂਰ ਆਉਂਦੀ ਹੈ ਜਿਨ੍ਹਾਂ ਨੇ ਲਿਆਣੀ ਹੈ ਤਬਦੀਲੀ। ਤੇ ਇਹ ਸਿਸਟਮ ਜਿਹੜਾ ਇਦਾਂ ਹੀ ਚੱਲਦਾ ਆ ਰਿਹਾ ਤੇ ਕੀ ਅੱਗੇ ਲੱਗਦਾ ਤੁਹਾਨੂੰ, ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ? ਅੱਗੇ ਲੱਗਦਾ ਹੈ ਕਿ ਇਹ ਆਵਾਮ ਜਾਂ ਇਹ ਜਿਹੜੀ ਆਵਾਜ਼ ਹੈ ਚਾਹੇ ਉਹ ਇੱਕ ਪੱਤਰਕਾਰ ਬੋਲ ਰਿਹਾ ਜਾਂ 5 ਬੋਲ ਰਹੇ ਨੇ ਜਾਂ 10,
ਉਹ ਕਿਤੇ ਨਾ ਕਿਤੇ ਫਿਜ਼ਾ ਦੇ ਵਿੱਚ ਬਦਲਾਅ ਲਿਆ ਸਕਦੀ ਹੈ? ਦੇਖੋ ਜੀ, ਤੁਸੀਂ ਇਹ ਮਤਲਬ ਬੜਾ ਜ਼ਰੂਰੀ ਸਵਾਲ ਆਪਣੇ ਪੁੱਛਿਆ ਹੈਗਾ। ਪੱਤਰਕਾਰੀ, ਜਰਨਲਿਜ਼ਮ ਇਹ ਇੱਕ ਐਡਾ ਨੋਬਲ ਕਿੱਤਾ ਹੈਗਾ। ਤਾਂ ਸਾਡੇ ਜੇ ਪੰਜਾਬੀ ਜਰਨਲਿਜ਼ਮ ਦੀ ਗੱਲ ਕੀਤੀ ਜਾਵੇ, ਜੇ ਆਪਾਂ ਨਿਗਾਹ ਮਾਰੀਏ ਤਾਂ ਮੈਨੂੰ ਕੋਈ ਖਾਸ ਕੋਈ ਬੰਦਾ ਦਿਸਦਾ ਨਹੀਂ ਜਿਹੜਾ ਕਿ ਜਰਨਲਿਜ਼ਮ ਦੇ ਐਥਿਕਸ ਦੇ ਉੱਤੇ ਪੂਰਾ ਉਤਰਦਾ। ਉਹ ਕਿਤੇ ਨਾ ਕਿਤੇ ਨੌਕਰੀ ਕਰਦੇ ਨੇ, ਕਿਸੇ ਨਾ ਕਿਤੇ ਅਖਬਾਰ ਨੂੰ ਸਰਵ ਕਰਦੇ ਨੇ। ਉਹ ਆਪਣੇ ਜਿਹੜਾ ਆਪਣੇ ਅਖਬਾਰ ਦਾ ਮਾਲਕ ਹੈਗਾ ਉਹਨੂੰ ਖੁਸ਼ ਕਰਦੇ ਨੇ। ਇਸ਼ਤਿਹਾਰਾਂ ਤੋਂ ਲੈਣ ਲਈ ਉਹ ਮਤਲਬ ਉਹਨਾਂ ਦੀ ਮਤਲਬ ਮਹਿਮਾ ਕਰਦੇ ਨੇ, ਭਾਵੇਂ ਜਿੱਡਾ ਮਰਜ਼ੀ ਵੀ ਕੋਈ ਠੱਗ ਬੰਦਾ ਹੋਵੇ, ਜਿੱਡਾ ਮਰਜ਼ੀ ਵੀ ਕੋਈ ਬੰਦਾ ਮਤਲਬ ਉਹਦਾ ਵੱਡਾ ਸਾਰਾ ਇਸ਼ਤਿਹਾਰ ਲਾ ਕੇ ਲਾਉਂਦੇ। ਤੇ ਜਦੋਂ ਤੋਂ ਇਹ ਗੱਲ ਉਹ ਕਰਦੇ ਨੇ, ਉਹ ਇਹ ਭੁੱਲ ਜਾਂਦੇ ਨੇ ਕਿ ਉਹ ਕੀ ਕਰ ਰਹੇ ਨੇ। ਜਦੋਂ ਤੁਸੀਂ ਕਿਸੇ ਠੱਗ ਬੰਦੇ ਦੀ ਜਾਂ ਕਿਸੇ ਲੁਟੇਰੇ ਬੰਦੇ ਦੇ ਇਸ਼ਤਿਹਾਰ ਦਿੰਦੇ ਹੋ ਔਰ ਉਹਦੀ ਮਹਿਮਾ ਦੇ ਵਿੱਚ 2 ਸ਼ਬਦ ਵੀ ਲਿਖ ਦਿੰਦੇ ਹੋ, ਤਾਂ ਜਿਹੜਾ ਆਮ ਬੰਦਾ ਉਹ ਭੁਲੇਖਾ ਖਾ ਜਾਂਦਾ ਵੀ ਮੈਂ ਤਾਂ ਇਹਨੂੰ ਸਮਝਦਾ ਸੀ ਇਹ ਬੰਦਾ ਇਸ ਤਰ੍ਹਾਂ ਦਾ ਆ, ਤਾਂ ਇਹ ਅਖਬਾਰ ਦੇ ਵਿੱਚ ਇਹਦੀ ਬੜੀ ਮਹਿਮਾ ਕੀਤੀ ਹੈਗੀ ਹੈ। ਤਾਂ ਮੇਰੇ ਆਪਣੇ ਖਿਆਲ ਦੇ ਵਿੱਚ ਉਹ ਜਿਹੜੇ ਜਰਨਲਿਸਟ ਆਪਣੇ ਨੂੰ ਪੱਤਰਕਾਰ ਕਹਾਉਂਦੇ ਨੇ, ਉਹ ਸਮਾਜ ਲਈ ਸੇਵਾ ਨਹੀਂ ਕਰ ਰਹੇ, ਸਮਝ ਕੇ ਕ੍ਰਾਈਮ ਕਰ ਰਹੇ ਨੇ। ਔਰ ਪੰਜਾਬ ਦੇ ਵਿੱਚ ਪੰਜਾਬੀ ਪੱਤਰਕਾਰਾਂ ਦੇ ਵਿੱਚੋਂ ਇਹ ਅਸੀਂ ਬੜੇ ਹੌਸਲੇ ਵਾਲੇ ਲੋਕ ਆ, ਅਸੀਂ ਬੜੇ ਚੈਲੰਜਿੰਗ ਲੋਕ ਹੈਗੇ ਆ। ਮੈਂ ਆਸ ਕਰਦਾ ਕਿ ਸਾਡੇ ਭਾਈਚਾਰੇ 'ਚੋਂ ਵਧੀਆ ਪੱਤਰਕਾਰ ਨਿਕਲਣ, ਜਿਹੜੇ ਕਿ ਆਵਾਜ਼ ਨੂੰ ਲੋਕੀ ਆਪਣੇ ਮਤਲਬ ਸਾਡੀ ਜਿਹੜੀ ਲੋਕਾਂ ਦੀ ਆਵਾਜ਼ ਹੈਗੀ ਆ ਉਹਨੂੰ ਮਤਲਬ ਉਭਾਰ ਕੇ ਦੱਸਣ ਵੀ ਲੋਕਾਂ ਦੇ ਇਹ ਤੌਖਲੇ ਨੇ। ਪਰ ਹਾਲੇ ਮੈਨੂੰ ਲੱਗਦਾ ਜਿਵੇਂ ਇਸ ਤਰ੍ਹਾਂ ਦੀ ਕੋਈ ਪੰਜਾਬੀ ਦੇ ਵਿੱਚ ਕੋਈ ਇੱਦਾਂ ਦੇ ਪੱਤਰਕਾਰ ਹੈ ਨਹੀਂ। ਸਾਡੇ ਜਲੰਧਰ ਮਤਲਬ ਅਖਬਾਰਾਂ ਬਹੁਤ ਨਿਕਲਦੀਆਂ ਨੇ, ਅਜੀਤ ਹੈ, ਆਪਣੇ ਜਗਬਾਣੀ ਹੈ, ਹੋਰ ਟ੍ਰਿਬਿਊਨ ਹੈ। ਬਹੁਤ ਘੱਟ ਪੱਤਰਕਾਰ ਨੇ ਜਿਹੜੇ ਆਪਣੇ ਲੇਖ ਤਾਂ ਪੜ੍ਹ ਲੈਂਦੇ ਆ, ਕਿਸੇ ਨੇ ਬੰਦੇ ਨੇ ਕੋਈ ਲੇਖ ਲਿਖਿਆ, ਪਰ ਪੱਤਰਕਾਰ ਦੇ ਤੌਰ 'ਤੇ ਕਿਸੇ ਪੱਤਰਕਾਰ ਨੇ ਮਿਹਨਤ ਕਰਕੇ ਕੋਈ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਹੋਵੇ ਔਰ ਉਹਦੀ ਧੁਰ ਤਹਿ ਤੱਕ ਗਿਆ ਹੋਵੇ, ਮੈਨੂੰ ਇਸ ਤਰ੍ਹਾਂ ਬਹੁਤ ਘੱਟ ਦੇਖਣ ਨੂੰ ਮਿਲਿਆ। ਹੋਣਗੇ ਕਿਤੇ ਮਤਲਬ ਲੁਕੇ ਛਿਪੇ 1-2 ਬੰਦੇ ਜਿਹੜੇ ਇੰਨੀ ਮਿਹਨਤ ਕਰਦੇ ਹੈਗੇ ਆ। ਉਹ ਕਹਿੰਦੇ ਇੰਨੀ ਮਿਹਨਤ ਕਰਨ ਦੀ ਕੀ ਲੋੜ ਹੈਗੀ ਆ। ਮਤਲਬ ਆਮ ਵਰਤਾਰਾ ਇਹ ਹੋ ਗਿਆ ਕਿ ਲੋਕ ਆਪੇ ਆਪਣੀ ਖਬਰ ਛਾਪਦੇ ਨੇ। ਉਹ ਆਪਣੇ ਮੈਂ ਕਹਿੰਦਾ ਸ਼ਹਿਰੀ ਜੀ ਇਸ ਤਰ੍ਹਾਂ ਕਰੋ ਜੀ, ਮੇਰੀ ਅਜੀਤ 'ਚ ਅਖਬਾਰ ਲਵਾ ਦਿਓ। ਠੀਕ ਹੈ, ਕੋਈ ਨਹੀਂ ਭੁਪਿੰਦਰ ਜੀ ਲੱਗ ਜਾਏਗੀ ਜੀ, ਕੱਲ੍ਹ ਨੂੰ ਲੱਗ ਜਾਏਗੀ ਜੀ। ਇਸ ਤਰ੍ਹਾਂ ਦਾ ਜ਼ਿਆਦਾ ਪੱਤਰਕਾਰੀ ਹੋ ਰਹੀ ਹੈਗੀ ਆ। ਰਵੀਸ਼ ਜੀ ਵਰਗੇ ਜਿਹੜੇ ਪੱਤਰਕਾਰ ਜਿਹੜੇ ਕਿ ਮਤਲਬ ਆਵਾਜ਼ ਬਣੇ ਆ ਲੋਕਾਂ ਦੀ, ਉਹ ਬਹੁਤ ਘੱਟ ਹੈਗੇ। ਇਸੇ ਲਈ ਤੁਸੀਂ ਬੁੱਕ ਦਾ ਟਾਈਟਲ ਦਿੱਤਾ ਬੋਲ ਬੰਦੇ ਆ। ਬੋਲ ਬੰਦੇ ਆ, ਬਿਲਕੁਲ। ਅਭਿਸਾਰ ਸ਼ਰਮਾ ਜੀ ਆ, ਉਹਨਾਂ ਨਾਲ ਆਪਣੇ ਉਹ ਵੀ ਇੱਕ ਪੱਤਰਕਾਰ ਆ, ਤਾਂ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਆਪਣੇ ਮਤਲਬ ਉਹਨੇ ਆਪਣੇ ਡਰ ਦਾ ਵੀ ਦੱਸਿਆ ਕਿ ਮੈਨੂੰ ਕਿੰਨਾ ਡਰ ਲੱਗਦਾ, ਪਰ ਉਹਦੇ ਬਾਵਜੂਦ ਵੀ ਉਹ ਕੰਮ ਕਰ ਰਹੇ ਨੇ। ਸਾਨੂੰ ਉਹਨਾਂ ਨੂੰ ਸਲੂਟ ਕਰਨਾ ਚਾਹੀਦਾ ਹੈ। ਹੁਣ ਵਾਇਰ ਗਰੁੱਪ ਹੈਗਾ, ਉਹਦੇ ਵਿੱਚ ਸਾਡੇ ਸੱਜਣ ਦੋਸਤ ਨੇ ਜਿਹੜੇ ਉਹ ਸਦਾਰਤ ਸੀ, ਉਹ ਕਰ ਰਹੇ ਨੇ। ਉਹਨਾਂ ਦੇ ਕਰੋੜਾਂ ਰੁਪਏ ਦਾ ਉਹਨਾਂ ਤੇ ਮੁਕੱਦਮਾ ਹੋ ਗਿਆ। ਔਰ ਰਵੀਸ਼ ਜੀ ਨੇ, ਤੁਸੀਂ ਤਾਂ ਉਹਨਾਂ ਨੂੰ ਜਾਣਦੇ ਹੋ, ਰਵੀਸ਼ ਜੀ ਬਾਰ-ਬਾਰ ਕਹਿੰਦੇ ਨੇ ਵੀ ਇਹ ਆਪਣੇ ਜਿਹੜੀ ਡੈਫੀਮੇਸ਼ਨ ਦਾ ਜਿਹੜਾ ਕੇਸ ਹੈਗਾ, ਇੱਜ਼ਤ ਦਾ ਕੇਸ ਹੈ, ਇੱਜ਼ਤ ਹੱਦ ਤੱਕ ਦਾ ਕੇਸ ਹੈ। ਇਹ ਕਿਸ ਤਰ੍ਹਾਂ ਵੀ ਇੱਕ ਬੰਦੇ ਦੀ ₹1 ਦੀ ਆਪਣੀ ਇੱਜ਼ਤ ਹੈਗੀ, ਇੱਕ ਦੀ ਕਰੋੜਾਂ 'ਚ ਹੈਗੀ ਹੈ, ਵੀ ਸਾਰਿਆਂ ਦੀ ਇੱਜ਼ਤ ₹1 ਦੀ ਹੋਣੀ ਚਾਹੀਦੀ ਹੈ। ਪਰ ਉਹ ਇਸ ਤਰ੍ਹਾਂ ਲੋਕਾਂ ਨੂੰ ਡਰਾਉਂਦੇ ਨੇ ਤਾਂ ਕਿ ਲੋਕ ਆਪਣੀ ਆਵਾਜ਼ ਨਾ ਕੱਢ ਸਕਣ। ਪਰ ਮੈਂ ਇਹ ਸਮਝਦਾ ਜੀ ਵੀ ਜਿਹੜੀਆਂ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਜੀ, ਉਹ ਸਰਕਾਰਾਂ ਨੂੰ ਕੀ ਆਪਣੇ ਮਤਲਬ ਉਹ ਆਪਣੇ ਖਿਲਾਫ ਵੀ ਇਹ ਗੱਲਾਂ ਸਿਰਜ ਰਹੀਆਂ, ਕਿਉਂਕਿ ਇਸ ਤਰ੍ਹਾਂ ਰਾਜ ਭਾਗ ਚੱਲਦੇ ਨਹੀਂ ਹੁੰਦੇ। ਇਹ ਮਤਲਬ ਟੈਂਪਰੇਰੀ ਤੌਰ 'ਤੇ ਤਾਂ ਹੋ ਸਕਦੀ ਗੱਲ। ਰਾਜ ਭਾਗ ਤਾਂ ਹੀ ਚੱਲਦੇ ਹੈਗੇ ਆ ਜਿੱਥੇ ਮਨੁੱਖ ਨੂੰ ਆਜ਼ਾਦੀ ਹੋਵੇ ਔਰ ਉਹਨੂੰ ਕੁਛ ਗੱਲ ਕਹਿਣ ਦੇ ਉਹਨੂੰ ਝਿਜਕ ਨਾ ਹੋਵੇ, ਔਰ ਸਰਕਾਰਾਂ ਨੂੰ ਇਹ ਚੀਜ਼ਾਂ ਫੈਸਿਲੀਟੇਟ ਕਰਨੀਆਂ ਚਾਹੀਦੀਆਂ। ਪਰ ਸਾਡੇ ਜਿਹੜਾ ਸਾਡੇ ਮਾਹੌਲ ਚੱਲਦਾ ਹੈਗਾ, ਜੇ ਕੋਈ ਬੰਦਾ ਜਾਣੇ ਜਾਂ ਅਣਜਾਣੇ ਕੋਈ ਸਵਾਲ ਚੁੱਕਦਾ ਹੈਗਾ ਤਾਂ ਉਹ ਤੇ ਪੁਲਿਸ ਦਾ ਡਰ, ਕਿਸੇ ਮੁਕੱਦਮੇ ਦਾ ਡਰ। ਫਿਰ ਸਾਡੇ ਸਮਾਜ ਵਿੱਚ ਵੀ ਕਹਿੰਦੇ ਨਾ ਜੀ ਨਾ, ਅਸੀਂ ਨਹੀਂ ਗੱਲ ਕਰਨੀ, ਤੁਸੀਂ ਫਸ ਜਾਓਗੇ ਜੀ, ਤੁਹਾਨੂੰ ਚੱਕ ਲਓਗੇ ਜੀ ਬੰਦੇ, ਤੁਹਾਡੇ ਮਗਰ ਨਹੀਂ ਕਿਸੇ ਨੇ ਆਉਣਾ। ਸਾਨੂੰ ਇਸ ਭੈ ਤੋਂ ਉੱਤੇ ਉੱਠਣਾ ਚਾਹੀਦਾ ਹੈ। ਜੇ ਅਸੀਂ ਕਿਸੇ ਨੇ ਨਾ ਅਸੀਂ ਉੱਠੇ ਤਾਂ ਲੋਕਾਂ ਦੀ ਰਾਖੀ ਕੌਣ ਕਰੇਗਾ? ਲੋਕ ਜਿਹੜੇ ਅਸੀਂ ਜਦੋਂ
ਆਪਣਾ ਸਮਾਜ ਦੇ ਵਿੱਚ ਜਿੱਦਾਂ ਹੁਣ ਮੈਂ ਆਪਣੇ ਨੂੰ ਕਹਿੰਦਾ ਜੀ ਮੈਂ ਆਪਣੇ ਮਤਲਬ ਇੱਕ ਐਕਟਿਵਿਸਟ ਹੈਗਾ, ਮੇਰਾ ਫਰਜ਼ ਬਣਦਾ ਕਿ ਮੈਂ ਲੋਕਾਂ ਦੀ ਆਵਾਜ਼ ਬਣਾ, ਮੇਰਾ ਫਰਜ਼ ਬਣਦਾ ਕਿ ਜਿਹੜੇ ਲੋਕਾਂ ਦੇ ਤੌਖਲੇ ਆ ਮੈਂ ਲੋਕਾਂ ਦੇ ਵਿੱਚ ਗੱਲ ਕਰਾਂ, ਮੇਰਾ ਫਰਜ਼ ਬਣਦਾ ਕਿ ਮੈਂ ਇੱਕ ਸਵਾਲ ਖੜੇ ਕਰਾਂ ਵੀ ਜੇ ਇਸ ਗੱਲ ਦੀ ਸਮਝ ਨਹੀਂ ਆਉਂਦੀ। ਮੈਂ ਤੁਹਾਨੂੰ ਇੱਕ ਗੱਲ ਹੋਰ ਤਜਰਬੇ ਦੀ ਕਰਕੇ ਫਿਰ ਆਪਾਂ ਗੱਲ ਖਤਮ ਕਰਾਂਗੇ। ਇੱਥੇ ਆਪਣੇ ਬ੍ਰਾਇਨ ਮਲੋਨੀ ਜੀ ਦੀ ਸਰਕਾਰ ਸੀ, ਤਾਂ ਉਸ ਵਕਤ ਮੈਨੂੰ ਇੱਕ MP ਨੂੰ ਮਿਲਣ ਦਾ ਮੌਕਾ ਮਿਲਿਆ। ਤਾਂ ਮੈਂ ਆਪਣੇ ਮਤਲਬ ਜਦੋਂ ਉਹਨੂੰ ਮਿਲਣ ਗਿਆ ਤਾਂ ਕੋਈ ਕੰਮ ਸੀ ਕਿ ਕੋਈ ਇੱਕ ਟ੍ਰੈਜਡੀ ਹੋ ਗਈ ਸੀ ਪੰਜਾਬ ਦੇ ਵਿੱਚ, ਉਹਦੇ ਸੰਬੰਧ ਵਿੱਚ ਗਏ। ਤਾਂ ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਜੀ ਆਪਣੇ ਜਿਹੜਾ ਆਹ ਕਨਸਟੀਟਿਊਸ਼ਨ ਦੀ ਤੁਸੀਂ ਗੱਲਬਾਤ ਕਰ ਰਹੇ ਹੋ, ਇਹ ਕਿਸ ਤਰ੍ਹਾਂ ਮਤਲਬ ਆਪਣੇ ਮਤਲਬ ਤੁਸੀਂ ਉਹ ਮੀਚਲੇ ਅਕੋਰਡ ਦੀ ਗੱਲ ਸੀਗੀ। ਉਹ ਕਹਿੰਦਾ ਜੀ ਕੈਨੇਡਾ ਦੇ ਵਿੱਚ 2 ਕੌਮਾਂ ਨੇ, ਐਂਗਲੋਫੋਨ ਤੇ ਫਰੈਂਕੋਫੋਨ। ਮੈਂ ਕਿਹਾ ਜੀ ਅੱਛਾ, ਮੈਂ ਕਿਹਾ ਜੀ ਸਾਡਾ ਭਾਈਚਾਰਾ ਕਿੱਥੇ ਫਿੱਟ ਹੁੰਦਾ? ਤਾਂ ਕਹਿੰਦਾ ਤੁਸੀਂ ਐਂਗਲੋਫੋਨ ਹੋ। ਮੈਂ ਕਿਹਾ ਅਸੀਂ ਤਾਂ ਐਂਗਲੋਫੋਨ ਨਹੀਂ ਹੈਗੇ, ਮੈਂ ਕਿਹਾ ਅਸੀਂ ਤਾਂ ਪੰਜਾਬੀ ਆ, ਅਸੀਂ ਹਿੰਦੁਸਤਾਨੀ ਆ, ਅਸੀਂ ਮਤਲਬ ਐਂਗਲੋਫੋਨ ਨਹੀਂ ਹੋ ਸਕੇ। ਤਾਂ ਉਹਦੇ ਕੋਲੋਂ ਇੱਕ ਗੱਲ ਨਿਕਲ ਗਈ ਉਹਦੇ ਮੂੰਹ ਤੋਂ ਸੁਭਾਵਿਕ, ਕਹਿੰਦਾ ਜੀ ਅਸੀਂ ਤੁਹਾਨੂੰ ਆਹ ਦਿੱਤਾ, ਅਸੀਂ ਤੁਹਾਨੂੰ ਆਹ ਦਿੱਤਾ। ਮੈਂ ਕਿਹਾ ਜੀ ਤੁਹਾਡੇ ਕੋਲ ਜਿਹੜੀ ਚੀਜ਼ ਤੁਸੀਂ ਸਾਨੂੰ ਦਿੱਤੀ ਤੁਹਾਡੇ ਕੋਲ ਕਿੱਥੋਂ ਆ ਗਈ? ਤੁਸੀਂ ਮਤਲਬ ਡਿਸਟ੍ਰੀਬਿਊਟ ਨਹੀਂ ਕਰਦੇ, ਡਿਸਟ੍ਰੀਬਿਊਟ ਕਰ ਰਹੇ ਹੋ ਤੁਸੀਂ, ਇੱਕ ਮਤਲਬ ਤੁਹਾਡੇ ਕੋਲ ਵਾਧੂ ਚੀਜ਼ਾਂ ਤੁਸੀਂ ਦੇ ਰਹੇ ਹੋ। ਉਹ ਬੰਦਾ ਮਤਲਬ ਠਰ ਗਿਆ, ਫਿੱਕਾ ਪੈ ਗਿਆ ਔਰ ਉਹਨੂੰ ਅਪੋਲੋਜਾਈਜ਼ ਕਰਨਾ ਪਿਆ। ਮਨੁੱਖ ਹੋਣ ਦੇ ਨਾਤੇ ਸਾਡੇ ਸਾਰਿਆਂ ਦੇ ਹਕੂਕ ਬਰਾਬਰ ਦੇ ਹਕੂਕ ਨੇ। ਆਪਣੇ ਸਾਨੂੰ ਕਦੇ ਵੀ ਆਪਣੀ ਆਵਾਜ਼ ਨੂੰ ਬੁਲੰਦ ਕਰਨ ਤੋਂ ਕਦੇ ਵੀ ਝਿਜਕਣਾ ਨਹੀਂ ਚਾਹੀਦਾ। ਬਿਲਕੁਲ। ਮਲੀ ਜੀ ਅਖੀਰ ਦੇ ਵਿੱਚ ਬਹੁਤ ਹੀ ਘੱਟ ਸ਼ਬਦਾਂ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ? ਮੈਂ ਸ਼ਾਇਦ ਜੀ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਸਾਡਾ ਭਾਈਚਾਰਾ ਜੋ ਪੰਜਾਬ ਤੋਂ ਹਿੰਦੁਸਤਾਨ ਤੋਂ ਆਇਆ ਔਰ ਜੋ ਕੈਨੇਡਾ ਦੇ ਵਿੱਚ ਰਹਿ ਰਿਹਾ ਹੈਗਾ, ਮੈਨੂੰ ਇਸ ਗੱਲ ਦੀ ਆਪਣੀ ਖੁਸ਼ੀ ਹੈ ਕਿ ਬੜੇ ਪਿਆਰ ਨਾਲ ਇੱਥੇ ਰਹਿ ਰਿਹਾ ਹੈਗਾ। ਭਾਵੇਂ ਕੁਛ ਕੋਸ਼ਿਸ਼ਾਂ ਜਿਹੜੇ ਲੋਕ ਕਰਦੇ ਨੇ ਵੀ ਅਸੀਂ ਆਹ ਆ ਜੀ, ਅਸੀਂ ਆਹ ਆ, ਮੈਂ ਸਮਝਦਾ ਉਹ ਗੱਲਾਂ ਨਹੀਂ ਹੋਣੀ ਚਾਹੀਦੀਆਂ, ਕਿਉਂਕਿ ਅਸੀਂ ਇੱਕ ਨਵੀਂ ਧਰਤੀ 'ਤੇ ਆ ਕੇ ਵਸੇ ਹੈਗੇ ਆ। ਇਹ ਧਰਤੀ ਦੇ ਉੱਤੇ ਜਿਹੜੀਆਂ ਪਿਛਲੀਆਂ ਸਾਡੀਆਂ ਪ੍ਰੈਜੂਡਿਸਸ ਹੈਗੀਆਂ ਉਹਨਾਂ ਨੂੰ ਨਹੀਂ ਲਿਆਉਣਾ ਚਾਹੁੰਦਾ। ਉੱਥੇ ਹੀ ਭਾਈਚਾਰਾ ਸਾਡਾ ਇਸੇ ਤਰ੍ਹਾਂ ਦਾ ਹੈ, ਪਰ ਸਾਨੂੰ ਰੰਗਤ ਦੇ ਦਿੱਤੀ ਗਈ। ਕਦੇ ਨਾ ਕਦੇ ਕੋਈ ਚੀਜ਼ਾਂ ਵਾਰਦੇ ਨੇ। ਆਹ ਜਿਹੜੀ ਧਰਤੀ ਹੈਗੀ ਆ, ਇੱਥੇ ਲੋਕ ਸਾਰਾ ਭਾਈਚਾਰਾ, ਭਾਵੇਂ ਕੋਈ ਬੰਦਾ ਕਿਸੇ ਵੀ ਮੁਲਕ 'ਚੋਂ ਆਇਆ, ਪਾਕਿਸਤਾਨ ਤੋਂ ਆਇਆ, ਇੱਧਰੋਂ ਆਇਆ, ਉੱਧਰੋਂ ਆਇਆ, ਲੋਕ ਬੜੇ ਇੱਕ ਦੂਜੇ ਨਾਲ ਸਹਿਚਾਰ ਨਾਲ ਜੀ ਰਹੇ ਨੇ। ਔਰ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਹੀ ਲੋਕ ਆਪਣੇ ਇਸ ਤਰ੍ਹਾਂ ਹੀ ਬਰਕਰਾਰ ਰੱਖਣਾ ਚਾਹੀਦਾ ਹੈਗਾ। ਔਰ ਕਦੇ ਵੀ ਛੋਟੀਆਂ ਗੱਲਾਂ ਸਾਡੇ ਵਿੱਚ ਵੰਡੀਆਂ ਨਾ ਪਾਉਣ। ਸਾਡੀ ਜਿਹੜੀ ਲੋਕ ਏਕਤਾ, ਇੱਕ ਦੂਜੇ ਦੀ ਇੱਜ਼ਤ, ਇੱਕ ਦੂਜੇ ਨੂੰ ਸਮਝਣਾ, ਕਿਉਂਕਿ ਆਪਣੇ ਖਿਆਲ ਰੱਖਣੇ ਹਰ ਇੱਕ ਨੂੰ ਹੱਕ ਹੈ। ਆਪਣਾ ਕੋਈ ਧਾਰਮਿਕ ਪ੍ਰੈਕਟਿਸ ਕਰਨੀ ਹਰੇਕ ਨੂੰ ਹੱਕ ਹੈਗੀ ਹੈ, ਪਰ ਅਸੀਂ ਪਿਆਰ ਦੇ ਨੂੰ ਦਾਅ 'ਤੇ ਲਾ ਕੇ ਇਹ ਗੱਲਾਂ ਨਾ ਕਰੀਏ। ਤਾਂ ਇਹੀ ਮੇਰੀ ਮਤਲਬ ਦਿਲੀ ਕਾਮਨਾ ਜੀ। ਮਲੀ ਸਾਹਿਬ ਥੈਂਕ ਯੂ ਸੋ ਮਚ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਬੜੇ ਸਾਰੇ 47 ਸਾਲਾਂ ਦੇ ਤਜਰਬੇ ਬਹੁਤ ਸੋਹਣੇ ਸੋਹਣੇ ਸਾਂਝੇ ਕੀਤੇ। ਉਹ ਸਿਸਟਮ ਜਿਹਦੇ ਵੱਲ ਸ਼ਾਇਦ ਕਦੀ ਸਾਡਾ ਧਿਆਨ ਨਹੀਂ ਜਾਂਦਾ ਹੁੰਦਾ, ਉਹ ਭੇਦਭਾਵ ਜਾਂ ਉਹ ਇੱਕ ਦੂਰੀ ਜਿਹੜੀ ਕਿ ਪੁਰਾਣੇ ਤੇ ਨਵੇਂ ਲੋਕਾਂ 'ਚ ਬਣੀ ਹੋਈ ਹੈ, ਐਟਲੀਸਟ ਸਾਰੇ ਮੁੱਦੇ ਅਸੀਂ ਇਹਦੇ ਵਿੱਚ ਕਵਰ ਕੀਤੇ। ਔਰ ਸਪੈਸ਼ਲੀ ਬੇਬਾਕ ਬੋਲਣਾ ਔਰ ਹਰ ਮੁੱਦੇ ਦੇ ਉੱਤੇ ਜਾਣਕਾਰੀ ਰੱਖਣਾ, ਫ੍ਰੀ ਸਪੀਕ ਦਾ ਜਿਹੜਾ ਹੈਗਾ ਸੰਦੇਸ਼, ਉਹ ਵੀ ਬਹੁਤ ਹੀ ਵਧੀਆ ਹੈ। ਜਿਹੜਾ ਕਿ ਗੁੱਡ ਲੱਕ ਤੁਹਾਨੂੰ ਅਸੀਂ ਕਹਿਣਾ ਚਾਹਾਂਗੇ, ਤੁਸੀਂ ਰਵੀਸ਼ ਜੀ ਦੀ ਬੁੱਕ ਜਿਹੜੀ ਹੈ ਲਾਂਚ ਕਰਨ ਜਾ ਰਹੇ ਹੋ, ਤੇ ਗੁੱਡ ਲੱਕ ਤੁਹਾਡੀ ਸਾਰੀ ਟੀਮ ਲਈ। ਔਰ ਹੋਪਫੁਲੀ ਅਸੀਂ ਇਸ ਬੁੱਕ ਨੂੰ ਜਲਦੀ ਪੜ੍ਹ ਕੇ ਤੇ ਉਸ ਦੇ ਰਿਗਾਰਡਿੰਗ ਵੀ ਤੁਹਾਡੇ ਨਾਲ ਗੱਲਬਾਤ ਕਰੀਏ। ਥੈਂਕ ਯੂ ਸੋ ਮਚ। ਥੈਂਕ ਯੂ ਸ਼ਾਇਰ ਜੀ। ਅਖੀਰ ਵਿੱਚ ਮੈਂ ਇਹੀ ਕਹਾਂਗਾ, ਮੈਂ ਪੂਰਾ ਹੋਪਫੁਲ ਹਾਂ ਕਿ ਸਾਡਾ ਜੋ ਭਾਈਚਾਰਾ ਹੈਗਾ ਉਹ ਹਮੇਸ਼ਾ ਆਪਣੀ ਏਕਤਾ ਨੂੰ ਬਰਕਰਾਰ ਰੱਖੇਗਾ। ਕਿ ਇਹਨਾਂ ਨੇ ਬਹੁਤ ਵੱਡੀਆਂ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ, ਉਦੋਂ ਵੀ ਇਹ ਜੇਤੂ ਹੋਏ ਹੈਗੇ ਆ ਔਰ ਕੱਲ੍ਹ ਨੂੰ ਵੀ ਇਹ ਜੇਤੂ ਹੋਣਗੇ। ਤਾਂ ਮੇਰੀਆਂ ਸਭ ਨੂੰ ਸ਼ੁਭ ਕਾਮਨਾਵਾਂ ਤੇ ਇਹਨਾਂ ਸ਼ਬਦਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕੁਝ ਗੱਲਬਾਤ ਕਰਨ ਦਾ। ਮਿਹਰਬਾਨੀ। ਸੋ ਭੁਪਿੰਦਰ ਮੱਲੀ ਜੀ ਸਾਡੇ ਨਾਲ ਜੁੜੇ ਹੋਏ ਸੀ ਤੇ ਬਹੁਤ ਸਾਰੀਆਂ ਗੱਲਾਂ ਤਾਂ ਹੁਣ ਹੋ ਹੀ ਗਈਆਂ, ਤੇ ਗੱਲਾਂ ਦੇ ਵਿੱਚ ਇਹੀ ਹੈ ਵੀ ਯੂਨਿਟੀ ਇਜ਼ ਅ ਸਟਰੈਂਥ, ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ। ਤੇ ਯੂਨਿਟੀ ਤਾਂ ਰੱਖੋ ਨਾਲ ਦੀ ਨਾਲ ਇੰਨੀ ਕੁ ਅਵੇਅਰਨੈਸ ਜ਼ਰੂਰ ਰੱਖੋ ਕਿ ਤੁਹਾਨੂੰ ਤੁਹਾਡੇ ਹੱਕ, ਤੁਹਾਡੇ ਰਾਈਟਸ ਜਿਹੜੇ ਉਹ ਐਟਲੀਸਟ ਪਤਾ ਹੋ ਸਕਣ, ਤਾਂ ਹੀ ਤੁਸੀਂ ਉਹਨਾਂ ਦੇ ਉੱਤੇ ਗੱਲ ਵੀ ਕਰ ਸਕੋ। ਤੇ ਜਿਹੜੇ ਡਰ, ਖੌਫ ਹਮੇਸ਼ਾ ਸਾਡੀ ਆਵਾਜ਼ ਨੂੰ ਬੰਦ ਰੱਖਦੇ ਨੇ, ਸਾਨੂੰ ਬੋਲਣ ਨਹੀਂ ਦਿੰਦੇ, ਉਹ ਐਟਲੀਸਟ ਸਾਡੇ ਅੰਦਰੋਂ ਤਾਂ ਹੀ ਨਿਕਲਣਗੇ ਜੇ ਅਸੀਂ ਅਵੇਅਰਨੈਸ ਹਰ ਚੀਜ਼ ਦੇ ਪ੍ਰਤੀ ਰੱਖਾਂਗੇ, ਹਰ ਮੁੱਦੇ ਦੇ ਪ੍ਰਤੀ ਰੱਖਾਂਗੇ, ਤਾਂ ਹੀ ਸਾਡੇ ਅੰਦਰ ਬੋਲਣ ਦੀ ਜਿਹੜੀ ਪਾਵਰ ਹੈ ਉਹ ਆ ਸਕਦੀ ਹੈ। ਤੇ ਨਾਲ ਦੀ ਨਾਲ ਅਸੀਂ ਰਵੀਸ਼ ਕੁਮਾਰ ਜੀ ਦੀ ਜਿਹੜੀ ਬੁੱਕ ਹੈ ਉਹ ਜਲਦੀ ਲਾਂਚ ਹੋਣ ਜਾ ਰਹੀ ਹੈ, ਉਹ ਬੁੱਕ ਰਿਗਾਰਡਿੰਗ ਵੀ ਗੱਲਾਂ ਕਰਾਂਗੇ। ਬੋਲ ਬੰਦਿਆ, ਬਹੁਤ ਸੋਹਣਾ ਟਾਈਟਲ ਹੈ ਇਸ ਬੁੱਕ ਦਾ। ਸੋ ਇਹਨੂੰ ਪੜ੍ਹਾਂਗੇ, ਦੇਖਾਂਗੇ ਇਹਦੇ ਵਿੱਚ ਕੀ ਕੁਛ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤੇ ਰਵੀਸ਼ ਜੀ ਨੂੰ ਅਸੀਂ ਇਸ ਮੰਚ ਤੋਂ ਇਹੀ ਕਹਿਣਾ ਚਾਹਾਂਗੇ ਕਿ ਕੈਨੇਡਾ ਦੇ ਸਾਰੇ ਲੋਕ ਰਵੀਸ਼ ਜੀ ਤੁਹਾਨੂੰ ਆਪਣੇ ਦਿਲ ਦੇ ਵਿੱਚ ਰੱਖਦੇ ਨੇ, ਬਹੁਤ ਜ਼ਿਆਦਾ ਪਿਆਰ ਮੁਹੱਬਤ ਕਰਦੇ ਨੇ। ਇਜਾਜ਼ਤ ਦਿਓ, ਕੱਲ੍ਹ ਫਿਰ ਮਿਲਾਂਗੇ ਨਵੇਂ ਟੌਪਿਕ ਦੇ ਨਾਲ,
ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।